ਜਿਹੜਾ ਬਜਟ ਆਇਆ ਨਾ ਇੱਕ ਤਾਂ ਇਹਨੂੰ ਬੜਾ ਕਲੀਅਰ ਸਮਝ ਲਿਆ ਜਾਵੇ ਕਿ ਜਿਹੜਾ ਬਜਟ ਹੈ ਉਹਦੇ ਵਿੱਚ ਕਾਮਨ ਮੈਨ ਜਾਂ ਜਿਹੜਾ ਮਿਡਲ ਕਲਾਸ ਆ ਉਹਦੇ ਵਾਸਤੇ ਕੁਝ ਨਹੀਂ ਹੈਗਾ। ਮੈਂ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀਗੀ ਕਿ ਜਦੋਂ ਆਪਾਂ ਗੋਦੀ ਮੀਡੀਆ ਕਹਿੰਦੇ ਆ ਨਾ ਤੇ ਅਸੀਂ ਕਹਿੰਦੇ ਉਹ ਪੇਡ ਆ, ਉਹ ਪੇਡ ਨਹੀਂ ਹੈਗੀ, ਉਹ ਇੱਕ ਪਾਰਟਿਕੂਲਰ ਵਿਚਾਰਧਾਰਾ ਨੂੰ ਲੈ ਕੇ ਅੱਗੇ ਚੱਲ ਰਹੀ ਹੈ। ਇਸ ਬਜਟ ਨੂੰ ਸ਼ਸ਼ੀ ਥਰੂਰ ਹੋਣਾ ਨੇ ਬੜਾ ਵਧੀਆ ਇੱਕ ਉਹਨਾਂ ਨੇ ਬੋਲਿਆ ਸੀਗਾ ਕਿ ਇਹ ਜਿਹੜਾ ਬਜਟ ਹੈ ਉਹ ਬਿਲਕੁਲ ਉਹ ਕਹਿੰਦੇ ਕਿ ਇਹਨੂੰ ਬਜਟ ਨੂੰ ਦੇਖ ਕੇ ਮੈਨੂੰ ਮਕੈਨਿਕ ਜਿਹੜਾ ਗਰਾਜ ਮਕੈਨਿਕ ਉਹਦੀ ਯਾਦ ਆਉਂਦੀ ਆ ਕਿ ਕੋਈ ਉਹਦੇ ਕੋਲ ਆਪਣੀ ਗੱਡੀ ਠੀਕ ਕਰਾਉਣ ਗਿਆ ਔਰ ਉਸ ਗੱਡੀ ਨੂੰ ਉਹ ਠੀਕ ਨਹੀਂ ਕਰ ਸਕਿਆ ਤੇ ਉਹ ਕਹਿੰਦਾ ਕਿ ਬ੍ਰੇਕ ਤੇਰੀ ਮੈਂ ਠੀਕ ਨਹੀਂ ਕਰ ਸਕਦਾ, ਇਸ ਕਰਕੇ ਮੈਂ ਹਾਰਨ ਉੱਚਾ ਲਾਤਾ ਆ। 100 ਸੈਨਿਕ ਸਕੂਲ ਖੋਲ੍ਹਣ ਦੀ ਗੱਲ ਸਾਨੂੰ ਪੋਜ਼ਿਟਿਵ ਲੱਗਦੀ ਆ ਕਿ ਚੰਗੀ ਗੱਲ ਆ ਜੀ, ਪਰ ਜਿਹੜਾ ਅਗਲਾ ਹੀ ਕਲੌਜ਼ ਆ ਉਹ ਕਹਿੰਦਾ ਕਿ ਸੈਨਿਕ ਸਕੂਲ ਖੋਲ੍ਹ ਸਕਦੇ ਆ ਵਿਦ ਦੀ ਹੈਲਪ ਆਫ NGOs। ਮਤਲਬ ਉਹ NGOs ਕਿਹੜੀਆਂ ਹੋਣਗੀਆਂ ਜਿਹੜੀਆਂ? ਹਾਂਜੀ, ਹੁਣ ਆਹੀ ਕੁੰਡੀ ਆ ਕਿ ਉਹ NGO ਕਿਹੜੀਆਂ ਹੋਣਗੀਆਂ ਹੈ ਨਾ। ਉਹ NGOs ਜਿਹੜੀਆਂ ਆ ਉਹ ਬਕਾਇਦਾ, ਕਿਉਂਕਿ ਜਦੋਂ ਤੁਸੀਂ ਪ੍ਰਾਈਵੇਟ ਸੈਕਟਰ ਦੇ ਹੱਥ ਵਿੱਚ ਜਾਂਦੇ ਆ ਤਾਂ ਪ੍ਰਾਈਵੇਟ ਸੈਕਟਰ ਨੇ ਉਹਨਾਂ NGOs ਨੂੰ ਹੀ ਪਹਿਲ ਦੇਣੀ ਆ ਜਿਹੜੀਆਂ ਸਰਕਾਰ ਦੀਆਂ ਆਪਣੀਆਂ ਨੇ। ਪਰ ਇੱਥੇ ਮੈਂ RSS ਦੀ ਗੱਲ ਕਰ ਰਹੀ ਹਾਂ। ਪ੍ਰਤਾਪ ਸਿੰਘ ਬਾਜਵਾ ਹੁਣੀ ਬੋਲ ਰਹੇ ਸੀਗੇ ਕਿ ਸਾਡਾ ਜਿਹੜਾ 8000 ਕਰੋੜ GST ਅਜੇ ਤੱਕ ਉਹਨਾਂ ਸਾਨੂੰ ਪੇ ਨਹੀਂ ਕੀਤਾ ਹੈ ਨਾ। ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਉਹਨਾਂ ਨੇ ਸਾਨੂੰ ਕੱਟ ਕੇ 3% ਤੋਂ 1% ਤੇ ਲੈ ਆਏ ਆ। ਬਿਲਕੁਲ। ਔਰ ਇਹਦੇ ਵਿੱਚ GST ਦੀ ਜਦੋਂ ਆਪਾਂ ਗੱਲ ਕਰਦੇ, ਜਦੋਂ ਲਿਆਂਦਾ ਗਿਆ ਸੀ ਤੇ ਇਹ ਵੀ ਇੱਕ ਗਾਰੰਟੀ ਦਿੱਤੀ ਗਈ ਸੀ ਗਵਰਨਮੈਂਟ ਵੱਲੋਂ ਕਿ ਇੰਨੇ ਸਾਲਾਂ ਦੇ ਲਈ ਅਸੀਂ ਜਿਹੜਾ GST ਹੈ ਤੁਹਾਨੂੰ ਗਾਰੰਟੀਡ ਵਾਪਸ ਕਰਾਂਗੇ। ਤੇ ਇਹ ਉਹੀ ਗਾਰੰਟੀ ਹੈ ਜਿਹੜੀ ਹੁਣ ਉਹ ਦੇ ਰਿਹਾ MSP ਕਰਕੇ ਜਾਂ ਕਿਸਾਨਾਂ ਨੂੰ ਦੇ ਕੇ। ਫਿਰ ਜੇ ਕਿਸਾਨ ਇਹ ਗੱਲ ਕਹਿੰਦੇ ਹੈਗੇ ਆ ਕਿ ਭਾਈ ਅਸੀਂ ਤੁਹਾਡੀ ਗਾਰੰਟੀ ਇਦਾਂ ਕਿੱਦਾਂ ਮੰਨ ਲਈਏ, ਤੇ ਫਿਰ ਉਹਦੇ 'ਚ ਗਲਤ ਕੀ ਹੈ? MSP ਬਾਰੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਇਸ ਪੂਰੇ ਬਜਟ ਦੇ ਵਿੱਚ ਕਿ ਉਹ ਉਹਨਾਂ ਨੂੰ ਵਧਾ ਕੇ ਜਾਂ ਉਹਨਾਂ ਨੂੰ ਕੋਈ ਅਸੀਂ ਗਾਰੰਟੀ ਦਵਾਂਗੇ, ਨਥਿੰਗ ਲਾਈਕ ਦੈਟ। ਮਤਲਬ ਸਰਕਾਰ ਪ੍ਰੈਸ਼ਰ ਨਹੀਂ ਲੈ ਰਹੀ ਹੈਗੀ ਆਪਾਂ ਦੇਖਿਆ ਨਹੀਂ। ਜਿਹੜੀਆਂ ਨੈਸ਼ਨਲ ਹਾਈਵੇਜ਼ ਬਣਾਉਣ ਵਾਸਤੇ ਜਾਂ ਜਿਹੜਾ ਰੋਡ ਕੰਸਟਰਕਸ਼ਨ ਵਾਸਤੇ ਜਿਹੜੇ ਪੈਸੇ ਉਹ ਬਕਾਇਦਾ ਉਹਨਾਂ ਨੂੰ ਹੀ ਦਿੱਤੇ ਆ, ਜਿਵੇਂ ਤਮਿਲਨਾਡੂ ਹੋ ਗਿਆ, ਆਸਾਮ ਹੋ ਗਿਆ, ਵੈਸਟ ਬੰਗਾਲ ਹੋ ਗਿਆ, ਜਿਨ੍ਹਾਂ ਦੇ ਕੋਲੋਂ ਜਿੱਥੇ ਹੁਣ ਇਲੈਕਸ਼ਨਸ ਆ ਰਹੀਆਂ ਆ। ਠੀਕ ਆ, ਉਹ ਉਹਨਾਂ ਨੂੰ ਹੀ ਪੈਸੇ ਦੇ ਰਹੇ ਆ। ਮਤਲਬ ਜਿੱਦਾਂ ਪਹਿਲਾਂ ਬਿਹਾਰ ਦੇ ਵਿੱਚ ਜਦੋਂ ਇਲੈਕਸ਼ਨ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਵੈਕਸੀਨੇਸ਼ਨ ਜਿਹੜੀ ਆ ਫ੍ਰੀ ਹੋਊਗੀ ਸਾਰਿਆਂ ਨੂੰ। ਜੀ ਉਸ ਤਰੀਕੇ ਨਾਲ। ਜਲ ਜੀਵਨ ਮਿਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਘਰ ਤੱਕ ਪਾਣੀ, ਵੈਸੇ ਇਹ ਆਪਣੇ ਆਪ 'ਚ ਇੱਕ ਆਕਸੀਮੋਰੋਨ ਲੱਗਦਾ ਆ ਕਿ ਜਿੱਥੇ ਪਾਣੀ ਆਲਰੇਡੀ ਮਿਲ ਰਿਹਾ ਆ, ਜਿੱਥੇ ਕਿਸਾਨ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਪਾਣੀ ਕੱਟ ਰਹੇ ਆ, ਤੇ ਪਰ ਇੰਜ ਕਹਿ ਰਹੇ ਆ ਕਿ ਆਪਾਂ ਹਰ ਇੱਕ ਜਗ੍ਹਾ ਦੇ ਉੱਤੇ ਪਾਣੀ ਪਹੁੰਚਾਉਣਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਪਹਿਲਾਂ ਪਿਛਲੇ ਵੀਕ ਜਿਹੜਾ ਪ੍ਰੋਗਰਾਮ ਕੀਤਾ ਸੀ ਉਸ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਭਾਰਤ ਦਾ ਜਿਹੜਾ ਹੈਗਾ ਬਜਟ ਇਸ ਸਾਲ ਵਾਲਾ ਪੇਸ਼ ਹੋਣ ਵਾਲਾ ਹੈ, ਔਰ ਉਸ ਦੇ ਵਿੱਚ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕਿਤੇ ਆਮ ਲੋਕਾਂ ਦੇ ਹੱਕ ਦੇ ਵਿੱਚ ਬਹੁਤੀ ਗੱਲ ਨਾ ਹੋਈ ਤੇ ਕਿਤੇ ਇਹ ਨਾ ਹੋਵੇ ਕਿ ਕਿਸਾਨਾਂ ਦੇ ਨਾਲ ਉਹ ਵੀ ਕਿਤੇ ਮੋਰਚੇ ਦੀ ਮਦਦ ਦੇ ਵਿੱਚ ਨਾ ਆਵੇ। ਤਾਂ ਇਸ ਕਰਕੇ ਦਰਸ਼ਕਾਂ ਦੀ ਮੰਗ ਦੇ ਉੱਤੇ ਜਿਹੜਾ ਹੈ ਕਿ ਕੀ ਹੈ ਭਾਰਤ ਦਾ ਬਜਟ, ਉਹਦੇ ਵਿਸ਼ੇ 'ਤੇ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ, ਡਿਸਕਸ਼ਨ ਕਰਨੀ ਹੈ ਕਿ ਕਿਹੜੇ ਪਹਿਲੂਆਂ ਨੂੰ ਉੱਤੇ ਵਿੱਚ ਮੁੱਖ ਰੱਖਿਆ ਗਿਆ ਹੈ। ਇਸੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਿੱਖ ਸਕਾਲਰ ਬੀਬੀ ਕਿਰਨਪ੍ਰੀਤ ਕੌਰ ਜੀ ਆ, ਉਹਨਾਂ ਦਾ ਸਵਾਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਕਿ ਭੈਣ ਜੀ ਆਪਾਂ ਦੇਖਿਆ ਹੀ ਹੈ ਕਿ ਪਿਛਲੀ ਜਿਹੜਾ ਬਜਟ ਦਾ ਜਿਹੜਾ ਸੈਸ਼ਨ ਹੈਗਾ, ਭਾਵੇਂ ਕਿ ਜਿਹੜਾ ਸੀਤ ਰੁੱਤ ਵਾਲਾ ਜਿਹੜਾ ਸੈਸ਼ਨ ਸੀ ਉਹ ਤਾਂ ਇਹਨਾਂ ਨੇ ਮਿਸ ਕਰਤਾ ਕਰੋਨਾ ਕਰਕੇ, ਪਰ ਇਹਨੂੰ ਮਿਸ ਨਹੀਂ ਸੀ ਕੀਤਾ ਜਾ ਸਕਦਾ। ਤੇ ਉਹਦੇ ਕਰਕੇ ਸਰਕਾਰ ਜਿਹੜੀ ਹੈ ਉਹਨੂੰ ਇਹ ਵੀ ਟੈਨਸ਼ਨ ਸੀ ਕਿ ਕਿਤੇ ਇਹ ਨਾ ਹੋਵੇ ਬਹੁਤ ਜ਼ਿਆਦਾ ਹੋਵੇ, ਤੇ ਫਿਰ ਆ ਜੋ 26 ਜਨਵਰੀ ਵਾਲਾ ਸਾਰਾ ਉਹਨੂੰ ਆਪਾਂ ਕਹਿ ਲਈ ਕਿ ਕਿਸੇ ਤਰੀਕੇ ਨਾਲ ਟਰੈਪਿੰਗ ਜਾਂ ਘੇਰਾਬੰਦੀ ਕੀਤੀ ਗਈ ਕਿ ਇਹਦਾ ਜਿਹੜਾ ਪ੍ਰਕੋਪ ਹੈ ਉਸਨੂੰ ਥੋੜ੍ਹਾ ਜਿਹਾ ਘਟਾਇਆ ਜਾ ਸਕੇ। ਤੇ ਹੁਣ ਬਜਟ ਪੇਸ਼ ਹੋਇਆ ਹੈ। ਜੇ ਆਪਾਂ ਓਵਰਵਿਊ ਦੀ ਗੱਲ ਕਰੀਏ, ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੈਗੇ ਆ ਬਜਟ ਦੇ ਇਸ ਓਵਰਵਿਊ ਨੂੰ? ਜਿਹੜਾ ਬਜਟ ਆਇਆ ਨਾ ਇੱਕ ਤਾਂ ਇਹਨੂੰ ਬੜਾ ਕਲੀਅਰ ਸਮਝ ਲਿਆ ਜਾਵੇ ਕਿ ਜਿਹੜਾ ਬਜਟ ਹੈ ਉਹਦੇ ਵਿੱਚ ਕਾਮਨ ਮੈਨ ਜਾਂ ਜਿਹੜਾ ਮਿਡਲ ਕਲਾਸ ਆ ਉਹਦੇ ਵਾਸਤੇ ਕੁਝ ਨਹੀਂ ਹੈਗਾ ਜੀ। ਇਸ ਬਜਟ ਨੂੰ ਸ਼ਸ਼ੀ ਥਰੂਰ ਹੋਣਾ ਨੇ ਬੜਾ ਵਧੀਆ ਇੱਕ ਉਹਨਾਂ ਨੇ ਬੋਲਿਆ ਸੀਗਾ ਕਿ ਇਹ ਜਿਹੜਾ ਬਜਟ ਹੈ ਉਹ ਬਿਲਕੁਲ ਉਹ ਕਹਿੰਦੇ ਕਿ ਇਹਨੂੰ ਬਜਟ ਨੂੰ ਦੇਖ ਕੇ ਮੈਨੂੰ ਮਕੈਨਿਕ ਜਿਹੜਾ ਗਰਾਜ ਮਕੈਨਿਕ ਉਹਦੀ ਯਾਦ ਆਉਂਦੀ ਆ ਕਿ ਕੋਈ ਉਹਦੇ ਕੋਲ ਆਪਣੀ ਗੱਡੀ ਠੀਕ ਕਰਾਉਣ ਗਿਆ ਔਰ ਉਸ ਗੱਡੀ ਨੂੰ ਉਹ ਠੀਕ ਨਹੀਂ ਕਰ ਸਕਿਆ ਤੇ ਉਹ ਕਹਿੰਦਾ ਕਿ ਬ੍ਰੇਕ ਤੇਰੀ ਮੈਂ ਠੀਕ ਨਹੀਂ ਕਰ ਸਕਦਾ, ਇਸ ਕਰਕੇ ਮੈਂ ਹਾਰਨ ਉੱਚਾ ਲਾਤਾ ਆ। ਤੇ ਉਹ ਕਹਿੰਦੇ ਕਿ ਮੈਨੂੰ ਬਿਲਕੁਲ ਜਿਹੜਾ ਇਹ ਬਜਟ ਹੈ ਉਹ ਇਸੇ ਤਰੀਕੇ ਦਾ ਲੱਗ ਰਿਹਾ ਕਿ ਅਸੀਂ ਹੋਰ ਕਿਸੇ ਤਰੀਕੇ ਨਾਲ ਦੇਸ਼ ਨੂੰ ਮੈਂਡ ਨਹੀਂ ਕਰ ਸਕਦੇ ਜਿਸ ਤਰੀਕੇ ਨਾਲ ਇਹ ਡਾਊਨਫਾਲ 'ਚ ਜਾ ਰਿਹਾ ਜੀ। ਤੇ ਇਸ ਕਰਕੇ ਅਸੀਂ ਇਹਨੂੰ ਜਿਹੜਾ ਚੀਜ਼ਾਂ ਵੇਚਣੀਆਂ ਲਾ ਦਿੱਤੀਆਂ ਆ ਹੁਣ, ਹੈ ਨਾ। ਤਾਂ ਇਹ ਬਹੁਤਾ ਜਿਹੜਾ ਬਜਟ ਆ ਉਹ ਵੇਚਣ ਵਾਸਤੇ ਹੀ ਹੈ
ਬਜਾਏ ਦੇ ਕਿ ਕੋਈ ਹੋਰ ਤਰ੍ਹਾਂ ਦੀਆਂ ਇੰਪਰੂਵਮੈਂਟਸ ਕਰਨ ਦੀ। ਮਤਲਬ ਜਿਹੜੀ ਮਨੀ ਇੰਜੈਕਟ ਹੈ ਸਰਕਾਰ ਉਹ ਕਰਨਾ ਚਾਹੁੰਦੀ ਹੈ, ਪਰ ਉਹ ਆਪਣਾ ਸਮਾਨ ਵੇਚ ਕੇ ਕਰਨਾ ਚਾਹੁੰਦੀ, ਜੇ ਆਪਾਂ ਕਹਿ ਉਹ ਲਈਏ। ਆਪਣੀ ਉਹ ਡਿਸਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਉਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ। ਜੀ। ਖੈਰ ਇਹਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਹੈਗੀਆਂ ਬਜਟ ਦੇ ਵਿੱਚ, ਇਹ ਨਹੀਂ ਹੈ ਕਿ ਸਾਰਾ ਹੀ ਨੈਗੇਟਿਵ ਆ। ਔਰ ਜਦੋਂ ਆਪਾਂ ਨੈਗੇਟਿਵ ਦੇਖਦੇ ਹਾਂ ਤੇ ਨਾਲ ਪੋਜ਼ਿਟਿਵ ਵੀ ਦੇਖ ਲੈਣਾ ਚਾਹੀਦਾ ਆ। ਜੀ ਜੀ ਜੇ ਇੱਕ ਓਵਰਵਿਊ ਜੇ ਮੈਂ ਦੇਣਾ ਹੋਵੇ ਤਾਂ ਜਿਹੜੀਆਂ ਪੋਜ਼ਿਟਿਵ ਗੱਲਾਂ ਆ, ਇੱਕ ਤਾਂ ਇਹਨਾਂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਉੱਤੇ ਕਿ ਬਹੁਤ ਵੱਡਾ ਅਮਾਉਂਟ ਜਿਹੜਾ ਦਿੱਤਾ ਆ। ਜੀ। ਉਹਦਾ ਕਾਰਨ ਥੋੜਾ ਕਰੋਨਾ ਦੇ ਕਰਕੇ, ਜਿਹੜਾ ਕੋਵਿਡ ਦੇ ਕਰਕੇ ਵੀ ਜਿਹੜਾ ਕਾਫੀ ਸਰਕਾਰਾਂ ਦੀ ਜਿਹੜੀ ਆ ਹੋਸ਼ ਆਈ ਆ, ਉਹਨਾਂ ਨੂੰ ਨੀਂਦ ਚੋਂ ਖੁੱਲੀਆਂ ਨੇ ਕਿ ਕਦੀ ਕੋਈ ਵੀ ਜਿਹੜੀ ਐਮਰਜੈਂਸੀ ਪੈ ਸਕਦੀ ਆ। ਜੀ। ਖੈਰ ਪਰ ਜਿਹੜਾ ਉਹਦੇ ਵਿੱਚ ਵੀ ਜਿਹੜੇ ਪੈਸੇ ਦਿੱਤੇ ਗਏ ਆ ਨਾ, ਉਹਦੇ ਵਿੱਚੋਂ ਇੱਕ ਵੱਡਾ ਜਿਹੜਾ ਚੰਕ ਆ ਉਹ ਕੋਵਿਡ ਵੈਕਸੀਨ ਵੱਲ ਚਲਾ ਜਾਣਾ ਆ। ਠੀਕ ਹੈ। ਤਾਂ ਇਹ ਨਹੀਂ ਆ ਕਿ ਹਰ ਸਾਲ ਇਹਨੂੰ ਰੀਨਿਊ ਕੀਤਾ ਜਾਊਗਾ, ਬਟ ਇਸ ਸਾਲ ਵਾਸਤੇ ਕੋਵਿਡ ਲਈ, ਲੇਕਿਨ ਫਿਰ ਵੀ ਜਿੰਨਾ ਵੀ ਉਹਨਾਂ ਨੇ ਦਿੱਤਾ ਨੈਸ਼ਨਲ ਹੈਲਥ ਮਿਸ਼ਨ ਵਾਸਤੇ ਉਹ ਇੱਕ ਸ਼ਲਾਘਾਯੋਗ ਜਿਹੜੀ ਗੱਲ ਹੈਗੀ ਆ। ਠੀਕ ਹੈ। ਦੂਸਰੀ ਗੱਲ ਜਿਹੜੀ ਉਹਨਾਂ ਨੇ ਜਿਹੜੀ ਵਧੀਆ ਦਿੱਤੀ ਆ, ਦੈਟ ਇਜ਼ ਜਲ ਜੀਵਨ ਮਿਸ਼ਨ। ਜਲ ਜੀਵਨ ਮਿਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਘਰ ਤੱਕ ਪਾਣੀ, ਵੈਸੇ ਇਹ ਆਪਣੇ ਆਪ 'ਚ ਇੱਕ ਆਕਸੀਮੋਰੋਨ ਲੱਗਦਾ ਆ ਕਿ ਜਿੱਥੇ ਪਾਣੀ ਆਲਰੇਡੀ ਮਿਲ ਰਿਹਾ ਆ, ਜਿੱਥੇ ਕਿਸਾਨ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਪਾਣੀ ਕੱਟ ਰਹੇ ਆ, ਤੇ ਪਰ ਇੰਜ ਕਹਿ ਰਹੇ ਆ ਕਿ ਆਪਾਂ ਹਰ ਇੱਕ ਜਗ੍ਹਾ ਦੇ ਉੱਤੇ ਪਾਣੀ ਪਹੁੰਚਾਉਣਾ ਆ। ਤੇ ਉਹ ਪਾਣੀ ਪਹੁੰਚਾਉਣ ਲਈ ਉਹਨਾਂ ਨੇ 2.87 ਲੱਖ ਕਰੋੜ ਦਾ ਜਿਹੜਾ ਬਜਟ ਆ ਉਹ ਰੱਖਿਆ ਆ। ਠੀਕ ਹੈ। ਹੁਣ ਇਹ ਕਿੰਨਾ ਕਰਦੇ ਆ ਉਹ ਪ੍ਰੈਕਟੀਕੈਲਿਟੀ ਬਾਅਦ ਦੇ ਵਿੱਚ ਸਾਹਮਣੇ ਆਊਗੀ, ਇਹ ਤਾਂ ਹਜੇ ਐਸਟੀਮੇਟਡ ਹੁੰਦੀਆਂ ਗੱਲਾਂ ਸਾਰੀਆਂ। ਤੀਸਰੀ ਜਿਹੜਾ ਦੇਖਣ ਨੂੰ ਚੰਗੀ ਲੱਗਦੀ ਆ, ਫਿਰ ਮੈਂ ਗੱਲ ਬਾਰ-ਬਾਰ ਕਹਿ ਰਹੀ ਕਿ ਪ੍ਰੈਕਟੀਕਲ ਕੀ ਹੋਊਗਾ ਉਹ ਬਾਅਦ ਦੀ ਗੱਲ ਹੈ ਜੀ, ਪਰ ਉਹ ਹੈਗਾ ਮਿਸ਼ਨ ਪੋਸ਼ਣ। ਮਿਸ਼ਨ ਪੋਸ਼ਣ ਦੇ ਵਿੱਚ ਉਹਨਾਂ ਨੇ ਜਿਹੜੇ ਜਿਨ੍ਹਾਂ ਦੇ ਕੋਲ ਨਿਊਟ੍ਰੀਸ਼ਨਲ ਵੈਲਿਊਜ਼ ਤੱਕ ਦਾ ਫੂਡ ਨਹੀਂ ਪਹੁੰਚਦਾ ਹੈ ਨਾ, ਉਹਨਾਂ ਨੂੰ ਵੀ ਉਹ ਉੱਥੋਂ ਤੱਕ ਜਿਹੜੀ ਰੋਟੀ ਆ ਜਾਂ ਉਹਨਾਂ ਤੱਕ ਪਹੁੰਚਾਉਣ ਦਾ ਉਹ ਇੱਕ ਵੱਡਾ ਸਮ ਜਿਹੜਾ ਉਹਨਾਂ ਨੂੰ ਵੀ ਦਿੱਤਾ। ਇਹ ਵੀ ਇੱਕ ਚੰਗੀ ਗੱਲ ਆ, ਕਿਉਂਕਿ ਜਿਸ ਤਰੀਕੇ ਦਾ ਇੰਡੀਆ ਹਜੇ ਅੰਡਰ ਡਿਵੈਲਪਡ ਕੰਟਰੀ ਆ, ਹੈ ਨਾ, ਇਟ ਇਜ਼ ਅ ਡਿਵੈਲਪਿੰਗ ਕੰਟਰੀ, ਤੇ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ, ਤੇ ਜੇ ਵਾਕਈ ਸਰਕਾਰ ਇਹਨੂੰ ਪ੍ਰੈਕਟੀਕਲ ਲੈਵਲ ਦੇ ਉੱਤੇ ਲੈ ਕੇ ਆ ਕੇ ਇੰਪਲੀਮੈਂਟ ਕਰ ਦਿੰਦੀ ਆ ਤੇ ਨਥਿੰਗ ਲਾਈਕ ਦੈਟ, ਇਸ ਕਰਕੇ ਇਹ ਵੀ ਇੱਕ ਚੰਗੀ ਗੱਲ ਆ। ਚੌਥਾ ਜਿਹੜਾ ਹੈਗਾ ਉਹ ਅਰਬਨ ਸਵੱਛ ਭਾਰਤ ਮਿਸ਼ਨ ਜਿਹੜਾ ਹੈਗਾ, ਉਹਦੇ ਉੱਤੇ ਉਹ ਪਿਛਲੇ ਸਾਲ ਵੀ ਸੀਗਾ, ਇਸ ਸਾਲ ਵੀ ਹੈ, ਤਾਂ ਇਹਦੇ ਵਿੱਚ ਇੰਨੀ ਕੋਈ ਹੈ ਨਹੀਂ। ਇੱਕ ਉਹਨਾਂ ਨੇ ਵਲੰਟਰੀ ਵਹੀਕਲ ਸਕ੍ਰੈਪਿੰਗ ਪਾਲਿਸੀ ਦਾ ਜ਼ਿਕਰ ਕੀਤਾ ਆ ਜੀ, ਜਿਹਦੇ ਵਿੱਚ ਉਹਨਾਂ ਨੇ ਪੈਸੇਂਜਰ ਵਹੀਕਲ ਜਿਹੜੇ ਆ ਉਹ 15 ਸਾਲ ਦੀ ਉਮਰ, ਤੇ ਜਿਹੜੇ ਦੂਸਰੇ ਆ ਆਪਣੇ ਨਿੱਜੀ ਉਹ 20 ਸਾਲ ਦੀ ਉਮਰ ਵਾਲੇ ਹੋਣ, ਤੇ ਉਹਨਾਂ ਨੇ ਕਿਹਾ ਕਿ ਵਲੰਟਰੀਲੀ ਸਕ੍ਰੈਪ ਕਰ ਦਿੱਤਾ ਜਾਵੇ। ਠੀਕ ਹੈ। ਹੁਣ ਉਹਦੇ ਤੋਂ ਜਿਹੜੀ ਸਰਕਾਰ ਆ ਉਹ ਪੈਸੇ ਵੀ ਕਮਾਉਣ ਬਾਰੇ ਸੋਚ ਰਹੀ ਆ, ਕਿਉਂਕਿ ਜਦੋਂ ਤੁਸੀਂ ਸਕ੍ਰੈਪ ਕਰੋਗੇ ਤੇ ਉਹ ਜਿਹੜਾ ਪਾਰਟਸ ਆ, ਜਿਹੜਾ ਲੋਹਾ ਆ, ਉਹਨੂੰ ਫਿਰ ਕਿਸੇ ਹੋਰ ਕੰਪਨੀਜ਼ ਨੂੰ ਦਿੱਤਾ ਜਾ ਸਕਦਾ, ਤਾਂ ਕਿ ਉਹਨੂੰ ਗਲਾ ਕੇ ਜਿਸ ਤਰੀਕੇ ਨਾਲ ਵੀ ਉਹ ਹੋਰ ਆਟੋਮੋਬਾਈਲਸ ਬਣਾ ਸਕਦੇ ਆ, ਹੈ ਨਾ। ਤੇ ਇਹਦੇ ਨਾਲ ਇੱਕ ਤਾਂ ਇਹ ਹੋਊਗਾ ਕਿ ਕਿਉਂਕਿ ਬਹੁਤ ਸਾਰੀ ਜਿਹੜੀ ਇੱਕ ਬਹੁਤ ਵੱਡਾ ਚੰਕ ਜਿਹੜਾ ਹੈਗਾ ਆ ਉਹ ਆਟੋਮੋਬਾਈਲਸ ਦਾ ਸਾਈਡ ਤੇ ਹੋ ਜਾਊਗਾ, ਤੇ ਉਹਨਾਂ ਨੂੰ ਦੁਬਾਰਾ ਬਣਾਉਣ ਲਈ, ਦੁਬਾਰਾ ਸੜਕ ਤੇ ਉਤਾਰਨ ਲਈ तो एक तरह नाल जेड़ा ऑटोमोबाइल इंडस्ट्री है ना उन्हें पुश मिल जूगी। पर हुण सवाल ये है कि वो पैसा आना कित्थों आ, क्योंकि इस टाइम ते जो जीडीपी दे हालात ने, रवीश कुमार इनू माइनस जीडीपी कह रहे ने, तो इस टाइम ते जो हालात ने मैनू नहीं समझ आउंदी कि क्योंकि एक आम इंसान जेड़ा आ वो उन्ने पैसे अफोर्ड कर सकूगा कि नवा ऑटोमोबाइल खरीद ले ਜਾਂ ਉਹਨਾਂ ਨੂੰ ਕੋਈ ਇਦਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ ਕਿ ਇਦਾਂ ਖਰੀਦਿਆ ਜਾਊਗਾ ਜਾਂ ਨਹੀਂ। ਸੋ ਇਹ ਹਜੇ ਜਿਹੜੀ ਹੈਗੀ ਕਿਉਂਕਿ ਉਹਨਾਂ ਪਾਲਿਸੀ ਕਲੀਅਰ ਨਹੀਂ ਕੀਤੀ ਕਿ ਉਹ ਕੀ ਕਰਨਾ ਚਾਹ ਰਹੇ ਆ ਇਸ ਪਾਲਿਸੀ ਨਾਲ, ਬਟ ਸਟਿਲ ਇਨਵਾਇਰਨਮੈਂਟ ਦੇ ਪੱਖੋਂ ਮੈਂ ਇਹਨੂੰ ਇੱਕ ਵੈਲਕਮਿੰਗ ਸਟੈਪ ਮੰਨਦੀ ਹਾਂ, ਕਿਉਂਕਿ ਜਿਹੜੀਆਂ ਬਹੁਤ ਪੁਰਾਣੀਆਂ ਗੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਇਨਵਾਇਰਨਮੈਂਟਲ ਇਸ਼ੂਜ਼ ਹੁੰਦੇ ਆ, ਪੋਲਿਊਸ਼ਨ ਦੇ ਇਸ਼ੂਜ਼ ਹੁੰਦੇ ਆ। ਇੱਕ ਜਿਹੜੀ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਹ ਪਹਿਲੀ ਵਾਰੀ ਹੋਇਆ ਜੀ, ਉਹ ਉਹਨੂੰ ਐਸਟੈਬਲਿਸ਼ ਕਰਨ ਦੀ ਗੱਲ ਕਰ ਰਹੇ ਆ ਕਿ ਉਹ ਜਿਹੜੀਆਂ ਉਹ ਕੀ ਆ ਕਿ ਗ੍ਰੀਨਫੀਲਡ ਪ੍ਰੋਜੈਕਟ ਹੁੰਦੇ ਜਿਹੜੇ ਸਕ੍ਰੈਚ ਤੋਂ ਸ਼ੁਰੂ ਕਰਨੇ ਹੋਣ, ਤੇ ਉਹਨਾਂ ਨੂੰ ਉਹ ਪ੍ਰੋਜੈਕਟਸ ਨੂੰ ਸ਼ੁਰੂ ਕਰਨ ਦੇ ਵਿੱਚ, ਉਹਨਾਂ ਨੂੰ ਬਿਲਡ ਕਰਨ ਦੇ ਵਿੱਚ ਇਹ ਜਿਹੜੀ ਇੰਸਟੀਟਿਊਸ਼ਨ ਆ ਉਹ ਹੈਲਪ ਕਰੂਗੀ। ਹੁਣ ਇਹ ਜਿਹੜੀ ਇੰਸਟੀਟਿਊਸ਼ਨ ਹੈ ਇਹਨੂੰ ਮੈਂ ਦੋਵੇਂ ਤਰੀਕਿਆਂ ਨਾਲ ਦੇਖਦੀ ਹਾਂ, ਪੋਜ਼ਿਟਿਵ ਵੀ ਤੇ ਨੈਗੇਟਿਵ ਵੀ। ਪੋਜ਼ਿਟਿਵ ਇਸ ਤਰੀਕੇ ਨਾਲ ਕਿ ਇਹ ਇੱਕ ਤਰ੍ਹਾਂ ਨਾਲ ਫਾਈਨੈਂਸਿਸ ਨੂੰ ਮੈਨੇਜਮੈਂਟ ਕਰਨ ਦਾ ਇੱਕ ਸਿਸਟਮ ਬਣ ਜਾਊਗਾ ਜੀ, ਪਰ ਰਿਸਕ ਇਹ ਆ ਕਿ ਕਿਤੇ ਇਹਦੇ ਵਿੱਚ ਵੀ ਅੰਬਾਨੀ, ਅਡਾਨੀ, ਮਤਲਬ ਉਹਨਾਂ ਦਾ ਸ਼ੇਅਰ ਨਾ ਹੋ ਜਾਏ ਸਾਰਾ, ਇਹਦੇ ਵਿੱਚ ਵੀ ਆ ਜਾਣ, ਉਹਦੇ ਵਿੱਚ ਉਹ ਵੀ ਆ ਜਾਣ, ਕਿਉਂਕਿ ਇਹ ਸਾਰੀ ਸਰਕਾਰ ਦੇ ਹੱਥ 'ਚ ਆ ਕਿ ਉਹ ਕਿਹਨੂੰ ਕੀ ਦਿੰਦੇ ਆ, ਹਨਾ। ਸੋ ਇਹ ਬੜਾ ਉਹ ਐਜ ਆਫ ਦੀ ਸੌਰਡ ਆ ਕਿ ਤੁਸੀਂ ਇੱਧਰ ਵੀ ਹੋ ਸਕਦੇ, ਇੱਧਰ ਵੀ ਹੋ ਸਕਦੇ ਆ।
ਇੱਕ ਜਿਹੜੀ ਬੜੀ ਵਧੀਆ ਸਕੀਮ ਮੈਨੂੰ ਲੱਗੀ ਉਹ ਹੈਗੀ ਆ PLI ਸਕੀਮ, ਦੈਟ ਇਜ਼ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ। ਉਹਦੇ ਵਿੱਚ ਜਿਹੜੇ ਸ਼ਾਰਟ ਸਕੇਲ ਇੰਡਸਟਰੀਜ਼ ਵੀ ਹੈਗੀਆਂ ਨਾ, ਉਹਨਾਂ ਨੂੰ ਵੀ ਬੂਸਟ ਕਰਨ ਦੀ ਇੱਕ ਗੱਲ ਕੀਤੀ ਗਈ ਆ। ਜੇ ਪ੍ਰੋਡਕਸ਼ਨ ਬੇਸਡ ਇਨਸੈਂਟਿਵ ਕਿੱਦਾਂ ਹੋਣਗੇ ਕਿ ਜੋ ਪ੍ਰੋਡਿਊਸ ਜਿਸ ਦੀ ਜ਼ਿਆਦਾ ਪ੍ਰੋਡਕਸ਼ਨ ਆ ਉਹਦੇ ਬੇਸ ਉੱਤੇ ਉਹਨੂੰ ਕੁਝ ਇਨਸੈਂਟਿਵਸ ਮੇ ਬੀ ਟੈਕਸ ਦੇ ਵਿੱਚੋਂ ਰਿਬੇਟ ਮਿਲ ਜੂਗੀ ਜਾਂ ਕਿਸੇ ਤਰੀਕੇ ਨਾਲ ਵੀ ਇਨਸੈਂਟਿਵ ਦਿੱਤੇ ਜਾਣਗੇ। ਤਾਂ ਜਿਹੜੀ ਸਮਾਲ ਸਕੇਲ ਇੰਡਸਟਰੀ ਆ ਇਹ ਉਹਦੇ ਵਾਸਤੇ ਬੜਾ ਬੈਨੀਫੀਸ਼ੀਅਲ ਹੋ ਸਕਦਾ ਆ। ਜੀ ਪਰ ਇਹ ਵੀ ਇੰਡਸਟਰੀ ਦਾ ਹੀ ਆ, ਇਹਦੇ ਨਾਲ ਆਮ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ, ਮਤਲਬ ਆਮ ਬੰਦੇ ਲਈ ਇਹਨਾਂ ਕੁਝ ਦੇਖਣ ਨੂੰ ਨਹੀਂ ਮਿਲਿਆ। ਸੈਲਰੀਡ ਬੰਦੇ ਵਾਸਤੇ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ। ਆਖਰੀ ਜਿਹੜੀ ਚੀਜ਼ ਆ ਜੋ ਪੋਜ਼ਿਟਿਵ ਹੈ, ਅਗੇਨ ਡਿਪੈਂਡਿੰਗ ਕਿ ਉਹ ਇੰਪਲੀਮੈਂਟ ਕਿੰਨੀ ਕੁ ਹੁੰਦੀ ਆ, ਉਹ ਹੈਗੀਆਂ ਜਿਹੜੀਆਂ ਇਹਨਾਂ ਨੇ 7 ਟੈਕਸਟਾਈਲ ਪਾਰਕਸ ਦਾ ਇੱਕ ਗੱਲ ਕੀਤੀ ਆ ਕਿ ਸਕੀਮ ਆਫ ਜਿਹੜੀ ਮੈਗਾ ਇਨਵੈਸਟਮੈਂਟ ਟੈਕਸਟਾਈਲ ਪਾਰਕਸ ਦੇ ਅੰਡਰ 7 ਟੈਕਸਟਾਈਲ ਪਾਰਕਸ ਖੁੱਲਣ ਦੀ ਗੱਲ ਕੀਤੀ ਆ ਸਰਕਾਰ ਨੇ, ਜਿਨ੍ਹਾਂ ਵਿੱਚੋਂ ਪੰਜਾਬ ਵੀ ਇੱਕ ਆ। ਹੁਣ ਇੱਥੇ ਮੈਂ ਥੋੜਾ ਜਿਹਾ ਦੱਸਦਾ ਕਿ ਜਿਹੜੀ ਧਾਰੀਵਾਲ ਦੀ ਜਿਹੜੀ ਕੱਪੜਾ ਮਿਲ ਹੈ ਉਹ ਆਈ ਥਿੰਕ ਕਿ ਬੜਾ ਇੱਕ ਹੈਰੀਟੇਜ ਪੁਆਇੰਟ ਵੀ ਹੈਗਾ, ਕਿਉਂਕਿ 137 ਸਾਲ ਪੁਰਾਣੀ ਉਹ ਹੈਗੀ ਆ। ਬਿਲਕੁਲ। ਤੇ ਉਹਦੇ ਵਾਸਤੇ ਅੱਜ ਤੱਕ ਜਿਹੜਾ ਬਹੁਤ ਸਾਰੀ ਜਦੋਜਹਿਦ ਹੁੰਦੀ ਰਹੀ ਆ। ਮੈਨੂੰ ਪਤਾ ਕਿ ਮੇਰੇ ਬਹੁਤ ਕਰੀਬੀ ਨੇ ਨੀਰਜ ਮਹਾਜਨ, ਉੱਥੇ ਉਹਨਾਂ ਨੇ ਬਹੁਤ ਵਾਰੀ ਉੱਥੇ ਬਕਾਇਦਾ ਆਮ ਲੋਕਾਂ ਦੇ ਨਾਲ ਲੱਗ ਕੇ ਉਹਨਾਂ ਦੀਆਂ ਜਿਹੜੀਆਂ ਸੈਲਰੀਜ਼ ਆ ਉਹ ਰਿਲੀਜ਼ ਕਰਵਾਈਆਂ ਆ ਬੜੀ ਜਦੋਜਹਿਦ ਦੇ ਨਾਲ। ਤੇ ਜੇ ਇਹ ਗੱਲ ਹੋ ਜਾਂਦੀ ਆ ਤਾਂ ਮੈਨੂੰ ਲੱਗਦਾ ਟੈਕਸਟਾਈਲ ਪਾਰਕ ਐਸਟੈਬਲਿਸ਼ ਕਰਨ ਦੇ ਨਾਲ ਜਿਹੜੀਆਂ ਆਲਰੇਡੀ ਟੈਕਸਟਾਈਲਸ ਇੰਡਸਟਰੀਜ਼ ਹੈਗੀਆਂ ਉੱਥੇ, ਉਹਨਾਂ ਨੂੰ ਵੀ ਜੇ ਉਹਨਾਂ ਨੂੰ ਬੂਸਟ ਹੋ ਜੇ ਤੇ ਇਹਦੇ ਵਰਗੀ ਕੋਈ ਗੱਲ ਨਹੀਂ ਹੈਗੀ। ਪਰ ਇਹ ਪਤਾ ਲੱਗੂਗਾ ਕਿ ਸਰਕਾਰ ਦੀ ਨੀਤ ਕਿੰਨੀ ਕੁ ਸਾਫ਼ ਹੈ ਜਦੋਂ ਇਹ ਇੰਪਲੀਮੈਂਟ ਹੋਊਗਾ, ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਟੈਕਸਟਾਈਲ ਦਾ ਮਾਹਰ ਹੁੰਦਾ ਸੀ ਕਿਸੇ ਟਾਈਮ ਦੇ ਉੱਤੇ। ਅੱਜ ਜੇ ਤੁਸੀਂ ਪਟਿਆਲਾ ਚਲੇ ਜਾਓ ਜਾਂ ਅੰਬਾਲਾ ਚਲੇ ਜਾਓ ਤੇ ਉੱਥੋਂ ਪੁੱਛੋ ਉਹਨਾਂ ਨੂੰ, ਤੇ ਉਹਨਾਂ ਦਾ ਜਿੰਨਾ ਵੀ ਕੱਪੜਾ, ਸਾਡੇ ਜਿਹੜੇ ਬੀਬੀਆਂ ਦੇ ਸੂਟ ਹੁੰਦੇ ਸੀਗੇ ਉਹ ਪੰਜਾਬ ਦੇ ਵਿੱਚ ਬਣਦੇ ਹੁੰਦੇ ਸੀ, ਉਹ ਅੱਜ ਜੇ ਤੁਸੀਂ ਪੁੱਛੋ ਤੇ ਗੁਜਰਾਤ ਤੋਂ ਬਣ ਕੇ ਆ ਰਹੇ ਆ। ਗੁਜਰਾਤ ਵਾਲੇ ਜਿਹੜੇ ਉਹ ਬ੍ਰੋਕੇਡ ਦੇ ਸੂਟ ਨਹੀਂ ਪਾਉਂਦੇ, ਬ੍ਰੋਕੇਡ ਸਿਰਫ ਪੰਜਾਬੀ ਜ਼ਿਆਦਾ ਪਾਉਂਦੇ ਆ ਜਾਂ ਸਾੜੀਆਂ ਵਿੱਚ ਮਾੜਾ ਮੋਟਾ ਕਿਤੇ ਯੂਜ਼ ਹੁੰਦਾ, ਬਟ ਉਹ ਸਾਰਾ ਟੈਕਸਟਾਈਲ ਜਿਹੜਾ ਸਾਨੂੰ ਗੁਜਰਾਤ ਚੋਂ ਬਣ ਕੇ ਆ ਰਿਹਾ ਆ। ਸੋ ਜਿਹੜੀ ਇਹ ਟੈਕਸਟਾਈਲ ਪਾਰਕਸ ਵਾਲਾ ਆਈਡੀਆ ਹੈ ਤਾਂ ਪੋਜ਼ਿਟਿਵ, ਪਰ ਡਿਪੈਂਡ ਕਰੂਗਾ ਇੰਪਲੀਮੈਂਟ ਕਿੰਨਾ ਕੁ ਹੁੰਦਾ ਔਰ ਪੰਜਾਬ ਨੂੰ ਇਹਦੇ ਵਿੱਚੋਂ ਕੀ ਮਿਲਦਾ ਹੈ। ਹੁਣ ਇਹ ਆ ਗਈਆਂ, ਇਹ ਤਾਂ ਸਾਰੀਆਂ ਸੀਗੀਆਂ ਪੋਜ਼ਿਟਿਵ ਗੱਲਾਂ। ਅੱਗੇ ਆਉਂਦੀਆਂ ਹੁਣ ਜਿਹੜੀਆਂ ਨੈਗੇਟਿਵ ਗੱਲਾਂ ਜੋ ਮੈਨੂੰ ਲੱਗੀਆਂ ਕਿ ਇਹ ਥੋੜਾ ਜਿਹਾ ਜਾਂ ਇਹਨਾਂ ਨੂੰ ਕਹਿ ਲਓ ਫੀਜ਼ੇਬਲ ਨਹੀਂ ਹੈਗੀਆਂ ਜਾਂ ਕਿਸੇ ਤਰੀਕੇ ਨਾਲ ਵੀ। ਇੱਕ ਤਾਂ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ 7400 ਪ੍ਰੋਜੈਕਟ ਜਿਹੜੇ ਐਕਸਪੈਂਡ ਕੀਤੇ ਆ ਕਿ ਉਹ ਹੋਰ ਨਵੇਂ ਪ੍ਰੋਜੈਕਟਸ ਲੈ ਕੇ ਆਉਣਗੇ ਟੂ ਰੇਜ਼ ਦਾ ਲਿਵਿੰਗ ਸਟੈਂਡਰਡ ਆਫ ਪੀਪਲ। ਹੁਣ ਇੱਥੇ ਗੱਲ ਇਹ ਆਉਂਦੀ ਆ ਕਿ ਜਿਹੜਾ ਲਿਵਿੰਗ ਸਟੈਂਡਰਡ ਹੈ ਨਾ ਲੋਕਾਂ ਦਾ, ਉਹ ਉਦੋਂ ਵੱਧਦਾ ਹੁੰਦਾ ਆ ਜਦੋਂ ਉਹਨਾਂ ਕੋਲੇ ਪੈਸਾ ਹੋਵੇ ਖਰਚਣ ਨੂੰ ਵੀ, ਉਹਨਾਂ ਕੋਲੇ ਇਨਕਮ ਵੀ ਹੋਵੇ ਔਰ ਐਕਸਪੈਂਡੀਚਰ ਵਾਸਤੇ ਵੀ ਉਹਨਾਂ ਦੇ ਹੱਥ ਦੇ ਵਿੱਚ ਉਨੀ ਕੁ ਚੀਜ਼ ਹੋਵੇ। ਤੁਹਾਡੇ ਜਿੰਨੇ ਮਰਜ਼ੀ ਤੁਸੀਂ ਪ੍ਰੋਜੈਕਟ ਲਾਈ ਜਾਓ, ਜਦ ਤੱਕ ਇੱਕ ਆਮ ਬੰਦੇ ਕੋਲੇ ਉਹਦੀਆਂ ਜ਼ਰੂਰਤਾਂ ਜੋਗਾ ਪੈਸਾ ਨਹੀਂ ਹੈਗਾ ਉਹ ਪ੍ਰੋਜੈਕਟਸ ਵਿੱਚ ਕੁਝ ਨਹੀਂ ਕਰ ਸਕਦਾ, ਹੈ ਨਾ। ਤਾਂ ਇਸ ਕਰਕੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਪਹਿਲਾਂ ਉਹਨਾਂ ਦੀ ਜਿਹੜੀਆਂ ਉਹਨਾਂ ਦੀਆਂ ਬੇਸਿਕ ਸਹੂਲਤਾਂ ਆ ਉਹਨਾਂ ਨੂੰ ਵਧਾਉਣਾ ਚਾਹੀਦਾ ਸੀਗਾ। ਅਗਲੀ ਗੱਲ ਜਿਹੜੀ ਹੈਗੀ ਆ, ਜਿਹੜਾ ਕਰੋਨਾ ਦੀ ਉਹਨਾਂ ਨੇ ਜਿਹੜੀ ਡੋਜ਼ ਉਹਨਾਂ ਨੇ ਕਿਹਾ ਕਿ 2 ਡੋਜ਼ਸ ਹਰ ਬੰਦੇ ਨੂੰ ਚਾਹੀਦੀਆਂ ਆ ਤੇ ਉਹਦੀ ਜਿਹੜੀ ਕੀਮਤ ਆ ਉਹ 500 ਰੁਪਇਆ ਰੱਖੀ ਆ। ਹੁਣ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਫੈਮਲੀਜ਼ ਆ ਜਿਨ੍ਹਾਂ ਦੀ ਜਿਹੜੀ ਪਰ ਡੇ ਇਨਕਮ ਆ ਉਹ ਮਸਾ 100 ਰੁਪਈਆ ਹੀ ਆ, ਹੈ ਨਾ। ਔਰ ਉਸ ਫੈਮਿਲੀ ਦੇ ਵਿੱਚ 5 6 ਬੰਦੇ ਵੀ ਹੈਗੇ ਆ, ਬਿਲਕੁਲ ਗਰੀਬ ਪਰਿਵਾਰ ਜਿਹੜੇ ਹੈਗੇ ਆ, ਜਾਂ ਆਪਾਂ ਕਹ ਲਈਏ ਉਹਨਾਂ ਦੇ ਵਾਸਤੇ ਕੀ ਆ ਉਹ ਮੈਨੂੰ ਥੋੜਾ ਸਮਝ ਨਹੀਂ ਲੱਗਾ। ਅਗਲੀ ਗੱਲ ਜਿਹੜੀ ਹੈਗੀ ਆ ਉਹ ਜੋ ਮੈਨੂੰ ਥੋੜੀ ਖੜਕੀ ਉਹ ਇਹ ਲੱਗੀ ਕਿ ਹਸਪਿਟੈਲਿਟੀ ਜਿਹੜੀ ਇੰਡਸਟਰੀ ਆ ਉਹਦੇ ਵਾਸਤੇ ਕੁਝ ਵੀ ਨਹੀਂ ਦਿੱਤਾ ਗਿਆ। ਔਰ ਕੋਵਿਡ ਦੇ ਵਿੱਚ ਹਸਪਿਟੈਲਿਟੀ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਆ। ਹਸਪਿਟੈਲਿਟੀ ਦੇ ਵਿੱਚ ਉਹ ਸਾਰੇ ਛੋਟੇ ਢਾਬੇ, ਵੱਡੇ ਢਾਬੇ, ਛੋਟੇ ਹੋਟਲ ਸਾਰੇ ਆ ਜਾਂਦੇ ਆ। ਹੁਣ ਇਹਦੇ ਵਿੱਚ ਉਹਨਾਂ ਨੇ ਜਿਹੜਾ ਡੀਜ਼ਲ ਔਰ ਪੈਟਰੋਲ ਵੀ ਮਹਿੰਗਾ ਆ ਤੇ ਜਿਹੜੀਆਂ ਉਹਨਾਂ ਨੇ ਨਾਰਮਲ ਸਬਜ਼ੀਆਂ ਵੀ ਖਰੀਦਣੀਆਂ ਉਹ ਮਹਿੰਗੀਆਂ ਹੋ ਗਈਆਂ। ਤਾਂ ਇਹਨਾਂ ਦਾ ਮਾਰਜਨ ਆਲਰੇਡੀ, ਜਿਹੜੇ ਛੋਟੇ ਢਾਬਿਆਂ ਵਾਲੇ ਆ ਉਹਨਾਂ ਦਾ ਮਾਰਜਨ ਆਲਰੇਡੀ ਬਹੁਤ ਥੋੜਾ ਹੁੰਦਾ ਆ, ਤੇ ਜੇ ਉਹਨਾਂ ਨੂੰ ਕੁਝ ਰਿਬੇਟ ਜਾਂ ਕੁਝ ਦਿੱਤਾ ਨਹੀਂ ਗਿਆ ਤਾਂ ਫਿਰ ਉਹ ਉਹਨਾਂ ਵਾਸਤੇ ਇੱਕ ਹੋਰ ਵੱਡੀ ਪ੍ਰੋਬਲਮ ਆ। ਇਹ ਜਿਹੜੀ ਗੱਲ ਹੈ ਨਾ, ਇੱਥੋਂ ਆ ਕੇ ਲੱਗਦਾ ਹੈ ਕਿ ਉਹਨਾਂ ਨੂੰ ਵੀ ਹੁਣ ਹੀਟ ਮਹਿਸੂਸ ਹੋਊਗੀ ਕਿ ਇਹ ਸਰਕਾਰ ਸਾਡੇ ਪੱਖ 'ਚ ਵੀ ਨਹੀਂ ਹੈਗੀ। ਉਹਨਾਂ ਨੂੰ ਵੀ ਹੋਊਗੀ, ਜਿਹੜੇ ਲੇਬਰ ਕਲਾਸ ਹੈਗੇ ਆ, ਜਿੱਦਾਂ ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਹੁਣ ਵੈਕਸੀਨ ਦੇ ਲਈ ਵੀ ਇੰਨੇ ਪੈਸੇ ਦੇਣੇ ਪੈਣੇ ਆ, ਹੀਟ ਉਹਨਾਂ ਨੂੰ ਵੀ ਜਿਹੜੀ ਉਨੀ ਮਹਿਸੂਸ ਹੋਣੀ ਹੈਗੀ ਆ। ਔਰ ਜਿਹੜੇ ਬਕਾਇਦਾ ਇਹਨਾਂ ਜਗ੍ਹਾ ਦੇ ਉੱਤੇ ਕੰਮ ਕਰਦੇ ਸੀ, ਕਿਉਂਕਿ ਛੋਟਿਆਂ ਢਾਬਿਆਂ ਦੇ ਉੱਤੇ ਕੰਮ ਕਰਨ ਵਾਲੇ ਜਾਂ ਜਿਹੜੇ ਆਪਣੇ
ਘਰਾਂ ਤੱਕ ਜਿਹੜੇ ਦੁੱਧ ਬ੍ਰੈਡ ਵਗੈਰਾ ਜਿਹੜੇ ਬਿਲਕੁਲ ਪਹੁੰਚਾਉਣ ਈਵਨ ਵਾਲੇ ਕਿ ਆ ਫੈਕਟਰੀਜ਼ ਵਾਲੇ ਵੀ ਜਿਹੜੇ ਹੈਗੇ ਨਾ ਵਰਕਰ, ਕਿਉਂਕਿ ਕਾਫੀ ਸਾਰੇ ਹੈਗੇ, ਉਹ ਵੀ ਕਰੋਨਾ ਕਰਕੇ ਜਿੱਦਾਂ ਘਰਾਂ 'ਚ ਹੀ ਬੈਠੇ ਘਰਾਂ ਆ। 'ਚ ਬੈਠੇ ਹੋਏ ਜੇ ਆ। ਕਿਤੇ ਉਹਨਾਂ ਨੂੰ ਥੋੜਾ ਬਹੁਤਾ ਕੰਮ ਜਿਹੜੀ ਲੇਬਰ ਵਗੈਰਾ ਜਾਂ ਮਜ਼ਦੂਰੀ ਮਨਰੇਗਾ ਵਾਲੀ ਜਿਹੜੀ ਹੈਗੀ ਆ, ਉਹ ਕਹਿੰਦੇ ਜੇ ਉਹ ਥੋੜੀ ਬਹੁਤੀ ਮਿਲਦੀ ਆ ਤੇ ਉਹਦੇ ਨਾਲ ਮਾੜਾ ਮੋਟਾ ਉਹਨਾਂ ਨੂੰ ਆ ਜਾਂਦਾ, ਨਹੀਂ ਤੇ ਉਹ ਵੀ ਨਹੀਂ ਆਉਂਦਾ ਹੈਗਾ। ਉਹ ਵੀ ਨਹੀਂ ਆਉਂਦਾ। ਔਰ ਉਹਨਾਂ ਨੂੰ ਵੀ ਇਸ ਟਾਈਮ ਦੇ ਉੱਤੇ ਜਿਹੜੀ ਨਾ ਇਹ ਇੱਕ ਬੜੀ ਇੱਕ ਫਿਕਸ ਪੋਜੀਸ਼ਨ ਦੇ ਵਿੱਚ ਉਹ ਹੈਗੇ ਆ। ਅਗਲੀ ਜਿਹੜੀ ਗੱਲ ਹੈਗੀ ਆ ਉਹ ਹੈਗੀ ਆ FDI ਇੰਸ਼ੋਰੈਂਸ ਸੈਕਟਰ ਦੇ ਵਿੱਚ ਵਧਾ ਦੇਣਾ। ਹੁਣ ਜਿਹੜੀ FDI ਇੰਸ਼ੋਰੈਂਸ ਸੈਕਟਰ ਦੇ ਵਿੱਚ 49% ਉਹਨਾਂ ਨੇ 74% ਕਰ ਦਿੱਤੀ ਆ ਜੀ। ਜਦੋਂ ਇੰਨਾ ਵੱਡਾ ਗੈਪ ਹੋ ਜੇ ਨਾ ਤਾਂ ਜਿਹੜਾ 74% ਸ਼ੇਅਰ ਹੋਲਡਰ ਹੋਊਗਾ, ਆਬਵੀਅਸ ਜੀ ਗੱਲ ਆ ਕਿ ਫਿਰ ਉਹੀ ਉਸ ਚੀਜ਼ ਦਾ ਜਿਹੜਾ ਮਾਲਕ ਹੈ। ਜੀ 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 ਜੀ। ਹੁਣ ਇੱਥੇ ਜਿਹੜੀ ਮੈਨੂੰ ਥੋੜੀ ਅਜੀਬ ਗੱਲ ਲੱਗੀ ਉਹ ਕਿ RSS ਜਿਹੜੀ ਹੈ ਨਾ, BJP ਦਾ ਜਿਹੜਾ ਇੱਕ ਸਿਸਟਰ ਜਾਂ ਮਦਰ ਪਾਰਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਿਸਟਰ ਨਹੀਂ, ਉਹ ਹਮੇਸ਼ਾ ਹੀ FDI ਦੇ ਅਗੇਂਸਟ ਚੱਲੇ ਆ। ਉਹ ਕਿਉਂ? ਉਹ ਹਮੇਸ਼ਾ ਹੀ ਕਹਿੰਦੇ ਰਹੇ ਆ ਕਿ ਜਿਹੜਾ ਇਹ ਇੰਡੀਆ ਦਾ ਪੈਸਾ ਹੈ, ਇੰਡੀਆ ਦੇ ਲੋਕਾਂ ਕੋਲ ਹੋਵੇ। ਇੰਡੀਆ ਹਮੇਸ਼ਾ ਨੈਸ਼ਨਲਿਸਟ ਉਹ ਸੋਚਦੇ ਰਹੇ ਆ ਨਾ, ਸੋ ਕਾਲਡ। ਬਟ ਇਸ ਟਾਈਮ ਦੇ ਉੱਤੇ ਉਹਨਾਂ ਨੇ ਸਗੋਂ ਇਹਨੂੰ ਸਵਾਗਤ ਕੀਤਾ ਹੈ ਕਿ ਬਹੁਤ ਵਧੀਆ ਹੋ ਗਿਆ, ਇੰਸ਼ੋਰੈਂਸ ਸੈਕਟਰ ਦੇ ਵਿੱਚ ਜਿਹੜੀ FDI ਵੱਧ ਗਈ ਆ। ਸੋ ਇਹ ਤੇ ਥੋੜਾ ਜਿਹਾ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਇਹਨਾਂ ਦੀ ਆਪਸ ਦੇ ਵਿੱਚ ਕੋਈ ਸਾਠਗਾਠ ਹੋਈ ਆ, ਕੋਈ ਸਮਝੌਤਾ ਹੋਇਆ ਆ। ਉਹ ਸਮਝੌਤਾ ਜਿਹੜਾ ਆਪਾਂ ਜਦੋਂ ਪੋਲੀਟੀਕਲ ਪੁਆਇੰਟ ਵੇਖਾਂਗੇ ਉਦੋਂ ਗੱਲ ਕਰਾਂਗੇ ਕਿ ਕੀ ਹੋ ਸਕਦਾ। ਡਿਸਇਨਵੈਸਟਮੈਂਟ ਜਿਹੜੀ ਆ ਉਹ ਬਹੁਤ ਵੱਡੇ, ਜਿਹੜਾ ਜਿੱਥੋਂ ਆਪਾਂ ਸ਼ੁਰੂ ਹੀ ਕੀਤਾ ਸੀਗਾ, ਉਹ ਡਿਸਇਨਵੈਸਟਮੈਂਟ ਇਹਨਾਂ ਦੀ ਜਿਹੜੀ ਕਿ 2 ਪਬਲਿਕ ਸੈਕਟਰ ਬੈਂਕ, ਇੱਕ ਜਨਰਲ ਇੰਸ਼ੋਰੈਂਸ ਕੰਪਨੀ BPCL, ਕੌਨਕੋਰ ਔਰ BPC। ਹਾਂਜੀ, ਜਿਹੜੀ ਇਹਨਾਂ ਦੀ ਆਪਾਂ ਕਹਿ ਲਈ ਨਾ ਕਿ ਜਿਹੜੇ ਖਾਸ ਕਰਕੇ ਜੋ BJP ਦੇ ਗਰੁੱਪਸ ਹੈਗੇ ਜਾਂ ਉਹਨਾਂ 'ਚ ਚੱਲਦਾ ਕਿ ਜਿਹੜੀ ਡਿਸਇਨਵੈਸਟਮੈਂਟ ਹੈਗੀ ਆ ਜਾਂ ਜਿਹੜਾ ਹੈਗਾ, ਇਹ ਪਹਿਲੀ ਵਾਰ ਕਹਿੰਦੇ ਕਿ ਮਨਮੋਹਨ ਸਿੰਘ ਹੁਣੀ ਲੈ ਕੇ ਆਏ ਸੀ। ਤੇ ਫਿਰ ਕੀ ਡਿਫਰੈਂਸ ਕੀ ਹੈਗਾ? ਜੇ ਉਹ ਕਰਦੇ ਸੀ ਤੇ ਠੀਕ ਆ ਤੇ ਇਹ ਕਰਦੇ ਆ ਗਲਤ ਆ, ਜਾਂ ਕੀ ਚੱਕਰ ਕੀ ਹੈਗਾ? ਨਹੀਂ, ਜਿੱਦਾਂ ਹੁਣ ਇਹਨਾਂ ਨੇ BPCL ਨੂੰ ਵੀ ਇਹਨਾਂ ਦੇ ਵੀ ਸ਼ੇਅਰ ਉਹਨਾਂ ਨੇ ਵੇਚਣੇ ਲਾ ਦਿੱਤੇ ਆ। ਦੇਖੋ, ਹਰ ਇੱਕ ਚੀਜ਼ ਜਿਹੜੀ ਹੁੰਦੀ ਹੈ ਨਾ, ਤੁਸੀਂ ਆਪਣੇ ਘਰ ਦੀਆਂ ਵੀ ਕੁਝ ਕੁ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਬਾੜ 'ਚ ਵੇਚ ਸਕਦੇ ਹੁੰਦੇ ਆ, ਕੁਝ ਚੀਜ਼ਾਂ ਨੂੰ ਤੁਸੀਂ ਕਬਾੜ 'ਚ ਨਹੀਂ ਵੇਚ ਸਕਦੇ ਹੁੰਦੇ, ਹਨਾ। ਮੈਂ ਮਨਮੋਹਨ ਸਿੰਘ ਦੀ ਕੋਈ ਫੈਨ ਨਹੀਂ ਹੈਗੀ, ਪਰ ਜਿਹੜੀ ਉਹਨਾਂ ਨੇ ਮਤਲਬ ਜੇ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਤਾਂ ਪਿਛਲੀ ਸਰਕਾਰ ਨਾਲ ਹੀ ਹੋਣਾ। ਜੇ ਆਪਾਂ ਦੇਖੀਏ BPCL ਜਿਹੜੀ ਹੁਣ ਜਿੱਦਾਂ BPCL ਉਹ ਬਕਾਇਦਾ ਫਾਇਦੇ 'ਚ ਚੱਲ ਰਹੀ ਆ ਜੀ, ਉਹਨੂੰ ਵੇਚਣ ਦਾ ਕੋਈ ਮਤਲਬ ਨਹੀਂ ਹੈਗਾ। ਮਤਲਬ ਇੱਕ ਫਾਇਦੇ 'ਚ ਚੱਲ ਰਹੀ ਜਿਹੜੀ ਕੰਪਨੀ, ਉਸ ਨੂੰ ਵੀ ਵੇਚਿਆ ਜਾ ਰਿਹਾ ਹੈ। ਫਿਰ ਜੇ ਤੁਸੀਂ ਰੋਡਸ ਜਿਹੜੀਆਂ ਹੁਣ ਜਿੱਦਾਂ ਰੋਡਸ ਆ, ਤੁਸੀਂ ਉਹਨਾਂ ਨੂੰ ਵੀ ਵੇਚ ਰਹੇ ਆ, ਹੈਨਾ, ਉਹਨਾਂ ਦੀ ਵੀ ਡਿਸਇਨਵੈਸਟਮੈਂਟ ਕਰ ਰਹੇ ਆ। ਫਰਾਈਟ ਕੋਰੀਡੋਰ ਦੀ ਡਿਸਇਨਵੈਸਟਮੈਂਟ ਕਰ ਰਹੇ ਆ। ਹੁਣ ਜੇ ਤੁਸੀਂ ਇਹ ਦੇਖੋ ਕਿ ਉਹ ਚੀਜ਼ਾਂ ਇੱਕ ਆਮ ਇਨਸਾਨ ਦੇ ਯੂਜ਼ ਵਾਸਤੇ ਆ, ਜਿਹੜੀ ਰੋਡ ਆ ਉਹ ਮਲਟੀ ਮਿਲੀਅਨਰ ਲੋਕਾਂ ਵਾਸਤੇ ਨਹੀਂ, ਉਹ ਤਾਂ ਆਪਣਾ ਹਵਾਈ ਜਹਾਜ਼ ਵੀ ਲੈ ਕੇ ਨਿਕਲ ਜਾਣਗੇ। ਇਹ ਆਮ ਬੰਦਿਆਂ ਦੀ ਚੀਜ਼, ਮਤਲਬ ਰੋਡ ਕਿਸ ਤਰ੍ਹਾਂ ਕਰ ਰਹੇ ਹੈਗੇ, ਟੋਲ ਪਲਾਜ਼ਾ ਜਿਹੜੇ ਆ ਉਹਨਾਂ ਨੂੰ ਡਿਸਇਨਵੈਸਟ ਕਰ ਰਹੇ ਆ, ਹਨਾ। ਤੇ ਉਹਦੇ ਵਾਸਤੇ ਹੁਣ ਜਦੋਂ ਤੁਸੀਂ ਉੱਥੇ ਜਾਓਗੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਫਿਰ ਉਹਦੇ ਤੇ ਤੁਹਾਡੀ ਫੀਸ ਲਾਉਣੀ ਆ। ਆਲਰੇਡੀ ਜੇ ਆਪਾਂ ਕਹੀਏ ਕਿ ਟੋਲ ਟੈਕਸ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਜੀ, ਈਵਨ ਕਿ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤੇ ਕਾਫੀ ਸਾਰਾ ਪੈਸਾ ਇਹਨਾਂ 'ਚ ਦੇ ਕੇ ਜਾਣਾ ਪੈਂਦਾ। ਬਿਲਕੁਲ। ਫਿਰ ਜਿਹੜੀਆਂ ਤੁਹਾਡੀਆਂ ਕੁਝ ਚੀਜ਼ਾਂ ਹੁੰਦੀਆਂ ਜਿਹੜੀ ਜਿਵੇਂ ਤੁਹਾਡੀ ਡਿਫੈਂਸ ਹੈ, ਡਿਫੈਂਸ ਦੇ ਵਿੱਚੋਂ ਕੋਈ ਵੀ ਚੀਜ਼ ਜਿਹੜੀ ਆ, ਉਹ ਮੇਰਾ ਮੰਨਣਾ ਆ, ਇਹ ਮੇਰਾ ਨਿੱਜੀ ਰਾਏ ਇਹ ਆ, ਡਿਫੈਂਸ ਦੀ ਕੋਈ ਵੀ ਚੀਜ਼ ਕਦੀ ਪ੍ਰਾਈਵੇਟ ਹੱਥਾਂ 'ਚ ਨਹੀਂ ਜਾਣੀ ਚਾਹੀਦੀ ਹੁੰਦੀ। ਪਿੱਛੇ ਇਹਨਾਂ ਨੇ ਹਾਲ ਦੇ ਕੋਲੋਂ ਬਹੁਤ ਵੱਡਾ ਕਿਉਂਕਿ ਅੱਜ ਤੱਕ ਹਿੰਦੁਸਤਾਨ ਐਰੋਨੌਟਿਕਲ ਲਿਮਿਟਡ ਜਿਹੜੀ ਆ ਉਹ ਡਿਫੈਂਸ ਦੇ ਹਰ ਇੱਕ ਮਸ਼ੀਨਰੀ ਦਾ ਕੰਮ ਉਹ ਸਾਂਭਦੇ ਰਹੇ ਆ। ਇਹਨਾਂ ਨੇ ਉਹ ਚੁੱਕ ਕੇ ਰਿਲਾਇੰਸ ਨੂੰ ਦੇ ਦਿੱਤੀ ਜਿਹੜੀ ਹੈ ਨਾ, ਤਾਂ ਉਹ ਜਿਹੜਾ ਹੈਗਾ ਇੱਕ ਪ੍ਰਾਈਵੇਟ ਹੱਥਾਂ ਚਲਾ ਗਿਆ। ਸੋ ਆਰਮੀ ਦੀ ਜਿਹੜੀ ਵੈਲ ਐਂਡ ਗੁੱਡ ਜਿਹੜੀ ਹੈਗੀ ਆ, ਜੋ ਵੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੇਫਟੀ ਆ, ਉਹ ਪ੍ਰਾਈਵੇਟ ਬੰਦੇ ਦੇ ਹੱਥ 'ਚ ਆ। ਸੋ ਅਗਰ ਪ੍ਰਾਈਵੇਟ, ਇਹਦਾ ਮਤਲਬ ਹੈ ਕਿ ਉਹਨਾਂ ਦਾ ਉਹ ਹੌਲੀ ਹੌਲੀ ਇਹਨੂੰ ਉਸ ਪਾਸੇ ਧੱਕ ਰਹੇ ਆ, ਐਂਡ ਦੈਟ ਇਜ਼ ਦੀ ਪ੍ਰੋਬਲਮ, ਹੈ ਨਾ। ਉਸ ਤੋਂ ਬਾਅਦ ਹੁਣ ਜਿਹੜਾ ਪਵਨ ਹੰਸ ਜਿਹੜਾ ਹੈਲੀਕਾਪਟਰਸ ਵਾਲੇ ਆ, ਉਹਨੂੰ ਵੀ ਡਿਸਇਨਵੈਸਟ ਕਰ ਰਹੇ ਆ। 에ਅਰ ਇੰਡੀਆ ਡਿਸਇਨਵੈਸਟ ਹੋ ਰਹੀ ਆ। ਔਰ ਇਹਨਾਂ ਦੀ ਤਾਂ ਉਹਨਾਂ ਨੇ ਕਿਹਾ ਕਿ ਫਾਈਨੈਂਸ਼ੀਅਲ ਈਅਰ 22 ਦੇ ਵਿੱਚ ਕੰਪਲੀਟ ਹੋ ਜਾਣਗੀਆਂ। ਮਤਲਬ ਇਹ ਸਾਰੀਆਂ ਡਿਸਇਨਵੈਸਟਮੈਂਟ, ਇਹ ਸਾਰਾ ਕੁਝ ਵੇਚ ਦੇਣਗੇ, ਇਹ ਕੰਪਲੀਟ ਹੋ ਜਾਊਗੀ ਜੀ। ਔਰ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨਵੀਆਂ ਲਿਸਟ ਜਿਹੜੀਆਂ ਕੰਪਨੀਆਂ ਦੀ ਗਵਰਨਮੈਂਟ ਬਣਾਉਂਗੀ ਜਿਨ੍ਹਾਂ ਨੂੰ ਹੋਰ ਵੇਚਣਾ ਆ। ਠੀਕ ਹੈ। ਸੋ ਬੇਸਿਕਲੀ ਜਦੋਂ ਤੁਸੀਂ ਗਵਰਨਮੈਂਟ 'ਚ ਹੁੰਨੇ ਆ ਨਾ, ਨਿਰਮਲਾ ਸੀਤਾਰਮਨ ਜੀ ਨੇ ਕਿਹਾ ਹੈ ਕਿ ਮੋਰ ਗਵਰਨੈਂਸ, ਹੈ ਨਾ, ਤੇ ਉਹ ਕਹਿੰਦੇ ਕਿ ਅਸੀਂ ਗਵਰਨੈਂਸ ਜ਼ਿਆਦਾ ਕਰਨੀ ਆ, ਅਸੀਂ ਚੀਜ਼ਾਂ ਨੂੰ ਆਪਣੇ ਕੋਲ ਨਹੀਂ ਬੰਨ੍ਹ ਕੇ ਰੱਖਣਾ। ਬਟ ਪ੍ਰੋਬਲਮ ਇਸ ਕਿ ਜਿਹੜੀਆਂ ਚੀਜ਼ਾਂ ਤੁਹਾਡੀ ਸਰਕਾਰ ਦੇ ਕੋਲ ਹੀ ਰਹਿਣੀਆਂ ਚਾਹੀਦੀਆਂ, ਅਗਰ ਪਬਲਿਕ ਸੈਕਟਰ ਜ਼ੀਰੋ ਹੁੰਦਾ ਜਾਊਗਾ ਨਾ ਤਾਂ ਬਹੁਤ ਵੱਡੇ ਲੈਵਲ ਦੇ ਉੱਤੇ, ਕਿਉਂਕਿ ਇੰਡੀਆ ਜਿਹੜਾ ਉਹ US ਨਹੀਂ ਹੈਗਾ, ਸਾਡੇ ਲੋਕ ਜ਼ਿਆਦਾ ਆ, ਸਾਡੇ ਕੋਲ ਹਰ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਸਾਡੀਆਂ ਡਿਫਰੈਂਟ ਆ। ਉਸ ਤਰੀਕੇ ਨਾਲ ਗਵਰਨਮੈਂਟ ਨੂੰ ਉੱਥੇ ਰਹਿਣਾ ਬਹੁਤ ਜ਼ਰੂਰੀ ਆ, ਗਵਰਨਮੈਂਟ ਦੇ ਹੱਥ 'ਚ ਚੀਜ਼ਾਂ ਰਹਿਣੀਆਂ ਜ਼ਰੂਰੀ ਆ। ਇੱਕ ਉਹਨਾਂ ਨੇ ਹੋਰ ਗੱਲ ਕੀਤੀ ਆ ਜਿਹੜੀ ਕਿ ਸਟੇਟਸ ਨੂੰ ਜਿਹੜੀ ਬੋਰੋਇੰਗ ਆ ਉਹ ਉਹਨਾਂ ਨੇ ਕੈਪ ਕਰ ਦਿੱਤੀ ਆ 4%। ਕੋਈ ਵੀ ਸਟੇਟ ਜਿਹੜੀ ਆ ਉਹ 4% ਤੋਂ ਵੱਧ ਜਿਹੜੀ ਆ ਉਹ
ਬੋਰੋ ਨਹੀਂ ਕਰ ਸਕਦੀ। ਹੁਣ ਇਹ ਉਹਨਾਂ ਨੇ ਕਰ ਦਿੱਤਾ, ਪਰ ਜਿਹੜੀਆਂ ਸਟੇਟਸ ਜਿਵੇਂ ਪੰਜਾਬ ਆ, ਜੀ ਪੰਜਾਬ ਦਾ ਜਿਹੜਾ GST ਆ ਉਹ ਪ੍ਰਤਾਪ ਸਿੰਘ ਬਾਜਵਾ ਹੁਣੀ ਬੋਲ ਰਹੇ ਸੀਗੇ ਜੀ। ਕਿ ਸਾਡਾ ਜਿਹੜਾ 8000 ਕਰੋੜ GST ਹਜੇ ਤੱਕ ਉਹਨਾਂ ਸਾਨੂੰ ਪੇ ਨਹੀਂ ਕੀਤਾ, ਹੈ ਨਾ। ਬਿਲਕੁਲ। ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਉਹਨਾਂ ਨੇ ਸਾਨੂੰ ਕੱਟ ਕੇ 3% ਤੋਂ 1% ਤੇ ਲੈ ਆਏ ਆ। ਬਿਲਕੁਲ। ਔਰ ਇਹਦੇ ਵਿੱਚ GST ਦੀ ਜਦੋਂ ਆਪਾਂ ਗੱਲ ਕਰਦੇ, ਜਦੋਂ ਲਿਆਂਦਾ ਗਿਆ ਸੀ ਤੇ ਇਹ ਵੀ ਇੱਕ ਗਾਰੰਟੀ ਦਿੱਤੀ ਗਈ ਸੀ ਗਵਰਨਮੈਂਟ ਵੱਲੋਂ ਕਿ ਇੰਨੇ ਸਾਲਾਂ ਦੇ ਲਈ ਅਸੀਂ ਜਿਹੜਾ GST ਹੈ ਤੁਹਾਨੂੰ ਗਾਰੰਟੀਡ ਵਾਪਸ ਕਰਾਂਗੇ, ਤੇ ਇਹ ਉਹੀ ਗਾਰੰਟੀ ਹੈ ਜਿਹੜੀ ਹੁਣ ਉਹ ਦੇ ਰਿਹਾ MSP ਕਰਕੇ ਜਾਂ ਕਿਸਾਨਾਂ ਨੂੰ ਦੇ ਗਏ। ਫਿਰ ਜੇ ਕਿਸਾਨ ਇਹ ਗੱਲ ਕਹਿੰਦੇ ਹੈਗੇ ਆ ਕਿ ਭਾਈ ਤੇ ਅਸੀਂ ਤੁਹਾਡੀ ਗਾਰੰਟੀ ਇਦਾਂ ਕਿੱਦਾਂ ਮੰਨ ਲਈਏ, ਤੇ ਫਿਰ ਉਹਦੇ 'ਚ ਗਲਤ ਕੀ ਹੈ? ਬਿਲਕੁਲ ਉਹ ਨਹੀਂ। ਤੁਸੀਂ ਦੇਖੋ ਗਵਰਨਮੈਂਟ ਨੂੰ ਤੁਸੀਂ ਕੋਈ ਵੀ ਚੀਜ਼ ਜਦ ਤੱਕ ਉਹ ਐਜ਼ ਅ ਲਾਅ ਤੁਹਾਡੇ ਸਾਹਮਣੇ ਨਹੀਂ ਆਉਂਦੀ ਤੁਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ, ਚਾਹੇ ਜਿੰਨੀਆਂ ਮਰਜ਼ੀ ਗਾਰੰਟੀਜ਼ ਹੋਣ। ਵੈਸੇ ਤਾਂ ਜਿਹੜਾ ਲਾਅ ਹੁੰਦਾ ਨਾ ਉਹਦੀ ਵੀ ਕੋਈ ਗਾਰੰਟੀ ਨਹੀਂ ਹੈ, ਬਿਲਕੁਲ ਉਹ ਵੀ ਚੇਂਜ ਕਰ ਸਕਦੇ ਆ, ਪਰ ਫਿਰ ਵੀ ਕੁਝ ਹੱਦ ਤੱਕ ਤੇ ਹੁੰਦਾ ਹੀ ਆ ਨਾ। ਜਿਸ ਤਰ੍ਹਾਂ ਦੀ ਇਹ ਗਵਰਨਮੈਂਟ ਆ ਜਿਹੜੀ ਆਪਣੇ ਆਪ ਹੀ ਆਰਡੀਨੈਂਸ ਲੈ ਕੇ ਜੋ ਮਰਜ਼ੀ ਰਾਤੋਂ ਰਾਤ ਕਰ ਸਕਦੀ ਆ, ਤਾਂ ਉਹਦੇ ਤੇ ਵੀ ਵਿਸ਼ਵਾਸ ਨਹੀਂ ਹੈਗਾ। ਪਰ ਬਿਕਾਜ਼ ਇਟ ਇਜ਼ ਅ ਲਾਅ ਤੇ ਤੁਹਾਨੂੰ ਪਤਾ ਕਿ ਕੋਈ ਇੱਕ ਕੋਰਸ ਆਫ ਐਕਸ਼ਨ ਇਹਦਾ ਰਹੂਗਾ ਫਿਰ, ਹੈ ਨਾ। ਤੇ ਇਸ ਕਰਕੇ ਥੋੜਾ ਜਿਹਾ ਠੀਕ ਰਹਿੰਦਾ ਹੈ, ਬਟ ਗਾਰੰਟੀਜ਼ ਦੇ ਉੱਪਰ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਉੱਪਰੋਂ ਜਿਹੜਾ ਪੰਜਾਬ ਵਰਗੀ ਜਿਹੜਾ ਸਟੇਟ ਆ, ਜਿਹੜਾ ਕਿ ਐਗਰੀਕਲਚਰ ਬੇਸਡ ਸਟੇਟ ਆ, ਤੇ ਐਗਰੀਕਲਚਰ ਦੇ ਉੱਤੇ ਕਦੀ ਵੀ ਜਿਹੜਾ ਹੈਗਾ ਟੈਕਸ ਨਹੀਂ ਲੱਗਦਾ, ਉਹ ਨਾਨ ਟੈਕਸੇਬਲ ਇਨਕਮ ਹੁੰਦੀ ਆ। ਤਾਂ ਜਿਹੜੀਆਂ ਪੰਜਾਬ ਵਰਗੀਆਂ ਸਟੇਟਸ ਆ ਨਾ, ਉਹ ਬਹੁਤ ਹੱਦ ਤੱਕ ਰੂਰਲ ਡਿਵੈਲਪਮੈਂਟ ਫੰਡ ਦੇ ਉੱਪਰ ਡਿਪੈਂਡ ਕਰਦੀਆਂ ਹੁੰਦੀਆਂ ਆ। ਹੁਣ ਪੰਜਾਬ ਨੂੰ ਉਹਨਾਂ ਨੇ ਇਹਦਾ ਵੀ ਝਟਕਾ ਦੇ ਦਿੱਤਾ, ਉਹ ਵੀ ਉਹਨਾਂ ਨੇ ਕੱਟ ਕੇ 1% ਤੇ ਲੈ ਆਂਦਾ ਆ। ਸੋ ਫਿਰ ਪੰਜਾਬ ਵਰਗੀਆਂ ਜਿਹੜੀਆਂ ਸਟੇਟਸ ਆ ਕਿੱਥੋਂ ਉੱਥੇ ਆਲਰੇਡੀ ਟੂਰਿਜ਼ਮ ਉੱਥੇ ਆਲਰੇਡੀ ਨਹੀਂ ਹੈਗਾ, ਫੈਕਟਰੀਜ਼ ਦੀ ਸਬਸਿਡੀ ਤੁਸੀਂ ਆਲਰੇਡੀ ਨਹੀਂ ਦੇ ਰਹੇ, ਖਤਮ ਕੀਤੀ ਹੋਈ ਆ। ਸਾਡੇ ਕੋਲ ਨਾ ਕੋਈ ਇੰਡਸਟਰੀ ਆ, ਪਾਣੀ ਤੁਸੀਂ ਆਲਰੇਡੀ ਲੈ ਰਹੇ ਹੈਗੇ ਆ ਫ੍ਰੀ ਦੇ ਵਿੱਚ, ਮਤਲਬ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਜੇ ਦੇਖਿਆ ਜਾਵੇ। ਐਜੂਕੇਸ਼ਨ ਸੀਗਾ ਤੇ ਉਹਦਾ ਵੀ ਇਸ ਟਾਈਮ ਦੇ ਉੱਤੇ ਬਹੁਤ ਬੁਰਾ ਹਾਲ ਆ, ਹੈ ਨਾ। ਤੇ ਉਹਦੇ ਨਾਲ ਤੁਸੀਂ ਇੱਕ ਜਿਹੜੀ ਕੈਪਿੰਗ ਕਰ ਦਿੱਤੀ ਆ 4%, ਤੁਸੀਂ ਬੋਰੋ ਵੀ ਇੰਨਾ ਹੀ ਕਰ ਸਕਦੇ ਆ। ਸੋ ਫਿਰ ਤੁਸੀਂ ਕਿੱਦਾਂ ਸੋਚਦੇ ਆ ਕਿ ਜਿਹੜਾ ਪੰਜਾਬ ਵਰਗਾ ਸਟੇਟ ਆ ਉਹ ਕੰਮ ਕਰ ਜਾਊਗਾ? ਅਗਲੀ ਗੱਲ ਜਿਹੜੀ ਹੈਗੀ ਆ ਉਹ ਆਮ ਬੰਦੇ ਵਾਸਤੇ, ਆਮ ਇਨਸਾਨ ਨੂੰ ਕੋਈ ਟੈਕਸ ਰਿਬੇਟ ਨਹੀਂ ਮਿਲੀ। ਕਰੋਨਾ ਦੇ ਕਰਕੇ ਹਰ ਇੱਕ ਬੰਦੇ ਦੀ ਆਮਦਨ ਘਟੀ ਆ, ਪਰ ਜਿਹੜੀ ਉਹ ਟੈਕਸ ਸਲੈਬ ਆ ਉਹਨਾਂ ਨੇ ਉੱਥੇ ਰੱਖੀ ਆ, ਹੈ ਨਾ, ਕਿ ਉਹ ਉਨੀ ਉਹਨਾਂ ਨੂੰ ਲੱਗੂਗੀ। ਸੋ ਆਮ ਇਨਸਾਨ ਵਾਸਤੇ ਇਸ ਬਜਟ ਦੇ ਵਿੱਚ ਕੁਝ ਨਜ਼ਰ ਨਹੀਂ ਆਉਂਦਾ। ਇਹ ਸੀਗਾ ਆਪਣਾ ਓਵਰਵਿਊ ਜਿਹੜਾ। ਤੇ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਕਿਸਾਨ ਮੋਰਚਾ ਜਿਹੜਾ ਆਪਾਂ ਕਹਿ ਲਈਏ ਕਿ ਉੱਥੇ ਲੱਗਾ ਹੋਇਆ, ਦਿੱਲੀ ਦੇ ਤਿੰਨੇ ਬਾਰਡਰ ਜਿਹੜੇ ਨੇ ਉੱਥੇ ਕਿਸਾਨ ਬੈਠੇ ਹੋਏ ਨੇ, ਤੇ ਕੀ ਕਿਸੇ ਨਾ ਕਿਸੇ ਪਾਸਿਓਂ ਸਰਕਾਰ ਨੂੰ ਜੇ ਆਪਾਂ ਕਹਿ ਲਈਏ ਕਿ ਕੋਈ ਇਹਦੀ ਪਈ ਹੈਗੀ, ਕੋਈ ਆਪਾਂ ਨੂੰ ਦਿਖਦੀ ਹੈ ਕਿਤੇ ਇਫੈਕਟ ਕੋਈ ਦਿਖਦਾ ਹੈਗਾ ਇਸ ਮੋਰਚੇ ਲੱਗੇ ਦਾ ਇਸ ਬਜਟ ਦੇ ਵਿੱਚ, ਜਾਂ ਬਿਲਕੁਲ ਨਹੀਂ? ਜਦੋਂ ਵੈਸੇ ਇਹ ਬਜਟ ਆਉਣਾ ਸੀਗਾ ਨਾ, ਤੇ ਮੈਨੂੰ ਇੱਕ ਹੰਚ ਸੀ ਕਿ ਸ਼ਾਇਦ ਮੋਰਚੇ ਨੂੰ ਥੋੜਾ ਜਿਹਾ ਲੋਕਾਂ ਦੇ ਦਿਲ ਠੰਡੇ ਕਰਨ ਨੂੰ ਹੋ ਸਕਦਾ ਕਿ ਜਿਹੜਾ ਉਹ ਕਿਸਾਨਾਂ ਵਾਸਤੇ ਜਿਹੜਾ 6000 ਰੁਪਇਆ ਦਿੰਦੇ ਆ ਨਾ, ਉਹੀ ਸ਼ਾਇਦ ਵਧਾ ਕੇ ਉਹਨੂੰ ਡਬਲ ਜਾਂ ਟ੍ਰਿਪਲ ਕਰ ਦੇਣ, ਕਿਉਂਕਿ ਉਹ ਬੜੀ ਨੈਗਲੀਜੀਬਲ ਅਮਾਉਂਟ ਆ। ਇੱਕ ਪੂਰੇ ਕਿਸਾਨ ਪਰਿਵਾਰ ਨੂੰ ਮਤਲਬ 500 ਰੁਪਇਆ ਮਹੀਨਾ ਬਣਦਾ ਆ, ਤੇ ਉਹਦੇ ਨਾਲ ਆਈ ਡੋਂਟ ਥਿੰਕ ਕਿ ਉਹ ਕਿਸੇ ਨਾ ਕਿਤੇ ਵੀ ਉਹ ਕੰਮ ਆਉਂਦਾ ਹੈ, ਯੂਜ਼ੇਬਲ ਹੈਗਾ। ਤੇ ਪਰ ਉਹਨਾਂ ਨੇ ਉਹਦੇ ਵੱਲ ਤਾਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਯੂਰੀਆ ਹੋਰ ਮਹਿੰਗਾ ਕਰਤਾ, ਹੈ ਨਾ। ਯੂਰੀਆ ਮਹਿੰਗਾ ਹੋ ਗਿਆ, ਜਿਹੜਾ ਡੀਜ਼ਲ ਹੈ, ਪੈਟਰੋਲ ਹੈ, ਉਹ ਮਹਿੰਗਾ ਹੋ ਗਿਆ। ਹੋਰ ਜਿਹੜੀਆਂ ਮਤਲਬ ਇਲੈਕਟ੍ਰੋਨਿਕ, ਸੋਲਰ ਪੈਨਲ ਮਹਿੰਗੇ ਹੋ ਗਏ, ਆਟੋਮੋਬਾਈਲਸ ਮਹਿੰਗੇ ਹੋ ਗਏ। ਸੋ ਜਿਹੜੀਆਂ ਵੀ ਚੀਜ਼ਾਂ ਇਹਨਾਂ ਦੀਆਂ ਹੋਣੀਆਂ ਸੀਗੀਆਂ ਉਹ ਉਹਨਾਂ ਨੇ ਮਹਿੰਗੀਆਂ ਕਰ ਦਿੱਤੀਆਂ। ਹੁਣ ਯੂਰੀਆ ਮਹਿੰਗਾ, ਇਹਦਾ ਮਤਲਬ ਆ ਕਿ ਬੇਸ਼ੱਕ ਆਪਾਂ ਇਹ ਕਹੀ ਜਾਈਏ ਕਿ ਤੁਸੀਂ ਜ਼ਰੂਰ ਜ਼ਹਿਰ ਪਾਉਣੀ ਆ, ਪਰ ਇਸ ਟਾਈਮ ਦੇ ਉੱਤੇ ਉਹ ਜੋ ਉਹਨਾਂ ਦੀ ਨੀਡ ਆਪਾਂ ਨੂੰ ਦੇਖਦੇ ਆ, ਤਾਂ ਉਹ ਸਾਰਾ ਕੁਝ ਉਹਨਾਂ ਨੇ ਮਹਿੰਗਾ ਕਰਕੇ MSP ਬਾਰੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਇਸ ਪੂਰੇ ਬਜਟ ਦੇ ਵਿੱਚ ਕਿ ਉਹ ਉਹਨਾਂ ਨੂੰ ਵਧਾ ਕੇ ਜਾਂ ਉਹਨਾਂ ਨੂੰ ਕੋਈ ਅਸੀਂ ਗਾਰੰਟੀ ਦੇਵਾਂਗੇ, ਨਥਿੰਗ ਲਾਈਕ ਦੈਟ। ਮਤਲਬ ਸਰਕਾਰ ਪ੍ਰੈਸ਼ਰ ਨਹੀਂ ਲੈ ਰਹੀ ਹੈਗੀ ਆਪਾਂ ਦੇਖਿਆ ਨਹੀਂ, ਸਰਕਾਰ ਨੇ ਜਿਹੜਾ ਬਜਟ ਦੇ ਵਿੱਚ ਤਾਂ ਬਿਲਕੁਲ ਕੁਝ ਸ਼ੋ ਨਹੀਂ ਕੀਤਾ। ਪਿਛਲੇ ਜਿਹੜਾ 2019-20 ਦੇ ਵਿੱਚ ਜਿਹੜੀ ਵੀਟ ਪਰਚੇਜ਼ ਹੋਈ ਸੀਗੀ, ਉਹ 1 ਕਰੋੜ 24 ਲੱਖ ਫਾਰਮਰਸ ਦੇ ਕੋਲੋਂ ਲਈ ਗਈ ਸੀਗੀ MSP ਦੇ ਉੱਤੇ। ਜਿਹੜੀ 2020-21 ਦੇ ਵਿੱਚ ਹੋਈ ਆ ਉਹ 1.54 ਲੱਖ ਫਾਰਮਰਸ ਕੋਲੋਂ ਹੋਈ ਆ, ਯਾਨੀ ਕਿ ਸਿਰਫ 30 ਲੱਖ ਜਿਹੜੇ ਫਾਰਮਰਸ ਆ ਉਹ ਉਹਦੇ ਚ ਐਡ ਹੋਏ ਆ। ਤੇ ਜਦ ਕਿ ਫਾਰਮਰਸ ਜਿਹੜੇ ਉਹ 14 ਕਰੋੜ ਫਾਰਮਰਸ ਜਿਹੜੇ ਹੈਗੇ ਆ 14 ਕਰੋੜ ਤੱਕ ਕਦੋਂ ਪਹੁੰਚਿਆ ਜਾਊਗਾ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਫਿਰ ਜਿਹੜਾ ਉਹ ਕਹਿੰਦੇ ਹੈਗੇ 6% ਫਾਰਮਰਸ ਨੂੰ ਹੀ ਮਿਲਦੀ ਆ, ਉਹ ਫਿਰ ਇਹੀ ਗੱਲ ਆ ਜਿਹੜੀ ਸਾਹਮਣੇ ਆਉਂਦੀ ਹੈ। ਕਦੋਂ ਉੱਥੋਂ ਤੱਕ ਪਹੁੰਚਿਆ ਜਾਊਗਾ? ਔਰ ਜਿਹੜੇ ਬਾਕੀ ਦੇ ਜਿਹੜੇ 94% ਫਾਰਮਰਸ ਆ ਉਹ ਫਿਰ ਕਿਹਦੇ ਕੋਲ ਜਾਣ, ਉਹ ਕਿੱਥੇ ਜਾਣ, ਕਿਹਨੂੰ ਪੁੱਛਣ? ਤੇ ਇਸ ਕਰਕੇ ਜਿਹੜੀ ਉਹ ਇੱਕ MSP ਦੀ ਗੱਲ ਜਿਹੜੀ ਸੀਗੀ ਨਾ ਉਹ ਇੰਪੋਰਟੈਂਟ ਸੀ, ਪਰ ਸਰਕਾਰ ਨੇ ਉਹਨੂੰ
ਕੁਝ ਸੋਚਿਆ ਹੀ ਨਹੀਂ ਉਹਨਾਂ ਨਿਗਲੈਕਟ ਕਰ ਦਿੱਤਾ ਬਿਲਕੁਲ ਜੀ ਹੈ ਨਾ। ਬਾਕੀ ਮੈਨੂੰ ਇਹ ਵੀ ਸੀਗਾ ਕਿ ਜਿਹੜੀਆਂ ਮੰਡੀਆਂ ਦੀ ਗੱਲ ਚੱਲਦੀ ਹੈ ਨਾ, ਸ਼ਾਇਦ ਹਾਂ ਇਹ ਜ਼ਰੂਰ ਉਹਨਾਂ ਨੇ ਕਹਿ ਦਿੱਤਾ ਕਿ 1000 ਮੰਡੀਆਂ ਜਿਹੜੀਆਂ ਉਹ ਈਨਾਮ ਦੇ ਨਾਲ ਆਪਾਂ ਅਟੈਚ ਕਰ ਦਿਆਂਗੇ, ਬਟ ਉਹਦੇ ਨਾਲ ਵੀ MSP ਦੀ ਗਾਰੰਟੀ ਨਹੀਂ ਆਉਂਦੀ। ਬਿਲਕੁਲ, ਔਰ ਈਨਾਮ ਜੇ ਆਪਾਂ ਉਹਦੇ ਵੱਲ ਜਾਣੇ ਹੈਗੇ ਤਾਂ ਇੱਕ ਤਰ੍ਹਾਂ ਦਾ ਆਲਰੇਡੀ ਫੇਲਡ ਪ੍ਰੋਜੈਕਟ ਹੈਗਾ, ਉਹਦੇ 'ਚ ਵੀ ਉਹਨਾਂ ਨੇ ਆਹੀ ਸੇਮ ਵਾਅਦੇ ਕੀਤੇ ਸੀ ਕਿ ਅਸੀਂ ਇੰਨੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮੰਡੀਆਂ ਨੇ ਉਹ ਜੋੜ ਦੇਵਾਂਗੇ, ਪਰ ਫਿਰ ਵੀ ਜਿਹੜਾ ਹੈ ਆਪਾਂ ਨੂੰ ਪਤਾ ਹੀ ਹੈ ਕਿ ਕਿੰਨੀਆਂ ਮੰਡੀਆਂ ਉਸ ਦੇ ਵਿੱਚ ਜੁੜ ਸਕੀਆਂ ਜਾਂ ਕਿਸਾਨ ਉਹਦਾ ਕਿੰਨਾ ਫਾਇਦਾ ਉਠਾ ਸਕਿਆ। ਉਹਦੇ ਬਹੁਤ ਸਾਰੇ ਜਿਹੜੇ ਕਾਰਨ ਇਹ ਵੀ ਹੋ ਜਾਂਦੇ ਨੇ ਕਿ ਕਿਸਾਨ ਇੰਨੇ ਜ਼ਿਆਦਾ ਜਿਹੜੇ ਹਾਈਟੈਕ ਨਹੀਂ ਹੈਗੇ। ਜੇ ਆਪਾਂ ਪੰਜਾਬ ਤੇ ਹਰਿਆਣਾ ਨੂੰ ਪਾਸੇ ਕੱਢ ਦਈਏ ਤੇ ਜਿਹੜੇ ਬਾਕੀ ਦੇ ਦੇਸ਼ ਦੇ ਕਿਸਾਨ ਨੇ ਉੱਥੇ ਤਾਂ ਕਈ ਜਗ੍ਹਾ ਤੇ ਤਾਂ ਇੰਟਰਨੈਟ ਵਿਵਸਥਾ ਵੀ ਇੰਨੀ ਜ਼ਿਆਦਾ ਨਹੀਂ ਹੈਗੀ, ਜਾਂ ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਪਤਾ ਕਿ ਅਸੀਂ ਆਨਲਾਈਨ ਜਾ ਕੇ ਅਸੀਂ ਇਦਾਂ ਸੇਲ ਕਰ ਸਕਦੇ ਹਾਂ। ਔਰ ਉਹਦੇ ਨਾਲ ਵੀ ਇੱਕ ਕਿਉਂਕਿ ਜਿਹੜਾ ਕਿਸਾਨ ਹੈ ਨਾ ਉਹ ਮੰਗ ਰਿਹਾ ਕਿ ਸਾਡੀ ਜਿਹੜੀ ਆਮਦਨ ਆ ਉਹ ਵਧਾਈ ਜਾਵੇ ਜੀ। ਗਵਰਨਮੈਂਟ ਉਹਨੂੰ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਨਾ ਜਿਹੜਾ ਤੁਹਾਡਾ ਲੋਨ ਹੈ ਉਹ ਵਧਾ ਦਿੰਨੇ ਆ। ਉਹਨਾਂ ਨੇ ਲੋਨ ਦੇ ਵਿੱਚ ਜ਼ਰੂਰ ਐਗਰੀਕਲਚਰਲ ਕ੍ਰੈਡਿਟ ਦੇ ਵਿੱਚ ਉਹਨਾਂ ਨੇ 15 ਲੱਖ ਕਰੋੜ ਤੋਂ ਐਰਕੀ 16.5 ਲੱਖ ਕਰੋੜ ਕਰ ਦਿੱਤਾ ਹੈ ਕਿ ਅਸੀਂ ਤੁਹਾਨੂੰ ਲੋਨ ਵੱਧ ਦੇ ਦਾਂਗੇ। ਪ੍ਰੋਬਲਮ ਇਹ ਆ ਕਿ ਤੁਸੀਂ ਲੋਨ ਤਾਂ ਦੇ ਦੋਗੇ ਬਟ ਫਿਰ ਉਹਨੇ ਪੇ ਕਿੱਦਾਂ ਕਰਨਾ ਜਦੋਂ ਉਹਦੇ ਕੋਲ ਆਮਦਨ ਹੀ ਨਹੀਂ ਹੈਗੀ, ਹੈ ਨਾ। ਤਾਂ ਉਹਦੇ ਨਾਲ ਜਿਹੜਾ ਤੁਸੀਂ ਬਕਾਇਦਾ ਉਹਨਾਂ ਨੂੰ ਧੱਕ ਰਹੇ ਆ ਕਿ ਜ਼ਿਆਦਾ ਸੁਸਾਈਡਸ ਹੋਣ, ਜ਼ਿਆਦਾ ਲੋਕ ਆਪਣੇ ਬਿਲਕੁਲ ਡਿਸਬੈਲੈਂਸ ਹੋ ਜਾਣ, ਹੈ ਨਾ। ਸੋ ਇਹ ਇੱਕ ਬੜਾ ਉੱਚਾ ਜਿਹਾ ਮਜ਼ਾਕ ਲੱਗਦਾ ਹੈ। ਇੱਕ ਆਮ ਕਿਸਾਨ ਦੀ ਨਾ, ਜਿੱਦਾਂ ਆਪਾਂ ਕਿਸਾਨੀ ਪਰਿਵਾਰ ਤੋਂ ਇੰਟਰਵਿਊ ਸੁਣ ਰਹੇ ਸੀ ਤੇ ਉਹ ਕਹਿੰਦੇ ਕਿ ਜਦੋਂ ਆ ਲੋਨ ਵਾਲਾ ਸਿਸਟਮ ਆਇਆ ਨਾ ਤੇ ਪਹਿਲਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਜਿਹਦੇ ਕੋਲ ਇੰਨੀ ਹੈਗੀ ਉਹਨੇ ਲਿਮਟ ਬਣਾ ਲਿਆ ਕਰਨੀ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਫਿਰ ਉਹਦੀ ਫਜ਼ੂਲ ਖਰਚੀ ਸ਼ੁਰੂ ਹੋ ਜਾਂਦੀ ਆ। ਗੱਡੀਆਂ ਲੈ ਲਈਆਂ, ਨਵੇਂ ਟਰੈਕਟਰ ਲੈ ਲਏ, ਉਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਜਦੋਂ ਕਰਜ਼ੇ ਦੇ ਹੇਠਾਂ ਆ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਕਿ ਫਿਰ ਆਤਮ ਹੱਤਿਆਵਾਂ ਦਾ ਦੌਰ ਸ਼ੁਰੂ ਹੁੰਦਾ। ਤੇ ਇਹ ਵੀ ਕਿਤੇ ਨਾ ਕਿਤੇ ਫਿਰ ਆਪਾਂ ਇਹ ਨਹੀਂ ਦੇਖਦੇ ਕਿ ਕੌਨਸਪੀਰੈਂਸੀ ਦਾ ਹਿੱਸਾ ਹੈਗਾ ਕਿ ਕਿਸਾਨੀ ਨੂੰ ਤਬਾਹ ਕੀਤਾ ਜਾਵੇ। ਕੌਨਸਪੀਰੇਸੀ ਦਾ ਹੀ ਹਿੱਸਾ ਹੁੰਦਾ ਆ। ਵੈਸੇ ਥੋੜੀ ਇਹਦੇ ਵਿੱਚ ਮੈਂ ਥੋੜੀ ਜਿਹੀ ਇਸ ਗੱਲੋਂ ਵੀ ਡਿਫਰ ਕਰਦੀ ਹਾਂ ਕਿ ਦੇਖੋ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ ਨਾ ਉਹਨੇ ਕੌਨਸਪੀਰੇਸੀ ਕਰਨੀ ਹੁੰਦੀ ਆ, ਅੱਗੇ ਤੁਹਾਡੀ ਸਮਝ ਦੇ ਉੱਤੇ ਗੱਲ ਟਿਕੀ ਹੁੰਦੀ ਹੈ। ਜੇ ਤੁਸੀਂ ਉਸ ਕੌਨਸਪੀਰੇਸੀ 'ਚ ਬਾਰ-ਬਾਰ ਜਾਂਦੇ ਆ ਨਾ ਦੈਟ ਮੀਨਸ ਕਿ ਤੁਹਾਡੀ ਪ੍ਰੋਬਲਮ ਆ। ਮੈਨੂੰ ਯਾਦ ਆ ਮੈਂ ਜਦੋਂ ਚੰਡੀਗੜ੍ਹ ਮੈਂ MSc ਕਰਦੀ ਹੁੰਦੀ ਸੀਗੀ ਉਦੋਂ ਤਾਂ ਮੇਰਾ ਸਾਡੇ ਉੱਥੇ ਨਾ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਰੋਪੜ ਦੇ ਜਾਂ ਖਰੜ ਦੇ ਖੈੜ ਦੇ ਪਿੰਡ ਦੇ ਲੋਕ ਜਿਹੜੇ ਆ ਉਹ ਆਪਣੀਆਂ ਜ਼ਮੀਨਾਂ ਮਹਿੰਗੀਆਂ ਵੇਚ ਕੇ ਤੇ ਉਹਨਾਂ ਨੇ ਬਹੁਤ ਆਲੀਸ਼ਾਨ ਕੋਠੀਆਂ ਮੋਹਾਲੀ ਦੇ ਵਿੱਚ ਲਈਆਂ ਹੋਈਆਂ ਸੀਗੀਆਂ। 69 ਸੈਕਟਰ, 70, 71 ਸੈਕਟਰ, ਬਹੁਤ ਵੱਡੀਆਂ ਔਰ ਉਹਨਾਂ ਦੇ ਕੋਲੇ ਇੱਕ ਤੋਂ ਵੱਧ ਇੱਕ ਗੱਡੀ ਹੁੰਦੀ ਸੀ। ਮੈਂ ਜਦੋਂ ਵੀ ਅਸੀਂ ਉਧਰੋਂ ਦੀ ਨਿਕਲਣਾ ਨਾ ਤੇ ਮੇਰੇ ਜਿੰਨੀਆਂ ਵੀ ਮੇਰੇ ਨਾਲ ਕੁੜੀਆਂ ਹੁੰਦੀਆਂ ਸੀਗੀਆਂ ਸੀ ਅਕਸਰ ਗੱਲ ਕਰਨੀ, ਉਹਨਾਂ ਕਹਿਣਾ ਕਿ ये ना जट बहुत अमीर होते हैं। तो मैं अक्सर उन्होंने कहनी हुंदी हां कि 5 सालां नूं इन्हां कोले ना इन्हां नूं कली नहीं होनी, देख लिओ, है ना। तो कहंदे नहीं नहीं तू गलत बोलदी आ, बट ਉਹ ਇੰਜ ਹੀ ਹੋਇਆ। ਉਹਦਾ ਰੀਜ਼ਨ ਕੀ ਆ, ਤੁਹਾਡੀ ਜ਼ਮੀਨ ਆ, ਤੁਹਾਨੂੰ ਇੱਕਦਮ ਕਿਸੇ ਨੇ ਕਿਹਾ ਕਿ ਅਸੀਂ ਤੁਹਾਨੂੰ 2 ਕਰੋੜ 3 ਕਰੋੜ ਦੇ ਦਿੰਨੇ ਆ, ਤੁਸੀਂ ਉਹ 3 ਕਰੋੜ ਲੈ ਲਿਆ। ਉਸ ਤੋਂ ਬਾਅਦ ਤੁਹਾਨੂੰ ਨਾਲ ਦੇ ਨਾਲ ਹੀ ਕਿਉਂਕਿ ਉਹੀ ਨੈਕਸਸ ਕੰਮ ਕਰ ਰਿਹਾ ਹੁੰਦਾ, ਜਿਹੜੀ ਤੁਹਾਡੀ ਜ਼ਮੀਨ ਖਰੀਦ ਰਹੇ ਹੁੰਦੇ ਆ ਬੇਸਿਕਲੀ ਉਹੀ ਤੁਹਾਨੂੰ ਸ਼ਹਿਰਾਂ ਦੇ ਵਿੱਚ ਘਰ ਵੀ ਲੈ ਕੇ ਦੇ ਰਹੇ ਹੁੰਦੇ ਆ, ਉਹ ਇੱਕੋ ਹੀ ਲੋਕ ਹੁੰਦੇ ਆ। ਉਹਨਾਂ ਤੁਹਾਨੂੰ ਕਿਹਾ ਕਿ ਅੱਛਾ ਤੁਹਾਡੇ ਹੁਣ ਤੁਸੀਂ ਆਓ ਜੀ, ਤੁਹਾਨੂੰ ਸ਼ਹਿਰ ਕਿਉਂਕਿ ਪਿੰਡ ਤੁਹਾਡੀ ਜ਼ਮੀਨ ਤਾਂ ਰਹੀ ਨਹੀਂ, ਹੁਣ ਤੁਸੀਂ ਇੱਥੇ ਆਓ, ਤੁਹਾਨੂੰ ਵਧੀਆ ਘਰ ਦਿਖਾਉਣੇ ਆ। ਘਰ ਆ ਗਿਆ, ਫਿਰ ਥੋੜੀ ਸਾਨੂੰ ਪੰਪ ਦੀ ਵੀ ਲੋੜ ਹੁੰਦੀ ਆ, ਹਨਾ। ਫਿਰ ਅਸੀਂ ਵੱਡੀ ਤੋਂ ਵੱਡੀ ਗੱਡੀ ਪਜੈਰੋ ਔਰ ਮਰਸੀਡੀਜ਼ ਔਰ ਇਹ ਸਾਰੀਆਂ ਅਸੀਂ ਲੈ ਕੇ ਰੱਖ ਲਈਆਂ। ਐਂਡ ਦੈਨ ਵਾਟ ਹੈਪਨਡ ਕਿ ਉਹ ਜਿਹੜੀ ਜ਼ਮੀਨ ਸੀਗੀ ਉਹ ਤੁਹਾਡਾ ਆਮਦਨ ਸੀਗੀ, ਉਹ ਆਮਦਨ ਖਤਮ ਹੋ ਗਈ। ਹੁਣ ਨਾਓ ਵਾਟ, ਹੁਣ ਤੁਸੀਂ ਅੱਗੇ ਕਰੋਗੇ ਕੀ? ਜਾਂ ਤੁਸੀਂ ਬਾਹਰ ਜਾਓਗੇ ਜਾਂ ਤੁਸੀਂ ਫਿਰ ਉਹੀ ਜਿਹੜਾ ਉਹ 5-6 ਕਰੋੜ ਦੇ ਨਾਲ ਜਿਹੜੇ ਵਿੱਚੋਂ 2 ਕਰੋੜ ਦੀ ਤੁਸੀਂ ਕੋਠੀ ਲੈ ਲਈ, 2-3 ਗੱਡੀਆਂ ਤੁਸੀਂ ਲੈ ਲਈਆਂ ਜਿਨ੍ਹਾਂ ਦੀ ਕੀਮਤ ਤਕਰੀਬਨ 1 ਕਰੋੜ ਬਣ ਗਈ, ਤੇ ਉਹਦੇ ਵਿੱਚੋਂ ਜਿਹੜਾ ਬਾਕੀ ਬਚਿਆ ਉਹ ਤੁਹਾਡੇ ਕੋਲੇ ਲੋਕਾਂ ਨੇ ਖੋਹ ਲੈਣਾ, ਬਿਕਾਜ਼ ਤੁਹਾਨੂੰ ਪਤਾ ਨਹੀਂ ਆ ਕਿ ਤੁਸੀਂ ਕੀ ਕਰਨਾ ਉਸ ਪੈਸੇ ਦਾ। ਮਤਲਬ ਇਦਾਂ ਹੋਇਆ ਹੈਗਾ ਪ੍ਰੈਕਟੀਕਲ? ਬਿਲਕੁਲ ਹੋਇਆ। ਇਹ ਮੈਂ ਮੋਹਾਲੀ ਦੇ ਵਿੱਚ ਆਪ ਦੇਖਿਆ ਹੈ ਔਰ ਅੱਜ ਵੀ ਤੁਸੀਂ ਦੇਖ ਸਕਦੇ ਆ ਬਹੁਤ ਸਾਰੇ ਲੋਕ ਜਿਹੜੇ ਖੈੜ ਦੇ ਜਾਂ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਉੱਠ ਕੇ ਆਏ ਸੀਗੇ ਉੱਥੇ, ਉਹਨਾਂ ਨੂੰ ਬਾਅਦ ਵਿੱਚ ਉੱਥੋਂ ਉਹੀ ਘਰ ਵੇਚ ਕੇ ਜਾਣੇ ਪਏ ਆ। ਬਹੁਤ ਘੱਟ ਉਹ ਲੋਕ ਐਸੇ ਰਹਿ ਗਏ ਜਿਹੜੇ ਉਹਨੂੰ ਸੰਭਾਲ ਸਕੇ। ਮਤਲਬ ਕਿਤੇ ਨਾ ਕਿਤੇ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾਂਦਾ। ਪਹਿਲਾਂ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਲੈ ਲਈਆਂ ਜਾਂਦਾ, ਬਹੁਤ ਸਾਰਾ ਪੈਸਾ ਦਿੱਤਾ ਜਾਂਦਾ, ਫਿਰ ਤੁਹਾਨੂੰ ਜਿਹੜਾ ਹੈਗਾ ਉਹ ਪੈਸਾ ਵੀ ਤੁਹਾਡੇ ਕੋਲੋਂ ਲੈ ਲਿਆ ਜਾਂਦਾ ਹੈਗਾ। ਤੇ ਕਿਤੇ ਨਾ ਕਿਤੇ ਇਹਦੇ ਪਿੱਛੇ ਪੂਰੀ ਇੱਕ ਕੌਨਸਪੀਰੈਂਸੀ ਚੱਲਦੀ ਹੈਗੀ। ਇਹਦੇ 'ਚ ਆਪ ਜਿਹੜਾ ਲੋਕਾਂ ਨੂੰ ਸਿਆਣੇ ਹੋਣਾ ਪਵੇਗਾ, ਐਜੂਕੇਟ ਹੋਣ ਦੀ ਜਿਹੜੀ ਇੱਥੇ ਬਹੁਤ ਜ਼ਿਆਦਾ ਲੋੜ ਹੈਗੀ ਹੈ, ਕਿਉਂਕਿ ਜੇ ਇਸੇ ਤਰੀਕੇ ਦੇ ਨਾਲ ਹੁੰਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜਾ ਮੇਰੇ ਖਿਆਲ ਨਾਲ ਜਿਹੜਾ ਤੁਸੀਂ ਕਿਹਾ ਲਾਈਫ ਸਟਾਈਲ ਦੇ ਵਿੱਚ ਜਿਹੜਾ ਇਹ ਕੀਤਾ ਹੈਗਾ, ਫਿਰ ਆਪਾਂ ਉਹਨੂੰ ਇਹਦੇ ਨਾਲ ਵੀ ਕਨੈਕਟ ਕਰਕੇ ਦੇਖ ਸਕਦੇ ਹਾਂ ਕਿ ਲੋਕਾਂ ਨੂੰ ਐਸ਼ੋ-ਐਸ਼ੀ ਵਾਲੇ ਬੰਨੇ ਜ਼ਿਆਦਾ ਲਾਇਆ ਜਾਵੇ। ਬਜਟ ਦੇ ਵਿੱਚ ਤੁਸੀਂ ਕਿਹਾ ਕਿ ਹੋਰ ਜ਼ਿਆਦਾ ਜਿਹੜੇ ਲਾਈਫ ਸਟਾਈਲ ਉਹਨੂੰ ਵਧਾਵਾ ਦੇਣ ਦੇ ਲਈ ਜਿਹੜਾ ਇਹ ਕੀਤਾ ਗਿਆ। ਹਾਂਜੀ, ਪਰ ਉਹ ਸਿਰਫ ਪੰਜਾਬ ਦੇ ਉੱਤੇ ਨਹੀਂ ਨਾ ਹੈਗਾ। ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕ ਹੈ ਨਾ, ਹੋ ਸਕਦਾ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ, ਪਰ ਮੈਂ ਬਹੁਤੇ
ਪੰਜਾਬ ਤੋਂ ਬਾਹਰ ਦੇ ਜਿਹੜੇ ਲੋਕ ਆ ਉਹ ਥੋੜੇ ਸਮਝਦਾਰ ਹੈ ਇਸ ਮਾਮਲੇ ਦੇ ਵਿੱਚ। JNU ਦੇ ਵਿੱਚ, ਦਿੱਲੀ ਯੂਨੀਵਰਸਿਟੀ ਦੇ ਵਿੱਚ, ਜੀ ਦਿੱਲੀ ਯੂਨੀਵਰਸਿਟੀ ਤਾਂ ਹਜੇ ਫਿਰ ਵੀ ਕਿਤੇ ਨਾ ਕਿਤੇ ਹੈਗਾ ਹੀ, JNU, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ, BHU ਦੇ ਵਿੱਚ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਸਾਈਕਲਾਂ ਤੇ ਆਉਂਦੇ ਆ ਜੀ। ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲ ਜਾਓ, ਉੱਥੇ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਹੁੰਦੀ, ਔਰ ਤੁਹਾਨੂੰ ਜਿਹੜੀ ਮਹਿੰਗੀ ਤੋਂ ਮਹਿੰਗੀ ਜੈਗੁਆਰ ਤੱਕ ਦੀ ਗੱਡੀ ਜਿਹੜੀ ਤੁਹਾਨੂੰ ਉੱਥੇ ਲੱਗੀ ਨਜ਼ਰ ਆ ਜਾਊਗੀ, ਔਰ ਉਹ ਟੀਚਰਸ ਦੀ ਨਹੀਂ ਹੁੰਦੀ, ਸਟੂਡੈਂਟਸ ਦੀ ਹੁੰਦੀਆਂ ਆ। ਅਸੀਂ ਨਾ ਸ਼ੋਅ ਆਫ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਆ, ਔਰ ਇਹ ਜਿਹੜੇ ਬਜਟ ਹੁੰਦੇ ਆ ਇਹ ਤੁਹਾਡੀ ਸਾਈਕੋਲੋਜੀ ਨੂੰ ਪੜ੍ਹ ਕੇ ਲਿਆਂਦੇ ਜਾਂਦੇ ਆ। ਜੀ 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 ਜੀ, ਕਿ ਉਸ ਤਰੀਕੇ ਨਾਲ, ਔਰ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਸਟੇਟ ਨੂੰ ਅਸੀਂ ਕਿਸ ਤਰੀਕੇ ਨਾਲ ਚੂਸਣਾ ਆ, ਕਿਹੜੇ ਸਟੇਟ ਨੂੰ ਅਸੀਂ ਕੀ ਦੇਣਾ ਆ, ਹੈ ਨਾ। ਇਹ ਇੰਪੋਰਟੈਂਟ ਆ। ਦੂਸਰੀ ਗੱਲ ਜਿਹੜੀ ਮੈਨੂੰ ਲੱਗਦੀ ਸੀਗੀ ਉਹ ਇਹ ਸੀਗੀ ਕਿ ਚਲੋ ਹੋਰ ਕੁਛ ਨਹੀਂ ਤਾਂ ਘੱਟੋ ਘੱਟ ਸਰਕਾਰ ਜਿਹੜੀ ਆ ਉਹ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਦੇ ਅੱਖੀ ਘੱਟਾ ਪਾਉਣ ਨੂੰ ਹੀ ਇਹ ਕਹੂਗੀ ਕਿ ਅਸੀਂ ਮੰਡੀਆਂ ਵਧਾ ਰਹੇ ਹਾਂ। ਸਾਨੂੰ ਇਸ ਟਾਈਮ ਦੇ ਉੱਤੇ 5 ਕਿਲੋਮੀਟਰ ਦੇ ਰੇਡੀਅਸ ਦੇ ਹਿਸਾਬ ਨਾਲ 42,000 ਮੰਡੀਆਂ ਦੀ ਸਾਨੂੰ ਲੋੜ ਹੈਗੀ ਆ ਇੰਡੀਆ ਨੂੰ, ਪਰ ਸਾਡੇ ਕੋਲ ਹੈਗੀਆਂ 7,000 ਸਿਰਫ। ਤੇ ਉਹਦੇ ਵਿੱਚ ਅਸੀਂ ਮੰਡੀਆਂ ਦਾ ਵੀ ਉਹਨਾਂ ਨੇ ਕੋਈ ਵਾਅਦਾ ਨਹੀਂ ਕੀਤਾ ਕਿ ਅਸੀਂ ਵੱਧ ਕਰਾਂਗੇ, ਨੋ ਨਾਟ ਐਟ ਆਲ। ਇਹ ਪ੍ਰੋਬਲਮਸ ਹੈਗੀਆਂ। ਇੱਕ ਉਹਨਾਂ ਨੇ ਯੈਸ ਯੂਨੀਵਰਸਿਟੀਜ਼ ਨੂੰ ਤਾਂ ਉਹਨਾਂ ਨੇ ਕੁਝ ਦਿੱਤਾ ਹੀ ਨਹੀਂ। ਐਗਰੀਕਲਚਰ ਯੂਨੀਵਰਸਿਟੀ ਨੂੰ ਲੋੜ ਆ ਜੀ, ਪੰਜਾਬ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਨੂੰ ਲੋੜ ਆ, ਬਟ ਸਾਨੂੰ ਕੁਝ ਨਹੀਂ ਮਿਲਿਆ। ਸੋ ਐਗਰੀਕਲਚਰ ਯੂਨੀਵਰਸਿਟੀਜ਼ ਨੂੰ ਵੀ ਕੁਝ ਨਹੀਂ ਦਿੱਤਾ ਗਿਆ। ਹਾਂਜੀ। ਤੇ ਜੇ ਆਪਾਂ ਥੋੜਾ ਐਜੂਕੇਸ਼ਨ ਵਾਲੇ ਬੰਨੇ ਆ ਜਾਈਏ, ਐਜੂਕੇਸ਼ਨ ਵਾਲੇ ਬੰਨੇ ਕੀ ਹਾਲਾਤ ਹੈਗੇ ਨੇ? ਕੀ ਐਜੂਕੇਸ਼ਨ ਨੂੰ ਕੁਝ ਦਿੱਤਾ ਹੈਗਾ ਬਜਟ ਦੇ ਵਿੱਚ ਜਾਂ ਨਹੀਂ? ਐਜੂਕੇਸ਼ਨ ਦਾ ਜਿਹੜਾ ਉਹਨਾਂ ਨੇ ਕੀ ਕੀਤਾ ਆ ਕਿ ਜਿਹੜਾ ਪਿਛਲੇ ਸਾਲ ਜੋ ਸੀਗਾ ਉਹਦੇ ਨਾਲੋਂ ਵੀ 6,000 ਕਰੋੜ ਦਾ ਜਿਹੜਾ ਉਹਨਾਂ ਨੇ ਘਟਾ ਦਿੱਤਾ ਆ। ਮਤਲਬ ਕੰਟਰੀਜ਼ ਨਾਰਮਲੀ ਵਧਾਉਂਦੀਆਂ ਹੁੰਦੀਆਂ ਪਰ ਐਜੂਕੇਸ਼ਨ ਦੇ ਵਿੱਚ ਵੀ ਰਿਡਿਊਸ ਕਰਤਾ ਹੋਇਆ, ਉਹਨਾਂ ਨੇ ਉਹ ਘਟਾ ਦਿੱਤਾ ਆ ਜੀ। ਔਰ ਇਹਦੇ ਵਿੱਚ ਵੀ ਸਾਨੂੰ ਇੱਕ ਗੱਲ ਸਮਝਣੀ ਪਊਗੀ। ਦੇਖੋ, ਜਿਹੜੀ ਇੰਡੀਅਨ ਗਵਰਨਮੈਂਟ ਇਸ ਟਾਈਮ ਤੇ ਕੰਮ ਕਰ ਰਹੀ ਆ ਜੀ, ਉਹ ਐਜੂਕੇਸ਼ਨ ਨੂੰ ਲੈ ਕੇ ਬਹੁਤ ਸੀਰੀਅਸ ਨਹੀਂ ਆ। ਉਹਦਾ ਸਿੰਪਲ ਜਿਹਾ ਕਾਰਨ ਇਹ ਹੁੰਦਾ ਆ, ਔਰ ਇਹਦਾ ਇੱਕ ਅਸੀਂ ਪੈਟਰਨ ਵੀ ਦੇਖ ਸਕਦੇ ਆ। ਕਾਰਨ ਇਹ ਹੁੰਦਾ ਆ ਕਿ ਜਿੰਨਾ ਜ਼ਿਆਦਾ ਲੋਕ ਪੜ੍ਹਨਗੇ ਨਾ, ਉਹਨੇ ਤੁਹਾਡੇ ਕੋਲੋਂ ਸਵਾਲ ਪੁੱਛਣਗੇ, ਔਰ ਜਦੋਂ ਤੁਹਾਨੂੰ ਸਵਾਲ ਪੁੱਛਣਗੇ ਤੁਹਾਨੂੰ ਉਹਨਾਂ ਲੋਕਾਂ ਨੂੰ ਪਪਟ ਬਣਾ ਕੇ ਆਪਣੇ ਇਸ਼ਾਰਿਆਂ ਤੇ ਨਚਾਉਣਾ ਔਖਾ ਹੋ ਜਾਊਗਾ। ਮਤਲਬ ਉਹੀ ਜਿਹੜੀ ਪੁਰਾਣੀ ਮਾਨਸਿਕਤਾ ਜੀ ਆਪਾਂ ਕਹਿ ਲਈਏ ਕਿ ਦੁਬਾਰਾ ਉੱਥੇ ਆ ਰਹੀ ਹੈਗੀ, ਉੱਥੇ ਆ ਰਹੇ ਆ ਜੀ। ਔਰ ਇੱਕ ਗੱਲ ਜਿਹੜੀ ਹੋਰ ਆ ਕਿ ਥੋੜਾ ਸਮਾਂ ਪਹਿਲਾਂ ਉਹਨਾਂ ਨੇ IAS ਜਿਹੜੇ ਆਫੀਸਰਸ ਆ ਨਾ, ਉਹਨਾਂ ਦੀ ਲੈਟਰਲ ਐਂਟਰੀ ਸ਼ੁਰੂ ਕੀਤੀ ਸੀਗੀ ਜੀ। ਜਿਵੇਂ ਮੈਂ ਤੁਹਾਨੂੰ ਹੁਣੇ ਕਹਿ ਕੇ ਹਟੀ ਆ ਕਿ ਇਹਨਾਂ ਬਜਟ ਬਣਾਉਣ ਵਾਲਿਆਂ ਨੂੰ ਪਤਾ ਹੁੰਦਾ ਆ ਅਸੀਂ ਕਿਹੜੇ ਸਟੇਟ ਨੂੰ ਕਿਵੇਂ ਚੂਸਣਾ ਆ ਜੀ। IAS ਵਾਸਤੇ ਨਾ ਮੈਂ ਬਿਹਾਰ ਦੇ ਬੱਚੇ ਦੇਖੇ ਆ ਬੜੇ, ਸਾਡੇ ਨਾਲ ਵੀ ਜੋ ਮੁੰਡੇ ਪੜ੍ਹਦੇ ਰਹੇ, ਮੁੰਡੇ ਕੁੜੀਆਂ, ਖਾਸ ਤੌਰ ਤੇ ਬਿਹਾਰੀ ਮੁੰਡੇ, ਉਹ ਉਹਨਾਂ ਹਾਲਾਤਾਂ ਵਿੱਚ ਵੀ ਜਾ ਕੇ ਰਹਿ ਲੈਂਦੇ ਆ ਜਗਜੀਤ, ਜਿਨ੍ਹਾਂ ਵਿੱਚ ਆਪਾਂ ਰਹਿਣ ਦੀ ਸੋਚ ਹੀ ਨਹੀਂ ਸਕਦੇ। ਉਹ ਇੱਕ ਬਿਲਕੁਲ 6x6 ਦਾ ਕਮਰਾ ਹੁੰਦਾ ਆ ਜੀ, ਸਾਈਡ ਤੇ ਪਾਨ ਥੁੱਕ ਕੇ ਗੰਦਾ ਹੋਇਆ ਹੁੰਦਾ ਆ, ਬਟ ਉਹ ਕੇਅਰ ਹੀ ਨਹੀਂ ਕਰਦੇ। ਉਹ ਉਸ ਕਮਰੇ ਵਿੱਚ ਵੀ ਉਹਨਾਂ ਨੇ ਇੱਕ ਸਾਈਡ ਦੇ ਉੱਤੇ ਆਪਣੀ ਕਿਤਾਬਾਂ ਲਾਈਆਂ ਹੁੰਦੀਆਂ, ਔਰ ਉੱਥੇ ਸ਼ਹੀਦ ਹੋ ਜਾਂਦੇ ਆ ਉੱਥੇ ਪੜ੍ਹਦੇ ਕਿ ਅਸੀਂ IAS ਕਲੀਅਰ ਕਰਨਾ ਆ। ਇਸੇ ਕਰਕੇ ਪਿਛਲੇ ਕੁਝ ਸਮੇਂ ਦੇ ਵਿੱਚ ਬਿਹਾਰ ਦੇ ਵਿੱਚੋਂ IAS ਮੁੰਡਾ ਬਹੁਤ ਨਿਕਲਿਆ ਆ। ਹੁਣ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਦੇਖਿਆ ਕਿ ਇਹ ਤਾਂ ਬਿਹਾਰੀ ਜਿਹੜੇ ਹੈਗੇ ਆ ਉਹ ਅੱਗੇ ਆ ਰਹੇ ਆ, ਉਹਨਾਂ ਨੂੰ ਕਿੱਦਾਂ ਨੱਥ ਪਾਈ ਜਾਵੇ, ਤਾਂ ਉਹਨਾਂ ਨੇ ਬਕਾਇਦਾ ਲੈਟਰਲ ਐਂਟਰੀ ਖੋਲ ਦਿੱਤੀ। ਲੈਟਰਲ ਐਂਟਰੀ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਤੁਹਾਨੂੰ ਕੋਈ ਐਗਜ਼ਾਮ ਦੇਣ ਦੀ ਲੋੜ ਨਹੀਂ, ਬਸ ਤੁਸੀਂ ਅਪਲਾਈ ਕਰੋ ਤੇ ਤੁਹਾਨੂੰ ਫਿਟ ਕਰ ਦਿੱਤਾ ਜਾਊਗਾ। ਮਨੋਜ ਬਾਜਪਾਈ ਦਾ ਬ੍ਰਦਰ ਪਿਛਲੀ ਵਾਰੀ IAS ਲੱਗਾ ਆ, ਔਰ ਉਹਦੇ ਕੋਲ ਐਸੀ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ ਕਿ ਉਹ IAS ਬਣ ਸਕਦਾ ਹੈ ਨਾ। ਮਤਲਬ ਇਸ ਦੇ ਵਿੱਚ ਵੀ ਜਿਹੜਾ ਉਹ ਐਗਜ਼ਾਮ ਇਹਨਾਂ ਹੁੰਦਾ, ਇਹਨਾਂ ਟਫ ਐਗਜ਼ਾਮ ਹੁੰਦਾ, ਉਹ ਮਾਈਨਸ ਕਰ ਦਿੱਤਾ ਹੈ। ਤੇ ਫਿਰ ਉਹ ਮਤਲਬ ਕਿਸ ਬਿਹਾਫ ਤੇ ਕੀ ਕੋਈ ਕਿਸੇ ਤਰ੍ਹਾਂ ਕਿ ਹੁਣ ਇਹਦੇ ਵਿੱਚ ਦੇਖੋ, ਜਦੋਂ ਤੁਸੀਂ ਗਵਰਨਮੈਂਟ ਨੂੰ ਪੁੱਛੋਗੇ ਤਾਂ ਤੁਹਾਨੂੰ ਦੱਸਣਗੇ, ਤੋਮਰ ਸਾਹਿਬ ਉਹਨਾਂ ਨੂੰ ਪੁੱਛੋ ਤੁਸੀਂ, ਜਿੱਦਾਂ ਉਹ ਕਹਿੰਦੇ ਆ ਬਤਾਈਏ ਇਸਮੇ ਕਾਲਾ ਕਿਆ ਹੈ ਨਾ, ਉਹ ਫਿਰ ਤੁਹਾਨੂੰ ਦੱਸਣਗੇ ਕਿ ਨਹੀਂ ਜੀ ਇਹਦੇ ਵਿੱਚ ਆਹ ਅਸੀਂ ਕੀਤਾ। ਲੇਕਿਨ ਜੋ ਉਹਨੂੰ ਦੇਖਣ ਤੇ ਪਤਾ ਲੱਗਦਾ ਉਹ ਇਹ ਆ ਕਿ ਲੈਟਰਲ ਐਂਟਰੀ ਦਾ ਮਤਲਬ ਇਹ ਆ ਕਿ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਤੁਸੀਂ ਕਿਸੇ ਨੇਤਾ ਨੂੰ ਜਾਣਦੇ ਹੋ, ਜੇ ਤੁਸੀਂ ਜਾਣਦੇ ਹੋ ਤਾਂ ਤੁਹਾਡੀ ਲੈਟਰਲ ਐਂਟਰੀ ਹੋ ਜਾਊਗੀ। ਸੋ ਐਜੂਕੇਸ਼ਨ ਨੂੰ ਇਸ ਤਰੀਕੇ ਨਾਲ ਡੀਮੀਨ, ਡੈਮਨਾਈਜ਼ ਜਾਂ ਉਹਨੂੰ ਬਿਲਿਟਲ ਕੀਤਾ ਜਾ ਰਿਹਾ ਆ। ਅੱਜ ਸਵੇਰ ਦਾ ਹੀ ਨਿਰਮਲਾ ਸੀਤਾਰਮਨ ਜੀ ਦਾ ਇੱਕ ਟਵੀਟ ਹੈ ਜੀ, ਉਸ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਲੈਟਰਲ ਐਂਟਰੀ ਜਿਹੜੀ ਹੈ ਨਾ ਉਹ ਦੁਬਾਰਾ ਅਸੀਂ ਸ਼ੁਰੂ ਕਰ ਰਹੇ ਹਾਂ। ਮੈਂ ਕਿਤੇ ਲਿਖਿਆ ਸੀਗਾ, ਆਈ ਡੋਨਟ ਨੋ ਕਿੱਥੇ, ਖੈਰ ਉਹ ਲੈਟਰਲ ਐਂਟਰੀ ਜਿਹੜੀ ਹੈਗੀ ਆ ਉਹ ਜਿਹੜੇ ਸੈਕਟਰੀ ਲੈਵਲ ਦੇ ਲੋਕ ਆ ਨਾ ਜੀ। ਹੁਣ ਤੁਸੀਂ ਦੇਖੋ, ਜਿਹੜਾ IAS ਹੁੰਦਾ ਆ ਉਹ 30 ਸਾਲ ਕੰਮ ਕਰਦਾ ਹੈ ਐਜ਼ ਐਨ IAS ਆਫੀਸਰ, ਔਰ ਉਸ ਤੋਂ ਬਾਅਦ ਉਹ ਸੈਕਟਰੀ ਲੈਵਲ ਤੇ ਜਾਂਦਾ ਆ ਜੀ। ਪਰ ਇਹਨਾਂ ਨੇ ਉਹਦੀ ਲੈਟਰਲ ਐਂਟਰੀ ਵੀ ਖੋਲ ਦਿੱਤੀ ਆ
ਹੁਣ ਜਿਹੜੇ ਸੈਕਟਰੀ ਲੈਵਲ ਦੇ ਉੱਤੇ ਜਾਂਦੇ ਇਹ ਉਹ ਲੋਕ ਆ ਜਿਨ੍ਹਾਂ ਨੇ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਆ, ਮਤਲਬ ਉਹ ਲੋਕ ਵੀ ਸਿਫਾਰਸ਼ੀ ਹੋਣਗੇ, ਉਹ ਵੀ ਲੋਕ ਉਹਨਾਂ ਦੇ ਆਪਣੇ ਹੋਣਗੇ। ਮੈਂ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀਗੀ ਕਿ ਜਦੋਂ ਆਪਾਂ ਗੋਦੀ ਮੀਡੀਆ ਕਹਿੰਦੇ ਆ ਨਾ ਤੇ ਅਸੀਂ ਕਹਿੰਦੇ ਉਹ ਪੇਡ ਆ, ਉਹ ਪੇਡ ਨਹੀਂ ਹੈਗੇ, ਉਹ ਇੱਕ ਪਾਰਟਿਕੂਲਰ ਵਿਚਾਰਧਾਰਾ ਨੂੰ ਲੈ ਕੇ ਅੱਗੇ ਚੱਲ ਰਹੇ ਆ। ਜੀ ਜੀ ਹੈ ਨਾ, ਜੀ। ਇੱਥੇ ਵੀ ਉਹੀ ਗੱਲ ਸਾਹਮਣੇ ਆਉਂਦੀ ਆ ਕਿਉਂਕਿ ਦੇਖੋ SC ST OBC ਇਹਨਾਂ ਸਾਰਿਆਂ ਦੇ ਕੋਲ ਪਹਿਲਾਂ ਇੱਕ ਮੌਕਾ ਸੀਗਾ ਕਿ IAS ਬਣੋ, 30 ਸਾਲ ਕੰਮ ਕਰੋ, ਉਸ ਤੋਂ ਬਾਅਦ ਅੱਗੇ ਆ ਜਾਓ। ਜੀ ਹੁਣ ਉਹਨਾਂ ਕੋਲ ਮੌਕਾ ਨਹੀਂ ਰਹੂਗਾ। ਐਂਡ ਇਸੇ ਤਰੀਕੇ ਨਾਲ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਸਿੱਖਾਂ ਕੋਲ ਉਹਨਾਂ ਕੋਲੋਂ ਵੀ ਇਹ ਮੌਕਾ ਖਤਮ ਹੋ ਜਾਊਗਾ ਜੀ, ਹੈ ਨਾ। ਔਰ ਹਿੰਦੂ ਵੀ ਉਹੀ ਅੱਗੇ ਆ ਸਕਣਗੇ ਜਿਨ੍ਹਾਂ ਦਾ ਕਿਸੇ ਨਾ ਕਿਸੇ ਨੇਤਾ ਦੇ ਨਾਲ ਕੋਈ ਲੈਣ ਦੇਣ ਹੈਗਾ ਆ, ਬਾਕੀ ਨਹੀਂ ਆ ਸਕਣਗੇ। ਸੋ ਆਮ ਪਬਲਿਕ ਨੂੰ ਜਿਹੜਾ ਹੈਗਾ ਉਹ ਉਸੇ ਜਗ੍ਹਾ ਦੇ ਉੱਤੇ ਉਹਨਾਂ ਨੇ ਰਿਡਿਊਸ ਕਰ ਦਿੱਤਾ ਜੋ ਤੁਹਾਡੇ ਕੋਲ ਪਹਿਲਾਂ ਸੀਗੀਆਂ ਕਿ ਤੁਸੀਂ ਐਫਰਟ ਕਰੋ, ਆਪਣਾ ਦਿਮਾਗ ਖਪਾਓ, ਪੜੋ ਔਰ ਤੁਸੀਂ ਕੁਛ ਨਾ ਕੁਛ ਬਣ ਜਾਓਗੇ, ਉਹ ਉਹਨਾਂ ਨੇ ਤੁਹਾਨੂੰ ਮਾਈਨਸ ਕਰਤਾ, ਤੁਸੀਂ ਨਹੀਂ ਬਣ ਸਕਦੇ ਹੁਣ, ਹੈ ਨਾ। ਇਹ ਉਹਨਾਂ ਨੇ ਐਜੂਕੇਸ਼ਨ ਦਾ ਜਿਹੜਾ ਹਾਲ ਕੀਤਾ ਆ। ਬਿਲਕੁਲ। ਤੇ ਇਹਦੀਆਂ ਜੇ ਆਪਾਂ ਪੋਲੀਟੀਕਲ ਵੈਲਿਊਜ਼ ਦੇਖੀਏ ਬਜਟ ਦੀਆਂ, ਤੇ ਉਸ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ, ਕੀ ਪੋਲੀਟੀਕਲ ਵੈਲਿਊਜ਼ ਹਨ ਜਾਂ ਕਿਸ ਪਾਸੇ ਨੂੰ ਜਿਹੜੀ ਗੱਲ ਜਾਂਦੀ ਹੋਈ ਦਿਖਦੀ ਪਈ ਹੈ, ਤੁਸੀਂ ਸਾਰਾ ਇਹ ਦੇਖਿਆ ਹੋਵੇਗਾ ਜੀ। ਜਿਹੜੀਆਂ ਪੋਲੀਟੀਕਲ ਵੈਲਿਊਜ਼ ਆ, ਇੱਕ ਤਾਂ ਇਹ ਗੱਲ ਆ ਕਿਉਂਕਿ ਆਪਾਂ ਇਕਨੋਮਿਸਟ ਨਹੀਂ ਹੈਗੇ, ਇਸ ਕਰਕੇ ਜਿਹੜਾ ਇਹ ਬਜਟ ਆ ਬਕਾਇਦਾ ਮੈਂ ਜਿੱਥੋਂ ਇਹਨੂੰ ਦੇਖਦੀ ਆ, ਮੈਂ ਇਹਨੂੰ ਪੋਲੀਟੀਕਲ ਇਨਕਲੀਨੇਸ਼ਨ ਨਾਲ ਹੀ ਦੇਖਦੀ ਆ ਜੀ। ਸੋ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਉਹ ਆ ਕਿ ਉਹਨਾਂ ਨੇ ਇਲੈਕਸ਼ਨ ਮਨੀ, ਮੈਂ ਉਹਨੂੰ ਕਹਿੰਦੀ ਇਲੈਕਸ਼ਨ ਮਨੀ, ਵਾਟ ਇਜ਼ ਦੈਟ ਇਲੈਕਸ਼ਨ ਮਨੀ, ਕਿ ਉਹਨਾਂ ਨੇ ਕੁਝ ਐਸੇ ਜਿਹੜੇ ਖੇਤਰ ਆ ਉਹਨਾਂ ਨੂੰ ਪੈਸੇ ਦਿੱਤੇ ਆ ਜਿਹਦੇ ਵਿੱਚ ਭਾਰਤਮਾਲਾ ਪ੍ਰੋਜੈਕਟ ਹੈ ਇੱਕ ਤਾਂ, ਹੈ ਨਾ। ਖੈਰ ਭਾਰਤਮਾਲਾ ਪ੍ਰੋਜੈਕਟ ਉਹਨਾਂ ਨੇ ਜਿਹੜੀਆਂ ਥੱਲੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਰੋਡਸ ਦੇ ਨਾਲ ਉਹਨਾਂ ਨੇ ਜੁਆਇਨ ਕਰਨ ਦੀ ਗੱਲ ਕੀਤੀ ਆ, ਪਰ ਉਹਨਾਂ ਨੇ ਕੁਝ ਜਿਹੜੀਆਂ ਨੈਸ਼ਨਲ ਹਾਈਵੇਜ਼ ਬਣਾਉਣ ਵਾਸਤੇ ਜਾਂ ਜਿਹੜਾ ਰੋਡ ਕੰਸਟਰਕਸ਼ਨ ਵਾਸਤੇ ਜਿਹੜੇ ਪੈਸੇ ਉਹ ਬਕਾਇਦਾ ਉਹਨਾਂ ਨੂੰ ਹੀ ਦਿੱਤੇ ਆ, ਜਿਵੇਂ ਤਮਿਲਨਾਡੂ ਹੋ ਗਿਆ, ਆਸਾਮ ਹੋ ਗਿਆ, ਵੈਸਟ ਬੰਗਾਲ ਹੋ ਗਿਆ, ਜਿਨ੍ਹਾਂ ਦੇ ਕੋਲੋਂ ਜਿੱਥੇ ਹੁਣ ਇਲੈਕਸ਼ਨਸ ਆ ਰਹੀਆਂ ਆ। ਠੀਕ ਹੈ ਉਹ ਉਹਨਾਂ ਨੂੰ ਹੀ ਪੈਸੇ ਦੇ ਰਹੇ ਆ। ਮਤਲਬ ਜਿੱਦਾਂ ਪਹਿਲਾਂ ਬਿਹਾਰ ਦੇ ਵਿੱਚ ਜਦੋਂ ਇਲੈਕਸ਼ਨ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਵੈਕਸੀਨੇਸ਼ਨ ਜਿਹੜੀ ਆ ਫ੍ਰੀ ਹੋਊਗੀ ਸਾਰਿਆਂ ਨੂੰ। ਜੀ ਉਸ ਤਰੀਕੇ ਨਾਲ। ਔਰ ਜਿੱਥੇ ਆਪਾਂ ਇਹ ਕਹੀਏ ਨਾ ਕਿ ਐਗਰੀਕਲਚਰ ਵਾਸਤੇ ਉਹਨਾਂ ਨੇ ਕੁਝ ਨਹੀਂ ਦਿੱਤਾ, ਪਰ ਅਸਾਮ ਦੇ ਵਿੱਚ ਇਲੈਕਸ਼ਨ ਆ ਤੇ ਇਸ ਕਰਕੇ ਅਸਾਮ ਦੇ ਜਿਹੜੇ ਟੀ ਗਾਰਡਨਰਸ ਆ ਉਹਨਾਂ ਨੂੰ ਕੁਝ ਪੈਸੇ ਦੇ ਦਿੱਤੇ ਗਏ ਆ ਜੀ। ਸੋ ਉਹਨਾਂ ਨੇ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਮਤਲਬ ਅਗਲੇ ਇੱਕ ਸਾਲ ਦੇ ਜਿਹੜੇ ਹੋਣਗੇ ਉਹ ਸਾਰਾ ਉਸੇ ਹਿਸਾਬ ਨਾਲ ਪੂਰਾ ਤਿਆਰ ਕੀਤਾ ਗਿਆ। ਹਾਂ, ਫਿਰ ਜਿਹੜਾ ਇਨਕਮ ਟੈਕਸ ਦੀ ਅਸੈਸਮੈਂਟ ਆ ਪੋਲੀਟੀਕਲੀ ਅਗਰ ਆਪਾਂ ਦੇਖੀਏ ਤਾਂ ਉਹਨਾਂ ਨੇ ਇਹ ਕਿਹਾ ਆ ਕਿ ਇਨਕਮ ਟੈਕਸ ਦੀਆਂ ਜਿਹੜੀਆਂ ਫਾਈਲਸ ਆ ਨਾ ਉਹ 3 ਸਾਲ ਤੱਕ, ਪਹਿਲਾਂ 6 ਸਾਲ, ਮਤਲਬ 6 ਸਾਲ ਤੱਕ ਨਹੀਂ, ਹੁਣ ਸਿਰਫ 3 ਸਾਲ ਪੁਰਾਣੀਆਂ ਖੁੱਲ ਸਕਦੀਆਂ, 6 ਸਾਲ ਪੁਰਾਣੀਆਂ ਨਹੀਂ ਖੁੱਲਣਗੀਆਂ। ਔਰ ਉਸ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਕਹਿਤੀ ਕਿ ਸਿਰਫ ਉਹ ਫਾਈਲ ਜਿਹੜੀਆਂ 50 ਲੱਖ ਤੋਂ ਜਿਨ੍ਹਾਂ ਦੇ ਜ਼ਿਆਦਾ ਡਿਫਾਲਟਡ ਆ 50 ਲੱਖ ਮੋਰ, ਹੁਣ 50 ਲੱਖ ਤੋਂ ਉੱਪਰ ਜਿਹੜੇ ਲੋਕ ਆਪਣੀ IT ਭਰਦੇ ਹੋਣਗੇ, ਇਨਕਮ ਟੈਕਸ ਭਰਦੇ ਹੋਣਗੇ, ਇਹਦਾ ਮਤਲਬ ਉਹ ਕਰੋੜਪਤੀ ਆ। ਆਮ ਬੰਦਾ 50 ਲੱਖ ਨਹੀਂ ਭਰਦਾ, ਹੈ ਨਾ। ਤੇ ਉਹਨਾਂ ਨੂੰ ਕਿਹਾ ਹੈ ਕਿ ਉਹ 10 ਸਾਲ ਦੀਆਂ ਹੋਣਗੀਆਂ। ਹੁਣ ਇਹਦੇ ਵਿੱਚ ਨਾ ਉਹਨਾਂ ਨੇ ਜਿਹੜੇ ਉਹ ਲੋਕ ਜਿਹੜੇ ਇਹਨਾਂ ਦੇ ਵੱਲ ਆਉਣਾ ਚਾਹੁੰਦੇ ਆ, ਕਿਉਂਕਿ ਇਹ ਤਾਂ ਉਹਨਾਂ ਨੇ ਚੋਰੀ ਕਰਨ ਦਾ ਬੜਾ ਵਧੀਆ ਰਾਹ ਖੋਲ ਦਿੱਤਾ ਕਿ 3 ਸਾਲ ਤੁਸੀਂ ਇੱਧਰ ਉੱਧਰ ਰਹੋ ਐਂਡ ਦੈਨ ਦੈਟਸ ਇਟ, ਤੁਹਾਡੀ ਫਾਈਲ ਖਤਮ ਜੀ, ਹੈ ਨਾ, ਉਹ ਖੋਲੀ ਨਹੀਂ ਜਾਊਗੀ। ਜਦ ਕਿ ਇਹੀ ਮੋਦੀ ਸਾਹਿਬ ਨੇ ਜਦੋਂ ਇਹਨਾਂ ਨੇ ਡੀਮੋਨੇਟਾਈਜ਼ ਕੀਤਾ, ਮੋਨੇਟਾਈਜੇਸ਼ਨ ਕੀਤੀ ਸੀ, ਤਾਂ ਇਹਨਾਂ ਨੇ ਕਿਹਾ ਸੀਗਾ ਕਿ ਜੋ टैक्स चोरी करते हैं हम उनकी पीढ़ियां तक खोज के लाएंगे, है ना। और हुण उन्होंने 3 साल तक उन्होंने कहता कि पीढ़ियां 3 साल तक खत्म कर दो। ਉਹਦਾ ਕਾਰਨ ਕੀ ਆ ਕਿ ਜਿਨ੍ਹਾਂ ਨੇ ਬਾਕੀ ਹੋਰ ਜਗ੍ਹਾ ਦੇ ਤੋਂ ਛੱਡ ਕੇ ਜੀ ਬੀਜੇਪੀ ਜੁਆਇਨ ਕਰਨੀ ਆ, ਉਹਨਾਂ ਦਾ ਹੁਣ ਪਿਛਲਾ ਰਿਕਾਰਡ ਵੀ ਤਾਂ ਉਹਨਾਂ ਨੇ ਮਾਈਨਸ ਕਰਨਾ ਨਾ। ਤਾਂ ਉਹ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਕਿ ਬੀਜੇਪੀ ਇਜ਼ ਅ ਵਾਸ਼ਿੰਗ ਮਸ਼ੀਨ, ਜਿਹਦੇ ਵਿੱਚ ਜਾ ਕੇ ਸਾਰੇ ਪਾਪ ਧੁਲ ਜਾਂਦੇ ਆ, ਤਾਂ ਉਹ ਪਾਪ ਧੋਣ ਦਾ ਇੱਕ ਤਰੀਕਾ ਉਹਨਾਂ ਨੇ ਇਹ ਬਣਾਤਾ ਕਿ ਤੁਸੀਂ ਸਿਰਫ 3 ਸਾਲ ਤੱਕ ਤੁਹਾਡੇ ਤਾਂ 3 ਸਾਲ ਪੁਰਾਣਾ ਤੁਹਾਡਾ ਕੇਸ ਖੁੱਲ ਸਕਦਾ, ਉਸ ਤੋਂ ਪੁਰਾਣਾ ਕੇਸ ਨਹੀਂ ਖੁੱਲ ਸਕਦਾ, ਰਾਈਟ। ਔਰ 3 ਸਾਲ ਤੋਂ ਮੈਨੂੰ ਲੱਗਦਾ ਕਿ ਅਗਰ ਆਪਾਂ ਦੇਖੀਏ ਕਿ ਜਿਹੜੇ ਇਹਨਾਂ ਦੇ ਆਪਣੇ ਚਹੇਤੇ ਆ ਉਹਨਾਂ ਨੂੰ ਤਾਂ ਉਹ ਆਲਰੇਡੀ ਉਹਨਾਂ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਨਹੀਂ ਪਾਇਆ ਗਿਆ ਹੋਊਗਾ। ਵੈਸੇ ਵੀ ਇਸ ਟਾਈਮ ਦੇ ਉੱਤੇ ਜਿਹੜੀ ED ਐਂਡ ਟੈਕਸ ਡਿਪਾਰਟਮੈਂਟ ਆ ਉਹ ਸਾਰਾ ਆਲਰੇਡੀ ਇਹਨਾਂ ਦਾ ਪਪੇਟ ਬਣਿਆ ਹੋਇਆ ਆ। ਬਟ ਇੱਕ ਗੱਲ ਤੀਸਰੀ ਜਿਹੜੀ ਮੈਨੂੰ ਬੜੀ ਇੰਪੋਰਟੈਂਟ ਵੀ ਗੱਲ ਲੱਗਦੀ ਆ, ਔਰ ਮੈਨੂੰ ਲੱਗਦਾ ਕਿ ਇਹ ਸਾਨੂੰ ਸਮਝਣੀ ਵੀ ਬਹੁਤ ਜ਼ਰੂਰੀ ਆ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ, ਬਜਟ ਦੇ ਵਿੱਚ 100 ਸੈਨਿਕ ਸਕੂਲ ਖੋਲਣ ਦੀ ਗੱਲ ਹੋਈ ਆ। ਸੈਨਿਕ ਸਕੂਲ ਹੁੰਦੇ ਆ ਆਰਮੀ ਸਕੂਲ, ਆਰਮੀ ਸਕੂਲ ਦੇ ਵਿੱਚ ਕੋਈ ਵੀ ਬੱਚਾ ਜਾ ਕੇ ਪੜ੍ਹ ਸਕਦਾ ਆ। ਔਰ ਆਰਮੀ ਸਕੂਲਸ ਦੀ ਇੱਕ ਫੈਸਿਲਿਟੀ ਆ ਕਿ ਜਾਂ ਇਹ ਕਹਿ ਲਈ ਕਿ ਉਹਨਾਂ ਦਾ ਇੱਕ ਪੋਜ਼ਿਟਿਵ ਪੁਆਇੰਟ ਆ ਕਿ ਉੱਥੇ ਤੁਹਾਨੂੰ ਡਿਸਿਪਲਿਨ, ਜਿਹੜੇ ਆਰਮੀ ਸਕੂਲ ਦੇ ਪੜ੍ਹੇ ਬੱਚੇ ਹੁੰਦੇ ਆ, ਮੈਂ ਕਿਉਂਕਿ ਜਦੋਂ ਅਸੀਂ SSB ਦੀ, ਮੈਂ ਵੀ SSB ਦੇ ਇੰਟਰਵਿਊ 'ਚ ਬੈਠੀ ਆ,
ਜਦੋਂ ਅਸੀਂ ਉੱਥੇ ਜਾਈਦੇ ਜਿਹੜੇ ਆਰਮੀ ਸਕੂਲ ਦੇ ਬੱਚੇ ਹੁੰਦੇ ਆ ਨਾ, ਉਹਨਾਂ ਦਾ ਤੁਹਾਨੂੰ ਦੂਰੋਂ ਪਤਾ ਲੱਗ ਜਾਂਦਾ ਕਿ ਆਰਮੀ ਸਕੂਲ ਦੇ ਸਟੂਡੈਂਟਸ ਆ। ਮਤਲਬ ਇੱਕ ਉਹਨਾਂ ਦੇ ਅੰਦਰ ਅਨੁਸ਼ਾਸਨ ਜਿਹੜਾ ਇੱਕ ਵੱਖਰਾ ਹੁੰਦਾ। ਅਨੁਸ਼ਾਸਨ, ਇੱਕ ਉਹਨਾਂ ਦਾ ਡਿਫਰੈਂਟ ਵੇ ਆਫ ਟਾਕਿੰਗ, ਉਹਨਾਂ ਦੀ ਹਰ ਇੱਕ ਉਹਨਾਂ ਦਾ ਬਿਹੇਵੀਅਰ ਡਿਫਰੈਂਟ ਹੁੰਦਾ ਆ। ਸੋ ਉਹ ਆਰਮੀ ਸਕੂਲ ਦੇ ਬੱਚਿਆਂ ਨੂੰ ਚੰਡਿਆ ਹੀ ਇਸ ਤਰੀਕੇ ਨਾਲ ਜਾਂਦਾ ਕਿ ਉਹ ਆਰਮੀ ਦਾ ਪ੍ਰੋਡਕਟ ਬਣ ਜਾਣ, ਹੈ ਨਾ। ਇਹ ਕੰਪਲਸ਼ਨ ਨਹੀਂ ਹੈਗੀ, ਪਰ ਉਹਨਾਂ ਦੀ ਜਿਹੜੀ ਗਰੋਥ ਆ ਉਹ ਇਸ ਤਰੀਕੇ ਨਾਲ ਹੁੰਦੀ ਆ। ਤੇ ਹੁਣ ਇਸ ਟਾਈਮ ਦੇ ਉੱਤੇ 100 ਨਵੇਂ ਸੈਨਿਕ ਸਕੂਲਾਂ ਦੀ ਗੱਲ ਕੀਤੀ ਗਈ ਆ। ਇੱਕ ਗੱਲ ਤਾਂ ਇਹ ਆ ਕਿ ਆਲਰੇਡੀ ਜਿਹੜੇ ਸੈਨਿਕ ਸਕੂਲ ਚੱਲ ਰਹੇ ਆ ਉਹਨਾਂ ਦਾ ਜਿਹੜਾ ਮਿਆਰ ਆ ਉਹ ਬਹੁਤ ਨੀਚਾ ਗਿਰ ਗਿਆ ਜੀ। ਜੋ ਪਹਿਲਾਂ ਸੈਨਿਕ ਸਕੂਲ ਹੁੰਦੇ ਸੀਗੇ ਉਹੋ ਜਿਹਾ ਇਸ ਟਾਈਮ ਤੇ ਕੁਝ ਹੈ ਨਹੀਂ। ਬਟ 100 ਸੈਨਿਕ ਸਕੂਲ ਖੋਲ੍ਹਣ ਦੀ ਗੱਲ ਸਾਨੂੰ ਪੋਜ਼ਿਟਿਵ ਲੱਗਦੀ ਆ ਕਿ ਚੰਗੀ ਗੱਲ ਆ ਜੀ। ਪਰ ਜਿਹੜਾ ਅਗਲਾ ਹੀ ਕਲੌਜ਼ ਆ ਉਹ ਕਹਿੰਦਾ ਕਿ ਸੈਨਿਕ ਸਕੂਲ ਖੋਲ੍ਹ ਸਕਦੇ ਆ ਵਿਦ ਦੀ ਹੈਲਪ ਆਫ NGOs। ਮਤਲਬ ਉਹ NGOs ਕਿਹੜੀਆਂ ਹੋਣਗੀਆਂ ਜਿਹੜੀਆਂ? ਹਾਂਜੀ, ਹੁਣ ਆਹੀ ਕੁੰਡੀ ਆ ਕਿ ਉਹ NGO ਕਿਹੜੀਆਂ ਹੋਣਗੀਆਂ, ਹੈ ਨਾ। ਉਹ NGOs ਜਿਹੜੀਆਂ ਆ ਉਹ ਬਕਾਇਦਾ, ਕਿਉਂਕਿ ਜਦੋਂ ਤੁਸੀਂ ਪ੍ਰਾਈਵੇਟ ਸੈਕਟਰ ਦੇ ਹੱਥ ਵਿੱਚ ਜਾਂਦੇ ਆ ਤਾਂ ਪ੍ਰਾਈਵੇਟ ਸੈਕਟਰ ਨੇ ਉਹਨਾਂ NGOs ਨੂੰ ਹੀ ਪਹਿਲ ਦੇਣੀ ਆ ਜਿਹੜੀਆਂ ਸਰਕਾਰ ਦੀਆਂ ਆਪਣੀਆਂ ਨੇ। ਔਰ ਇੱਥੇ ਮੈਂ RSS ਦੀ ਗੱਲ ਕਰ ਰਹੀ ਹਾਂ ਜੀ, ਹੈ ਨਾ, ਕਿਉਂਕਿ ਜਿਹੜੇ ਉਹਨਾਂ ਦੇ ਜਿਹੜੇ ਹੋਰ ਵਿੰਗ ਆ, ਸੋ ਅਗਰ ਉਹਨਾਂ ਨੇ ਸੈਨਿਕ ਸਕੂਲ ਵੀ ਉਹਨਾਂ ਦੇ ਅੰਡਰ ਲੈ ਗਏ, ਹੁਣ ਤੁਸੀਂ ਇਹ ਸੋਚੋ ਮਤਲਬ ਕਿ RSS ਦੀ ਵਿਚਾਰਧਾਰਾ ਵਾਲੇ ਜਿਹੜੇ ਸੈਨਿਕ ਸਕੂਲ ਹੋ ਸਕਦੇ ਆ, ਉਹ ਹੋ ਸਕਦੇ ਆ ਬਕਾਇਦਾ ਉਹਨਾਂ ਦੀ ਹੀ ਵਿਚਾਰਧਾਰਾ ਵਾਲੇ ਹੋਣਗੇ ਨਾ। ਕਿਉਂਕਿ ਜਦੋਂ ਉਹ ਸਕੂਲ ਆਪ ਬਣਾਉਣਗੇ, ਉਹਨਾਂ ਨੂੰ ਰਨ ਆਪ ਕਰਨਗੇ, ਤਾਂ ਉਹ ਆਲਰੇਡੀ ਇਸ ਤਰ੍ਹਾਂ ਕਰ ਰਹੇ ਆ ਬਹੁਤ ਜਗ੍ਹਾ ਦੇ ਉੱਤੇ, ਹੈ ਨਾ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸੂਗੀ ਕਿ ਬਹੁਤ ਸਾਰੀਆਂ ਜਿਹੜੀਆਂ ਪਬਲਿਕ ਸੈਕਟਰ ਯੂਨਿਟਸ ਹੁੰਦੇ ਆ ਨਾ, ਜਿੱਦਾਂ ONGC ਜਾਂ IOC, ਇਹਦੇ ਵਿੱਚ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦਾ 2% ਹੁੰਦਾ ਆ। ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦਾ 2% ਜਿਹੜਾ ਆ ਉਹ ਆਲਰੇਡੀ ਕਿਸੇ ਨਾ ਕਿਸੇ NGO ਨੂੰ ਜਾਣਾ ਹੁੰਦਾ ਆ, ਤਾਂ ਉਹ ਆਲਰੇਡੀ RSS ਨੂੰ ਜਾ ਰਿਹਾ ਆ ਜੀ ਇਹਨਾਂ ਦਾ। ਮਤਲਬ ਉਹ 2% ਉਧਰ ਜਾ ਰਿਹਾ ਹੈਗਾ, ਉਧਰ ਜਾ ਰਿਹਾ ਆਲਰੇਡੀ। ਜਿਹੜਾ ਟੈਕਸ ਪੇਅਰ ਦਾ ਮਨੀ ਆ, ਜਿਹੜਾ ਪੈਸਾ ਆ, ਉਹ ਉਹਨਾਂ ਵੱਲ ਜਾ ਰਿਹਾ ਆ। ਮਤਲਬ ਇਹਦੇ ਆਪਾਂ ਨੂੰ ਰਿਪੋਰਟਸ ਮਿਲਦੀਆਂ ਹੈਗੀਆਂ? ਜੀ ਬਿਲਕੁਲ। ਇਹ ਮੈਂ ਆਪਣੇ ਕੋਲੋਂ ਨਹੀਂ ਬੋਲ ਰਹੀ, ਇਹ ਬਕਾਇਦਾ NDTV ਦੇ ਵਿੱਚ ਰਵੀਸ਼ ਕੁਮਾਰ ਹੋਣਾ ਦੀ ਜਿਹੜੀ ਡਿਬੇਟ ਹੋਈ ਸੀ ਉਹਦੇ ਵਿੱਚ ਗੱਲ ਬੋਲੀ ਗਈ ਆ ਜੀ। ਉਹ ਆਲਰੇਡੀ ਮਿਲਦੀਆਂ ਆ ਉਹਨਾਂ ਨੂੰ, ਸੰਘ ਓਰੀਐਂਟਡ ਮਤਲਬ ਲੋਕ ਜਿਹੜੇ ਪੁੱਛਦੇ ਆ ਕਿ ਪੈਸਾ ਕਿੱਥੋਂ ਆ ਰਿਹਾ ਤੇ ਉਹ ਤੁਹਾਡਾ ਹੀ ਪੈਸਾ ਇਹ ਲੋਕ ਯੂਜ਼ ਕਰ ਰਹੇ ਨੇ ਔਰ ਤੁਹਾਡੇ ਹੀ ਖਿਲਾਫ ਯੂਜ਼ ਕਰ ਰਹੇ ਨੇ। ਜੀ ਬਿਲਕੁਲ ਜੀ। ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਉਹ ਆ ਕਿ ਜਦੋਂ ਤੁਸੀਂ NGOs, ਜਿਹੜਾ ਸੈਨਿਕ ਸਕੂਲ ਵੀ ਹੁਣ RSS ਜਾਂ ਕੋਈ ਵੀ, ਮੰਨ ਲਓ ਕੋਈ ਵੀ XYZ ਕੰਪਨੀ ਆਈ, ਉਹਨੇ ਆਪਣਾ NGO ਬਣਾ ਲਿਆ, ਪਰ ਪਿੱਛੋਂ NGO ਦੇ RSS ਹੈਗੀ ਆ। ਬੇਸ਼ੱਕ RSS ਫਰੰਟ ਤੇ ਨਾ ਵੀ ਆਵੇ, ਪਰ ਅਗਰ NGO ਉਹਨਾਂ ਦੀ ਆ ਤੇ ਉਹ ਹੈ ਟੈਕਸ ਪੇਅਰ ਦਾ ਹੀ ਪੈਸਾ, ਪਰ ਉਹ ਲੱਗੂਗਾ ਸੈਨਿਕ ਸਕੂਲ ਦੇ ਉੱਤੇ ਔਰ ਵਿਚਾਰਧਾਰਾ ਜਿਹੜੀ ਆ ਉਹ ਇੱਕ ਪਾਰਟਿਕੂਲਰ ਵਿਚਾਰਧਾਰਾ ਇੰਪਲੀਮੈਂਟ ਹੋਊਗੀ। ਔਰ ਇਹ ਬਹੁਤ ਖਤਰਨਾਕ ਗੱਲ ਆ, ਕਿਉਂਕਿ ਦੈਟ ਮੀਨਸ ਕਿ ਤੁਹਾਡੀ ਜਿਹੜੀ ਆਰਮੀ ਆ ਉਹ ਵੀ ਇੱਕ ਪਾਰਟਿਕੂਲਰ ਵਿਚਾਰਧਾਰਾ ਵਾਲੀ ਹੋ ਜੂਗੀ। ਸਿਮਿਲਰ ਜਿੱਦਾਂ ਨਾਜ਼ੀਜ਼ ਨੇ ਇੱਕ ਪਾਰਟਿਕੂਲਰ ਵਿਚਾਰਧਾਰਾ ਦੀ ਆਰਮੀ ਬਣਾ ਲਈ ਸੀ, ਜਿਨ੍ਹਾਂ ਨੇ ਕੰਸੈਂਟਰੇਸ਼ਨ ਕੈਂਪ ਵੀ ਬਣਾ ਲਏ ਔਰ ਬੜਾ ਕੁਝ ਕਰ ਲਿਆ, ਸਾਰਾ ਕੁਝ ਕਰ ਲਿਆ। ਸਹੀ ਗੱਲ ਹੈ। ਔਰ ਉਸ ਤਰੀਕੇ ਦੀ ਵੱਲ ਮੈਨੂੰ ਥੋੜਾ ਬਹੁਤ ਇਹ ਮੈਨੂੰ ਬੜਾ ਖਤਰਨਾਕ ਪੁਆਇੰਟ ਲੱਗਾ ਆ। ਅਗਲੀ ਗੱਲ ਜਿਹੜੀ ਮੈਨੂੰ ਇਹਦੇ 'ਚ ਆਪਾਂ ਨੂੰ ਦੇਖਣੀ ਪਊਗੀ ਉਹ ਇਹ ਆ, ਜਦੋਂ ਅਸੀਂ ਕਹਿੰਦੇ ਆ ਨਾ ਕਿ ਇਹ ਜਿਹੜੀ ਸਰਕਾਰ ਆ ਇੱਕ ਪਾਰਟਿਕੂਲਰ ਏਜੰਡਾ ਤੇ ਕੰਮ ਕਰ ਰਹੀ ਆ, ਦੈਟ ਮੀਨਸ ਕਿ ਜਿਹੜੇ ਗਰੀਬ ਆ ਉਹਨਾਂ ਨੂੰ ਹੋਰ ਗਰੀਬ ਕਰ ਦਿਓ, ਉਹਨਾਂ ਨੂੰ ਹੋਰ ਥੱਲੇ ਸਿੱਟ ਦਿਓ, ਔਰ ਜਿਹੜਾ ਅਮੀਰ ਆ ਕੁਝ ਚੰਦ ਲੋਕਾਂ ਨੂੰ ਇੰਨਾ ਅਮੀਰ ਕਰ ਦਿਓ ਕਿ ਉਹਨਾਂ ਦੇ ਹੱਥ 'ਚ ਸਾਰਾ ਕੁਝ ਹੋਵੇ, ਹੈ ਨਾ। ਨਰੇਗਾ ਦੇ ਵਿੱਚ ਜਿਹੜਾ ਪਿਛਲੇ ਸਾਲ 90% ਨਾਲੋਂ ਕਰੋਨਾ ਤੋਂ ਪਹਿਲਾਂ 90% ਜਿਹੜੀਆਂ ਐਲੋਕੇਸ਼ਨਸ ਤੋਂ ਜ਼ਿਆਦਾ, ਮਤਲਬ ਜਿੰਨੀਆਂ ਐਲੋਕੇਸ਼ਨ ਹੋਈਆਂ ਉਸ ਤੋਂ 90% ਜ਼ਿਆਦਾ ਦੀ ਡਿਮਾਂਡ ਸੀਗੀ, ਹੈ ਨਾ। ਉਹ 90% ਜ਼ਿਆਦਾ ਲੋਕ ਜਿਹੜੇ ਮੰਗ ਰਹੇ ਸੀਗੇ। ਕਰੋਨਾ ਤੋਂ ਬਾਅਦ ਇੰਨੇ ਸਾਰੇ ਮਾਈਗ੍ਰੈਂਟ ਵਰਕਰ ਇੱਧਰ ਉੱਧਰ ਗਏ ਆ, ਹੁਣ ਗੱਲ ਇਹ ਆ ਕਿ ਉਹਨਾਂ ਨੂੰ ਵੀ ਕੁਛ ਨਾ ਕੁਛ ਚਾਹੀਦਾ ਆ। ਸੋ ਇਸ ਵਾਰੀ ਉਹ 90% ਤੋਂ ਜ਼ਿਆਦਾ ਹੋ ਜਾਣਗੀਆਂ, ਬਟ ਉਹਨਾਂ ਨੇ ਐਰਕੀ ਨਰੇਗਾ ਨੂੰ ਕੁਛ ਨਹੀਂ ਦਿੱਤਾ, ਨਰੇਗਾ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਆ। ਮਤਲਬ ਉਹਦੇ ਲਈ ਬਜਟ ਦੇ ਵਿੱਚ ਉਹਨਾਂ ਦੇ ਵਿੱਚ ਬਜਟ ਲਈ ਕੁਛ ਨਹੀਂ ਹੈਗਾ, ਬਜਟ ਦੇ ਵਿੱਚ ਉਹਨਾਂ ਨੂੰ ਕੁਛ ਨਹੀਂ ਦਿੱਤਾ ਗਿਆ। ਪਰ ਇੱਥੇ ਇੱਕ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਸਪੀਚ ਹੈਗੀ ਆ, ਜਦੋਂ ਮੇਰਾ ਖਿਆਲ ਆਏ ਸਨ, ਉਹਨਾਂ ਨੇ ਉਦੋਂ ਕਿਹਾ ਸੀ ਕਿ ਨਰੇਗਾ ਇੱਕ ਤਰ੍ਹਾਂ ਦਾ ਕਹਿੰਦੇ ਕਿ ਫੇਲੀਅਰ ਆ, ਕਿ ਜਿਹੜੀ ਪੁਰਾਣੀ ਸਰਕਾਰ ਸੀ ਉਹ ਲੋਕਾਂ ਦੇ ਲੈਵਲ ਨੂੰ ਉੱਚਾ ਨਹੀਂ ਚੱਕ ਸਕੀ ਤੇ ਉਹਨੂੰ ਸਿਰਫ ਲੇਬਰ ਕਰਕੇ ਰੱਖਿਆ ਤੇ ਮੈਂ ਇਹਨੂੰ ਚੱਲਦਾ ਰੱਖਾਂਗਾ। ਹਾਂਜੀ, ਤੇ ਫਿਰ ਮੈਂ ਇਹਨੂੰ ਚੱਲਦਾ ਰੱਖਾਂਗਾ ਐਜ਼ ਅ ਟੋਕਨ ਆਫ देयर ਫੇਲਿਅਰ, ਹੈ ਨਾ, ਕਿ ਉਹਨਾਂ ਦਾ ਇਦਾਂ ਹੀ ਕਿਹਾ ਸੀ ਉਹਨਾਂ ਨੇ। ਜੀ ਜੀ। ਆਲ ਰਾਈਟ, ਹੋ ਸਕਦਾ ਕਿ ਉਹ ਇੱਕ, ਵੈਸੇ ਤਾਂ ਉਹ ਫੇਲਿਅਰ ਨਹੀਂ ਹੈਗਾ। ਦੇਖੋ ਬੇਸ਼ੱਕ ਇਥੋਂ ਨਾ ਇਸ ਟਾਈਮ ਤੇ ਲੱਗਣਾ ਕਿਸੇ ਨੂੰ ਕਿ ਅਸੀਂ ਕਾਂਗਰਸ ਦੇ ਹਿਤੈਸ਼ੀ ਆ, ਜਦ ਕਿ ਕਾਂਗਰਸ ਦੇ ਨਾਲ ਮੇਰਾ ਦੂਰ ਦੂਰ ਤੱਕ ਵਾਸਤਾ ਨਹੀਂ, ਐਵਰ ਸਿੰਸ 1984। ਸਾਡਾ ਦੋਨਾਂ ਨਾਲ ਹੀ ਨਹੀਂ ਹੈਗਾ ਫਿਲਹਾਲ। ਹਾਂ ਨਹੀਂ, ਮੈਂ BJP ਨਾਲ ਤਾਂ ਬਿਲਕੁਲ ਹੀ ਨਹੀਂ, ਬਟ ਜੇ ਇਸ ਟਾਈਮ ਤੇ ਕਿਸੇ ਨੂੰ ਇਹ ਲੱਗੇ ਕਿ ਸ਼ਾਇਦ ਅਸੀਂ ਕਾਂਗਰਸ ਦੇ ਹੱਕ ਦੀ ਗੱਲ ਕਰ ਰਹੇ, ਨਹੀਂ। ਨਰੇਗਾ ਜਿਹੜਾ ਹੈ ਨਾ
ਨਰੇਗਾ ਦੇ ਵਿੱਚੋਂ ਜਿੰਨੀ ਵੀ, ਚਾਹੇ ਉਹ 100 ਦਿਨ ਦਾ ਜਿਹੜਾ ਦੇਣੀ ਜੀ। ਹੁੰਦੀ ਸੀਗੀ ਉਹਨਾਂ ਨੂੰ ਰੋਜ਼ਗਾਰ, ਉਹ ਬੜੀ ਇੱਕ ਚੰਗੀ ਵੀ ਚੀਜ਼ ਹੈਗੀ ਆ ਕਿ ਚਲੋ ਜਿਹਨੂੰ ਕਮ ਸੇ ਕਮ ਉਹਨਾਂ ਦੀ ਰੋਟੀ ਚੱਲਦੀ ਰਹਿੰਦੀ ਸੀਗੀ, ਜੀ। ਰਾਈਟ। ਪਰ ਜਦੋਂ ਤੁਸੀਂ ਉਹਨਾਂ ਨੂੰ ਕੁਝ ਦਹੋਗੇ ਹੀ ਨਹੀਂ, ਤੁਸੀਂ ਕਹਿ ਰਹੇ ਆ ਕਿ ਅਸੀਂ ਉਹਨਾਂ ਨੂੰ ਚੱਲਦੇ ਰੱਖਾਂਗੇ, ਜੀ। ਬਟ ਤੁਸੀਂ ਉਹਨਾਂ ਦੇ ਸਾਰੇ ਬਜਟ ਦੇ ਫੰਡਸ ਵਿੱਚ ਜਿਹੜੇ ਆ ਉਹ allocation ਬਾਹਰ ਨਹੀਂ ਕਰ ਕੱਢ ਰਹੇ ਆ, ਜੀ, ਜੀ। ਫੰਡ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ, ਉਹ ਚੱਲਦਾ ਰਹਿ ਹੀ ਨਹੀਂ ਸਕਦਾ, ਐਂਡ ਦੈਨ ਯੂ ਵਿਲ ਸੇ ਕਿ ਇਹ ਫੇਲੀਅਰ ਆ। ਸੋ ਬੇਸਿਕਲੀ ਤੁਸੀਂ ਇੱਕ ਕਿਲੇਬੰਦੀ ਕਰਦੇ ਆ ਜੀ, ਚੀਜ਼ਾਂ ਨੂੰ ਜੀ। ਫੇਲ ਕਰਨ ਲਈ, ਔਰ ਜਦੋਂ ਫੇਲ ਹੋ ਜਾਂਦੀਆਂ ਆ ਫਿਰ ਤੁਸੀਂ ਕਹਿੰਦੇ ਕਿ ਇਹ ਆਲਰੇਡੀ ਫੇਲੀਅਰ ਸੀਗਾ, ਰਾਈਟ। ਜੀ, ਜੀ। ਸੋ ਇਹ ਜਿਹੜੀ, ਜਦੋਂ ਅਗਰ ਮੈਂ ਇਹਨੂੰ ਸਾਰਿਆਂ ਨੂੰ ਕ੍ਰਕਸ ਵਿੱਚ ਰੱਖਣਾ ਹੋਵੇ ਨਾ ਪੋਲੀਟੀਕਲ ਪੁਆਇੰਟ ਆਫ ਵਿਊ ਨੂੰ, ਜੀ। ਤਾਂ ਉਹਦਾ ਜਗਜੀਤ ਇਹੀ ਆ ਕਿ ਇਹ ਜਿਹੜੀ ਸਰਕਾਰ ਆ ਇੱਕ ਪਾਰਟਿਕੂਲਰ ਏਜੰਡੇ ਉੱਤੇ ਕੰਮ ਕਰ ਰਹੀ ਆ, ਪਹਿਲੀ ਗੱਲ, ਜਿਹਦੇ ਵਿੱਚੋਂ ਚਾਹੇ ਆਪਾਂ ਉਹਨਾਂ ਨੂੰ ਕਹਿ ਲਈਏ ਕਿ ਜਿੱਥੇ ਜਿੱਥੇ ਵੀ ਇਲੈਕਸ਼ਨਸ ਹੈਗੀਆਂ ਉੱਥੇ ਉੱਥੇ ਪੈਸੇ ਦੇ ਦਿਓ, ਉੱਥੋਂ ਦੇ ਉਹਨਾਂ ਨੂੰ ਕਿਸਾਨ ਵੀ ਨਜ਼ਰ ਆ ਗਏ, ਜੀ। ਜਿਹੜੇ ਟੀ ਗਾਰਡਨਰਸ ਨੇ ਉਹ ਵੀ ਸਮਝ ਆ ਗਏ, ਉਹਨਾਂ ਨੂੰ ਬਾਕੀ ਨਜ਼ਰ ਨਹੀਂ ਆਏ। ਇਨਕਮ ਟੈਕਸ ਅਸੈਸਮੈਂਟ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੇ ਸਲੈਬਸ ਨੂੰ, ਸੌਰੀ, ਉਹ ਜਿਹੜਾ ਟਾਈਮ ਪੀਰੀਅਡ ਆ ਉਹਨੂੰ ਚੇਂਜ ਕੀਤਾ ਆ। ਫਿਰ ਜਿਹੜੇ ਸੈਨਿਕ ਸਕੂਲ ਆ ਉਹ ਐਜੂਕੇਸ਼ਨ ਨੂੰ ਆਪਣੇ ਹੱਥ ਦੇ ਵਿੱਚ ਕਰਕੇ ਜੀ, ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਵਿੱਚ ਆਪਣੇ ਤਰੀਕੇ ਦੀ ਆਪਣੀ ਆਈਡੀਓਲੋਜੀ ਨੂੰ ਅੱਗੇ ਕਰਨ ਦੀ ਗੱਲ ਕੀਤੀ ਹੈ। ਆਮ ਬੰਦੇ ਵਾਸਤੇ ਐਜੂਕੇਸ਼ਨ ਨੂੰ ਇਹਨਾਂ ਨੇ ਮਾਈਨਸ ਕਰ, ਜਿੱਦਾਂ ਮੈਂ ਪਹਿਲਾਂ ਕਿਹਾ ਕਿ 6000 ਕਰੋੜ ਤਾਂ ਉਹਨਾਂ ਨੇ ਬਜਟ ਸਲੈਸ਼ ਕਰ ਦਿੱਤਾ ਆ, ਪਲੱਸ ਜਿਹੜਾ GST ਹੈ ਨਾ ਉਹ 18% ਆ ਐਜੂਕੇਸ਼ਨ ਦੇ ਉੱਤੇ, ਜੀ। ਔਰ ਐਂਟਰਟੇਨਮੈਂਟ ਦੇ ਉੱਤੇ ਕਿੰਨਾ ਹੈ, 18%। ਸੋ ਉਹਨਾਂ ਨੇ ਐਂਟਰਟੇਨਮੈਂਟ ਐਂਡ ਐਜੂਕੇਸ਼ਨ ਦੋਵਾਂ ਨੂੰ ਇੱਕੋ ਪਲੜੇ 'ਚ ਰੱਖਿਆ ਆ। ਜੀ। ਸੋ ਐਜੂਕੇਸ਼ਨ ਜਿਹੜੀ ਆ ਉਹ ਇੰਪੋਰਟੈਂਟ ਆ, ਨੈਸੈਸਰੀ ਆ ਕਿਸੇ ਵੀ ਦੇਸ਼ ਲਈ, ਬਟ ਇਹ ਗਵਰਨਮੈਂਟ ਜਿਹੜੀ ਉਹ ਮੰਨਦੀ ਆ ਕਿ ਨਹੀਂ, ਇਟਸ ਨਾਟ। ਹੁਣ ਜਦੋਂ GST ਤੁਸੀਂ 18% ਦੋਗੇ ਤਾਂ ਆਪੇ ਇਮੇਜਿਨ ਕਰ ਲਈਏ ਕਿ ਆਮ ਲੋਕਾਂ ਦੀ ਪਹੁੰਚ ਦੇ ਵਿੱਚੋਂ ਐਜੂਕੇਸ਼ਨ ਬਾਹਰ ਨਿਕਲ ਜੂਗੀ, ਬਿਲਕੁਲ। ਸੋ ਇਹ ਚੀਜ਼ਾਂ ਆ। ਬਾਕੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਮਹਿੰਗੀਆਂ ਕੀਤੀਆਂ, ਸਸਤੀਆਂ ਕੀਤੀਆਂ, ਉਹ ਤਾਂ ਨਾਰਮਲ ਗੱਲਾਂ ਹੈਗੀਆਂ। ਮਤਲਬ ਜੇ ਆਪਾਂ ਪੋਲੀਟੀਕਲ ਤੌਰ ਤੇ ਦੇਖੀਏ ਤੇ ਇਦਾਂ ਦੇ ਜਿਹੜੇ ਇਹ ਗੱਲਾਂ ਜਿਹੜੀਆਂ ਇਸ ਦੇ ਵਿੱਚ ਸਾਹਮਣੇ ਆ ਰਹੀਆਂ ਹੈਗੀਆਂ, ਜੋ ਮੈਨੂੰ ਨਜ਼ਰ ਆ ਰਹੀਆਂ ਕਿ ਉਹਨਾਂ ਨੇ ਛੋਟੀਆਂ ਜਿਹੜੀਆਂ, ਬੇਸ਼ੱਕ ਉਹਨਾਂ ਨੇ ਕਿਹਾ ਕਿ ਜਿਹੜੀਆਂ ਛੋਟੀਆਂ ਅਸੀਂ ਉਹਨਾਂ ਨੂੰ ਵਧਾਵਾਂਗੇ, ਹੈ ਨਾ, ਸਮਾਲ ਸਕੇਲ ਇੰਡਸਟਰੀਜ਼ ਨੂੰ ਵਧਾਵਾਂਗੇ, ਪਰ ਜੋ ਨਜ਼ਰ ਆ ਰਿਹਾ ਉਹ ਇਹ ਆ ਕਿ ਤੁਸੀਂ ਔਰ ਜੋ ਕੁਝ ਵੀ ਉਹਨਾਂ ਨੂੰ ਚੱਲਦਾ ਰੱਖਣ ਲਈ ਚਾਹੀਦਾ ਹੈ, ਬੇਸ਼ੱਕ ਉਹ ਤੇਲ ਆ, ਸੋਲਰ ਪੈਨਲਸ ਆ, ਐਵਰੀਥਿੰਗ ਤੁਸੀਂ ਉਹ ਮਹਿੰਗਾ ਕਰ ਦਿੱਤੇ। ਸੋ ਉਹਨਾਂ ਦਾ ਹੱਥ ਵੀ ਨਹੀਂ ਪਹੁੰਚੇ। ਇੱਕ ਨਾ ਬੜਾ, ਵੈਸੇ ਇੱਕ ਮੇਮ ਬਣਾਇਆ ਸੀ ਕਿਸੇ ਨੇ ਕਿ ਜਿਹੜਾ ਇਹ ਬਜਟ ਆ ਉਹ ਕਿੱਦਾਂ ਦਾ ਆ, ਤਾਂ ਉਹ ਇੱਕ ਥੱਲੇ ਡੌਗੀ ਆ, ਉੱਪਰ ਸ਼ੀਸ਼ੇ ਦਾ ਉਹ ਹੈਗਾ ਬਣਾਇਆ ਹੋਇਆ ਟੇਬਲ, ਥੱਲੇ ਡੌਗੀ ਆ, ਤੇ ਉਹ ਇੱਕ ਕੋਈ ਚਾਕਲੇਟ ਸੁੱਟਦਾ ਉਹਦੇ ਉੱਤੇ, ਟੇਬਲ ਦੇ ਉੱਤੇ, ਤੇ ਟੇਬਲ ਕਿਉਂਕਿ ਸ਼ੀਸ਼ੇ ਦਾ ਹੈ ਨਾ, ਤੇ ਡੌਗੀ ਵਿਚਾਰਾ ਮੂੰਹ ਖੋਲਦਾ ਆ ਤੇ ਉਹ ਲੱਭਦਾ ਥੱਲੇ ਕਿੱਥੇ ਗਿਆ ਪਿਆ ਹੀ ਨਹੀਂ, ਪਰ ਉਹ ਟੇਬਲ ਦੇ ਉੱਤੇ ਆ, ਉਹ ਫਿਰ ਚੁੱਕ ਕੇ ਫੇਰ ਦਿੰਦੇ। ਸੋ ਬੇਸਿਕਲੀ ਜਿਹੜਾ ਬਜਟ ਹੈ ਨਾ ਉਹ ਐਗਜ਼ੈਕਟਲੀ ਇਦਾਂ ਦਾ ਹੀ ਆ ਕਿ ਲੋਕਾਂ ਨੂੰ ਦਿਖਾਇਆ ਬਹੁਤ ਕੁਝ ਗਿਆ ਆ, ਪਰ ਉਹਨਾਂ ਦੇ ਮੂੰਹ 'ਚ ਪੈਣਾ ਕੁਝ ਨਹੀਂ, ਹੈ ਨਾ, ਮੂੰਹ ਦੇ ਵਿੱਚ ਉਹਨਾਂ ਦੇ ਹੀ ਪੈਣਾ ਜਿਹੜੇ ਉਹਨਾਂ ਦੇ ਆਪਣੇ ਲੋਕ ਆ। ਬਿਲਕੁਲ ਜੀ। ਔਰ ਜੇ ਆਪਾਂ ਦੇਖੀਏ ਜੇ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਦੇਸ਼ ਹੋਵੇਗਾ ਤੇ ਫਿਰ ਕਿਹੜੇ ਵੱਲ ਨੂੰ ਜਿਹੜਾ ਹੈਗਾ ਮੂਵ ਅਸੀਂ ਕਰ ਰਹੇ ਹੈਗੇ, ਜਾਂ ਦੇਸ਼ ਕਿੱਧਰ ਨੂੰ ਜਾ ਰਿਹਾ ਹੈਗਾ, ਇਹ ਜਿਹੜਾ ਸਵਾਲ ਹੈ ਉੱਥੋਂ ਦੇ ਲੋਕਾਂ ਦੇ, ਉੱਥੋਂ ਦੇ ਵਸਨੀਕਾਂ ਦੇ ਲਈ ਹੈ ਕਿ ਤੁਸੀਂ ਜਿਹੜੀ ਸਰਕਾਰ ਚੁਣੀ ਹੈ ਉਹ ਕਿੱਧਰ ਨੂੰ ਤੁਹਾਨੂੰ ਲੈ ਕੇ ਜਾ ਰਹੀ ਹੈ, ਜਾਂ ਬਜਟ ਦੇ ਵਿੱਚੋਂ ਤੁਹਾਡੇ ਹੱਥ ਪੱਲੇ ਕੁਝ ਪਏਗਾ ਜਾਂ ਨਹੀਂ ਪਏਗਾ। ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਣ ਤੁਸੀਂ ਈਮੇਲ ਕਰ ਸਕਦੇ ਹੋ, ਈਮੇਲ ID ਕਿਰਨਪ੍ਰੀਤ ਜੀ ਤੁਹਾਨੂੰ ਦੱਸ ਦੇਣਗੇ, ਤੇ ਜਾਂ ਅਖੀਰ ਦੇ ਵਿੱਚ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ? ਮੈਸੇਜ ਆਈ ਥਿੰਕ ਇਹੀ ਆ ਕਿ ਜਦੋਂ ਆਪਾਂ ਇਹਨੂੰ ਬਜਟ ਨੂੰ ਦੇਖਣ ਵਾਸਤੇ ਨਾ, ਹੁਣ ਇੱਕੋ ਮੈਸੇਜ ਮੈਂ ਦਊਂਗੀ ਕਿ ਜਿਹੜੇ ਬਹੁਤ ਲੋਕ ਸਾਨੂੰ ਇਹ ਸ਼ਾਇਦ ਉਹ ਵੀ ਕਹਿ ਸਕਦੇ ਆ ਕਿ ਤੁਸੀਂ UK ਬੈਠੇ ਹੋ, ਤੁਹਾਨੂੰ ਇਹ ਬਜਟ ਡਿਸਕਸ ਕਰਨ ਦੀ ਲੋੜ ਨਹੀਂ ਹੈਗੀ, ਪਰ ਸਾਨੂੰ ਇਹ ਲੋੜ ਹੈਗੀ ਆ ਕਿਉਂਕਿ ਸਾਡਾ ਬਹੁਤ ਕੁਝ ਪੰਜਾਬ 'ਚ ਵੀ ਪਿਆ ਹੋਇਆ ਆ। ਬਿਲਕੁਲ। ਸੋ ਹੁਣ ਪੰਜਾਬ ਗਵਰਨਮੈਂਟ ਜਿਹੜੀ ਹੈ ਨਾ ਉਹਨੂੰ ਪੱਬਾਂ ਭਾਰ ਹੋਣਾ ਪੈਣਾ ਆ। ਪੰਜਾਬ ਗਵਰਨਮੈਂਟ ਨੂੰ ਜਿਹੜਾ ਇੱਕ ਉਹ ਆਪਣੀ, ਜਿੱਦਾਂ ਪ੍ਰਤਾਪ ਸਿੰਘ ਬਾਜਵਾ ਹੁਣੀ ਵੀ ਬੋਲ ਰਹੇ ਸੀਗੇ, ਸਾਨੂੰ ਨਾ ਬਾਰ-ਬਾਰ ਸੈਂਟਰ ਨੂੰ ਇਹ ਦਿਖਾਉਣਾ ਬੰਦ ਕਰਨਾ ਪਊਗਾ ਕਿ ਅਸੀਂ ਨੈਸ਼ਨਲਿਸਟ ਲੋਕ ਹੈਗੇ ਆ। ਸਾਨੂੰ ਆਪਣੀ ਜਿਹੜੀ ਵਫਾਦਾਰੀ ਉਹ ਦੱਸਣੀ ਬੰਦ ਕਰਨੀ ਪਊਗੀ, ਔਰ ਸਾਨੂੰ ਹੁਣ ਫੋਰਫਰੰਟ ਤੇ ਆ ਕੇ ਖੇਡਣਾ ਪਊਗਾ। ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਉਹਨਾਂ ਨੇ ਘਟਾ ਦਿੱਤਾ, ਤੁਹਾਡੀ GST ਉਹਨਾਂ ਤੁਹਾਨੂੰ ਪੇ ਨਹੀਂ ਕੀਤੀ, ਤੁਹਾਡੇ ਜਿਹੜੇ MSP ਦੇ ਵਿੱਚੋਂ ਆਲਰੇਡੀ ਹਜੇ, ਕਿਉਂਕਿ ਪੰਜਾਬ ਉਹਨਾਂ ਦੀਆਂ ਅੱਖਾਂ 'ਚ ਇਸ ਟਾਈਮ ਤੇ ਰੜਕ ਰਿਹਾ, ਹਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਕੁਝ ਕਰਨਗੇ। ਬਿਲਕੁਲ, ਉਹ ਰੜਕੇਗਾ, ਕਿਉਂਕਿ ਜਿਹੜੀ ਸਿਚੁਏਸ਼ਨ ਹੈ, ਅਸੀਂ ਉਦੋਂ ਵੀ ਸੁਣ ਰਹੇ ਸਾਂ ਇੱਕ ਸਿੱਖ ਵਿਦਵਾਨ ਨੂੰ, ਉਹਨਾਂ ਨੇ ਕਿਹਾ ਕਿ ਦੁਬਾਰਾ ਉਹੀ ਜਿਹੜੀ ਐਮਰਜੈਂਸੀ ਵਾਲੀ ਸਿਚੁਏਸ਼ਨ ਸੀ ਕਿ ਕੱਲਾ ਪੰਜਾਬ ਨੇ, ਕੱਲਾ ਸਿੱਖਾਂ ਨੇ ਵਿਰੋਧ ਕੀਤਾ ਸੀ, ਤੇ ਬਾਅਦ ਵਿੱਚ ਉਹਦਾ ਨਤੀਜਾ ਸਾਨੂੰ 84 ਤੋਂ ਲੈ ਕੇ 96 ਤੱਕ ਭੁਗਤਣਾ ਪਿਆ, ਤੇ ਉੱਦਾਂ ਦੇ ਹਾਲਾਤ ਹੋ ਸਕਦਾ ਹੈ ਦੁਬਾਰਾ ਆਉਣ। ਤੇ ਉਹਦੇ ਲਈ ਜ਼ਰੂਰਤ ਇਹੀ ਹੈ ਕਿ ਜਿਹੜੇ ਉੱਥੋਂ ਦੇ ਲੋਕ ਨੇ, ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਨੇ, ਉਹ ਸੈਂਟਰ ਦੀਆਂ ਵਫਾਦਾਰ ਨਾ ਬਣਨ, ਪੰਜਾਬ ਦੀਆਂ ਵਫਾਦਾਰ ਬਣਨ, ਉੱਥੋਂ ਦੇ ਲੋਕਾਂ ਦੀਆਂ, ਵਸਨੀਕਾਂ ਦੀਆਂ ਵਫਾਦਾਰ ਬਣਨ, ਤਾਂ ਕਿ ਜਿਹੜਾ ਹੈ ਆਪਣੇ ਆਪ, ਜਿਵੇਂ ਕਿ ਭੈਣ ਜੀ ਉਹਨਾਂ ਨੇ ਕਿਹਾ ਕਿ ਪੱਬਾਂ ਪਾਰ ਹੋ ਕੇ ਜਿਹੜਾ ਹੈ ਉਹਨਾਂ ਨਾਲ ਜਿਹੜਾ ਅਸੀਂ ਮੱਥਾ ਲਾ ਸਕੀਏ। ਜੀ। ਔਰ ਬਾਕੀ ਜਿਹੜਾ ਹੋਲ, ਮਤਲਬ ਆਲ ਓਵਰ ਦਾ ਇੰਡੀਆ ਦੇਖੋ, ਜਿਹੜਾ 6.8 ਫਿਸਕਲ ਡੈਫਿਸਿਟ ਹੈ ਇਸ ਟਾਈਮ ਦੇ ਉੱਤੇ ਤੁਹਾਡਾ, ਜੋ ਕਿ ਇਹਨਾਂ ਨੇ ਕਿਹਾ ਐਸਟੀਮੇਟਡ ਆ ਕਿ ਉਹ 10 ਤੱਕ ਪਹੁੰਚ ਜਾਊਗਾ। ਜੇ ਉਹ 10 ਤੱਕ ਪਹੁੰਚ ਜਾਂਦਾ, ਇਟ ਇਜ਼ ਵੈਰੀ ਵੈਰੀ
ਵੈਰੀ ਵੈਰੀ ਬੈਡ ਕੰਡੀਸ਼ਨ ਆਲ ਓਵਰ ਦ ਇੰਡੀਆ। ਜੇ ਪੋਸੀਬਿਲਿਟੀ ਹੈਗੀ ਆ ਜੀ। ਇਕੱਠੇ ਹੋ ਜੋ, ਜਿਹੜੇ SC ST OBC ਦੇ ਜਿਹੜੇ ਆਪਣੇ ਉਹਨਾਂ ਦੇ ਵਿਧਾਇਕ ਚੁਣੇ ਹੋਏ ਆ ਨਾ, ਉਹ ਇਕੱਠੇ ਹੋ ਕੇ ਇਸ ਗਵਰਨਮੈਂਟ ਨੂੰ ਕਿਸੇ ਪਾਸੇ ਲਾਓ, ਕਿਉਂਕਿ ਇਹ ਗਵਰਨਮੈਂਟ ਜਿੰਨਾ ਚਿਰ ਵਿੱਚ ਰਹੂਗੀ ਇਹਨੇ ਆਮ ਬੰਦਿਆਂ ਬਾਰੇ ਕਦੀ ਨਹੀਂ ਕੁਝ ਸੋਚਣਾ ਹੈਗਾ, ਹੈ ਨਾ। ਸੋ ਇਹ ਮੇਰਾ ਮੈਸੇਜ ਹੈ ਕਿ ਆਪਾਂ ਹੁਣ ਥੋੜਾ ਜਿਹਾ ਹੋਸ਼ 'ਚ ਆ ਜਾਈਏ। ਜੀ ਜੀ ਬਿਲਕੁਲ। ਤੇ ਹੋਰ ਤੁਹਾਡੇ ਕੋਈ ਜ਼ਿਹਨ ਦੇ ਵਿੱਚ ਸਵਾਲ ਹੋਵੇ ਤੁਸੀਂ ਉਹ ਵੀ ਸਾਨੂੰ ਈਮੇਲ ਕਰਕੇ ਪੁੱਛ ਸਕਦੇ ਹੈਗੇ ਹੋ। ਸਾਡੀ ਈਮੇਲ ਆਈਡੀ ਥੱਲੇ ਸਕਰੀਨ ਤੇ ਚੱਲ ਰਹੀ ਹੈ। ਤੇ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ। ਸਾਡਾ ਸਟੂਡੀਓ ਦਾ ਨੰਬਰ ਹੈ 0121 551101। ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ, ਭੈਣ ਜੀ ਹੁਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਜਿਹੜੀ ਦਰਸ਼ਕਾਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਸੀ ਉਹ ਸਾਂਝੀ ਕੀਤੀ। ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।